ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਅਸੀਂ ਕਮਿਟਮੈਂਟ ਕੀਤੀ ਸੀ ਕਿ ਅਸੀਂ ਲਗਾਤਾਰ ਕਰੰਟ ਅਫੇਅਰਸ ਦੀ ਇੱਕ ਸੀਰੀਜ਼ ਲੈ ਕੇ ਆ ਰਹੇ ਹਾਂ, ਜਿਹਦੇ 'ਚ ਅੱਜ ਅਸੀਂ ਦੂਜੀ ਵੀਡੀਓ ਤਿਆਰ ਕੀਤੀ ਹੈ, ਜਿਹੜੀ ਹੈਗੀ ਹੈ ਇੰਡੈਕਸ। ਤੋਂ ਜਿੰਨੇ ਵੀ ਇੰਡੈਕਸ 2024 ਚ ਇੰਪੋਰਟੈਂਟ ਸੀ, ਠੀਕ ਆ, ਉਹਨਾਂ ਸਾਰਿਆਂ ਨੂੰ ਕੰਪਾਈਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਗਲੋਬਲ ਹੰਗਰ ਇੰਡੈਕਸ ਤੋਂ ਲੈ ਕੇ ਕਰਪਸ਼ਨ ਪਰਸੈਪਸ਼ਨ ਇੰਡੈਕਸ ਤੋਂ ਲੈ ਕੇ ਹੈਪੀਨੈਸ ਇੰਡੈਕਸ, ਗਲੋਬਲ ਜੈਂਡਰ ਗੈਪ, ਗਲੋਬਲ ਇਨਇਕੁਐਲਿਟੀ ਇੰਡੈਕਸ ਤੋਂ ਕਿਹੜੀਆਂ ਏਜੰਸੀਆਂ ਦੁਆਰਾ ਰਿਲੀਜ਼ ਹੁੰਦੇ ਆ, ਇਹਨਾਂ ਦੇ ਵਿੱਚ ਕਿਹੜੇ ਕਿਹੜੇ ਫੈਕਟਰਸ ਕਾਊਂਟ ਹੁੰਦੇ ਆ, ਕਿਹੜੇ 'ਚ ਕੀ ਵਿਵਾਦ ਆ, ਤਾਂ ਕਿ ਤੁਸੀਂ ਜੇ ਕੱਲ੍ਹ ਨੂੰ ਸਟੇਟਮੈਂਟ ਬੇਸਡ ਕੁਐਸਚਨ ਵੀ ਇਹਦੇ 'ਚੋਂ ਆ ਜਾਏ ਤਾਂ ਤੁਹਾਡੇ ਕੋਲ ਲਿਖਣ ਵਾਸਤੇ ਕੁਝ ਹੋਵੇ। ਠੀਕ ਹੈ, ਸੋ ਤੁਹਾਡੇ ਕੋਲ ਗਰੁੱਪ ਬੀ ਲੈਵਲ ਦਾ, ਚਾਹੇ PSSB ਲੈਵਲ ਦਾ, ਗਰੁੱਪ ਬੀ ਲੈਵਲ ਦਾ ਸਟੇਟਮੈਂਟ ਬੇਸਡ ਕੁਐਸਚਨ ਵੀ ਆ ਜਾਏ। ਜਿਵੇਂ ਸਪੋਜ਼ ਕਰੋ ਉਹਨਾਂ ਨੇ ਇਹ ਕਹਿਤਾ ਕਿ ਗਲੋਬਲ ਹੰਗਰ ਇੰਡੈਕਸ ਜਿਹੜਾ ਹੈ ਉਹਦੇ 'ਚ ਇੰਡੀਆ ਦਾ ਰੈਂਕ ਇਹ ਆ, ਸਟੇਟਮੈਂਟ 1 ਤੇ ਸਟੇਟਮੈਂਟ 2, ਕਿ ਇਹਦੇ 'ਚ 3 ਫੈਕਟਰਸ ਕਾਊਂਟ ਕੀਤੇ ਜਾਂਦੇ ਆ, ਤੇ ਥੱਲੇ ਕਹਿਤਾ ਕਿ ਦੱਸੋ ਕਿਹੜੀ ਸਟੇਟਮੈਂਟ ਗਲਤ ਆ ਜਾਂ ਕਿੰਨੀਆਂ ਸਟੇਟਮੈਂਟਸ ਗਲਤ ਨੇ। ਤਾਂ ਤੁਸੀਂ ਕਦੇ ਵੀ ਕਨਫਿਊਜ਼ ਨਾ ਹੋਵੋ, ਤੁਹਾਡੇ ਕੁਝ ਕਨਸੈਪਟ ਕਲੀਅਰ ਹੋਣ, ਤੇ ਕੋਸ਼ਿਸ਼ ਇਹ ਆ ਕਿ ਇਹਨੂੰ ਵਧੀਆ ਤਰੀਕੇ ਨਾਲ ਅਸੀਂ ਪ੍ਰੈਜ਼ੈਂਟ ਕੀਤਾ ਹੈ। ਜਿਵੇਂ ਕਿ ਤੁਹਾਡੇ ਕਮੈਂਟਸ ਆਏ ਸੀ, ਉਹਨਾਂ ਕਮੈਂਟਸ ਨੂੰ ਬਹੁਤ ਗੌਰ ਨਾਲ ਦੇਖਿਆ, ਤੇ ਜੋ ਤੀਸਰਾ ਟੌਪਿਕ ਸਾਨੂੰ ਲੱਗਿਆ ਜਾਂ ਸਾਡੇ ਤੱਕ ਮੈਸੇਜ ਪਹੁੰਚਿਆ, ਸਾਨੂੰ ਲੱਗਿਆ ਕਿ ਸਾਇੰਸ ਟੈਕ ਬਹੁਤ ਬੱਚਿਆਂ ਦਾ ਬਹੁਤ ਵੱਡਾ ਇਸ਼ੂ ਆ, ਕਿ ਜੋ 2024 ਚ ਸਾਇੰਸ ਟੈਕ ਦੇ ਵਿੱਚ ਚਾਹੇ AI ਨੂੰ ਲੈ ਕੇ, ਚਾਹੇ ਇਹ ਰਾਕੇਟਸ ਨੂੰ ਲੈ ਕੇ, ਚਾਹੇ ਹੈਲੀਕਾਪਟਰਸ ਨੂੰ ਲੈ ਕੇ, ਚਾਹੇ ਸਾਇੰਸ ਦੀ ਸਪੇਸ ਸਾਇੰਸ ਨੂੰ ਲੈ ਕੇ ਕੋਈ ਰਿਸਰਚ ਹੋਈ ਹੈ ਸਰ, ਉਹਦੇ ਜੇ ਗਰੁੱਪ ਬੀ ਲੈਵਲ ਦੇ ਸਵਾਲ ਪੇਪਰ 'ਚ ਆ ਜਾਣ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਹੈਲਪਲੈਸ ਮਹਿਸੂਸ ਕਰਦੇ ਹਾਂ। ਫਿਰ ਉਸ ਤੋਂ ਬਾਅਦ ਗੌਰਮੈਂਟ ਸਕੀਮਸ ਨੂੰ ਲੈ ਕੇ ਵੀ ਕਾਫੀ ਚਿੰਤਾ ਸੀ, ਤੇ ਸਪੋਰਟਸ ਨੂੰ ਲੈ ਕੇ ਵੀ। ਸੋ ਇਹ 3-4 ਫੈਕਟਰਸ ਜਿਹੜੇ ਕਨਸੈਪਟ ਨੇ, ਜਿਨ੍ਹਾਂ ਨੂੰ ਮੈਂ ਅੱਗੇ ਵੀਡੀਓਜ਼ ਦੇ ਵਿੱਚ ਲੈ ਕੇ ਆਉਂਗਾ ਤੁਹਾਡੇ ਕੋਲ। ਇੱਕ ਵੀਡੀਓ 1 ਘੰਟੇ ਤੋਂ ਲੈ ਕੇ 2.5 ਘੰਟਿਆਂ ਤੱਕ ਲੰਬੀ ਹੋ ਸਕਦੀ ਹੈ, ਡਿਪੈਂਡ ਕਰਦੀ ਹੈ ਕਿ ਉਸ ਫੀਲਡ ਨਾਲ ਰਿਲੇਟਡ ਕਰੰਟ ਅਫੇਅਰਸ ਕਿੰਨੇ ਆ। ਜਿਹੜੇ ਵੀ ਬੱਚੇ ਮਾਸਟਰ ਕਲਾਸਿਸ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਗਵਰਨਮੈਂਟ ਜੌਬਸ ਜਿਹੜਾ ਤੁਹਾਡਾ PSSB ਵਾਲਾ ਕੋਰਸ ਆ, ਚਾਹੇ PCS ਪ੍ਰੀ ਵਾਲਾ ਕੋਰਸ ਆ, ਚਾਹੇ IAS ਵਾਲਾ ਕੋਰਸ ਆ, IAS ਵਾਲੇ ਕੋਰਸ ਦੇ ਵਿੱਚ ਵੀ ਤਾਂ ਅਸੀਂ ਬਕਾਇਦਾ ਗਰੁੱਪ ਬੀ ਦੀ ਸਪੋਰਟ ਲਿਖੀ ਹੋਈ ਆ। ਉਹਦੇ 'ਚ ਜਾ ਕੇ ਇਹ ਕਰੰਟ ਅਫੇਅਰਸ ਦੇ ਫੋਲਡਰ ਦੇ ਅੰਦਰ ਜਾ ਕੇ ਟੌਪਿਕ ਵਾਈਜ਼ ਕਰੰਟ ਅਫੇਅਰਸ 'ਚ ਐਡ ਹੋ ਰਹੇ ਆ, ਤਾਂ ਜੋ ਜਿਹੜੇ ਸਟੂਡੈਂਟਸ ਮੰਥਲੀ ਕਰੰਟ ਅਫੇਅਰਸ ਨਹੀਂ ਦੇਖਣਾ ਚਾਹੁੰਦੇ, ਐਟਲੀਸਟ ਉਹ ਟੌਪਿਕ ਵਾਈਜ਼ ਕਰੰਟ ਅਫੇਅਰਸ ਕੰਪਲੀਟ ਕਰਨ ਫੁੱਲੀ ਸੈਟਿਸਫੈਕਸ਼ਨ ਨਾਲ। ਇਸ ਤੋਂ ਬਿਨਾਂ ਜਿਹੜੇ ਬੱਚੇ ਟੈਸਟ ਨਹੀਂ ਦੇ ਰਹੇ, ਟੈਸਟ ਸੀਰੀਜ਼ ਦੇ, ਜਿਹੜੀ ਕਿ ਅੱਡ ਵੀ ਸ਼ੁਰੂ ਕੀਤੀ ਆ, ਉਹ ਵੀ ਜ਼ਰੂਰ ਕਰਨ। ਜਿਹੜੇ ਬੱਚੇ PCS ਲੈਵਲ ਦੀ ਤਿਆਰੀ ਕਰ ਰਹੇ ਆ ਤੇ PCS ਪ੍ਰੀ ਦੇ ਕੋਰਸ ਜਾਂ ਪ੍ਰੀ ਕਮ ਮੇਨਸ ਵਾਸਤੇ ਸਾਡੇ ਨਾਲ ਜੁੜੇ ਹੋਏ ਆ ਜਾਂ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਦੱਸਦਾ ਕਿ PCS ਪ੍ਰੀ ਦੇ ਕੋਰਸ ਦੇ ਵਿੱਚ ਇੱਕ ਨਵਾਂ ਹੀ ਫੋਲਡਰ ਤਿਆਰ ਹੋ ਗਿਆ, PCS ਲੈਵਲ। ਉਹਦੀ ਜਿਹੜੀ ਪੰਜਾਬ GK ਆ, ਦੈਟ ਇਜ਼ ਟੋਟਲੀ ਐਡਵਾਂਸਡ ਫਾਰਮ। ਉਹ ਨਾਰਮਲ ਪੰਜਾਬ GK ਤੋਂ ਵੀ ਅਸੀਂ ਐਡਵਾਂਸ ਕਰਤੀ, ਉਹਦੇ 'ਚ ਐਡਵਾਂਸਡ ਇਕੋਨਮੀ, ਤੇ ਵਕਤ ਦੇ ਨਾਲ ਨਾਲ ਹੁਣ ਉਹਦੇ 'ਚ ਐਡਵਾਂਸਡ ਸਬਜੈਕਟ ਅਪਲੋਡ ਹੁੰਦੇ ਰਹਿਣਗੇ। ਸੋ ਪਲੀਜ਼ ਜਿਹੜੇ ਬੱਚੇ ਸਿਵਲ ਸਰਵਿਸਿਜ਼ ਨੂੰ ਟਾਰਗੇਟ ਕਰ ਰਹੇ ਆ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ, ਤੇ ਜਿਹੜੇ ਬੱਚੇ ਨਾਰਮਲ ਪੇਪਰਾਂ ਦੀ ਤਿਆਰੀ ਕਰ ਰਹੇ ਆ ਤੇ ਜਿਹੜੇ ਇਸ ਟੌਪਿਕ ਵਾਈਜ਼ ਕਰੰਟ ਅਫੇਅਰਸ ਵਾਸਤੇ ਵੇਟ ਕਰ ਰਹੇ ਸੀ, ਉਹ YouTube ਤੇ ਹੀ ਸਾਡੇ ਇਹਨਾਂ ਕਰੰਟ ਅਫੇਅਰਸ ਨੂੰ ਦੇਖ ਸਕਦੇ ਆ। ਮਾਸਟਰ ਕਲਾਸਿਸ ਪਟਿਆਲਾ ਵੱਲੋਂ ਇੱਕ ਪੰਜਾਬੀ ਪੇਪਰ A ਦੀ ਕਿਤਾਬ, ਜਿਹੜੀ ਪਹਿਲਾਂ ਪੀਲੇ ਕਵਰ 'ਚ ਸੀ, ਉਹਨੂੰ ਅਪਡੇਟ ਕਰਕੇ ਉਹਦੇ 'ਚ 20 ਪੰਜਾਬੀ ਪੇਪਰ A ਦੇ ਐਡ ਕੀਤੇ ਗਏ ਆ, ਤੇ ਉਹ ਕਿਤਾਬ ਦੁਬਾਰਾ ਰਿਲੀਜ਼ ਕੀਤੀ ਗਈ ਆ। ਕਾਈਂਡਲੀ ਜਿਹੜੇ ਵੀ ਬੱਚੇ ਕਿਤਾਬ ਦੇਖਣਾ ਚਾਹੁੰਦੇ ਆ ਉਹ ਦੇਖ ਸਕਦੇ ਆ। ਇਸ ਤੋਂ ਬਿਨਾਂ ਆ ਮੈਨੂੰ ਲੱਗਦਾ ਕਿ ਤੁਹਾਡੇ ਵਾਸਤੇ ਇਹ ਇੰਗਲਿਸ਼ ਮੀਡੀਅਮ 'ਚ ਕਿਤਾਬ ਆ। ਜਿਹੜੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ 'ਚ ਕੋਈ ਦਿੱਕਤ ਨਹੀਂ, ਤੇ ਉਹ ਬੜੀ ਕੰਸਾਈਜ਼ਡ ਤਰੀਕੇ ਨਾਲ ਕੰਟੈਂਟ ਜਿਹੜਾ ਇਹ ਚਾਹੁੰਦੇ ਆ, ਤੇ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਹਰ ਚੈਪਟਰ ਤੋਂ ਬਾਅਦ ਚੁਣੌਤੀਪੂਰਕ ਸਵਾਲ ਮਿਲਣ ਵਿਦ ਐਕਸਪਲੇਨੇਸ਼ਨ, ਜਿਹੜੀ ਅੱਗੇ ਜਾ ਕੇ ਐਕਸਪਲੇਨੇਸ਼ਨ ਹੋਵੇ। ਉਹਦੇ ਤੋਂ ਬਾਅਦ ਈਵਨ ਕਿ ਲਾਸਟ ਜਿੰਨੇ ਅੱਜ ਤੱਕ ਪੰਜਾਬ ਦੇ ਪੇਪਰਾਂ 'ਚ ਸਵਾਲ ਆਏ ਆ, ਉਹਨਾਂ ਸਾਰਿਆਂ ਨੂੰ ਸਟੇਟਮੈਂਟਸ ਦੇ ਵਿੱਚ ਪਰੋ ਕੇ ਇੱਕ ਟੌਪਿਕ ਬਣਾਤਾ, ਮਿਸਲੀਨੀਅਸ ਫੈਕਟਸ, ਤਾਂ ਕਿ ਜਿੰਨੇ ਪੰਜਾਬ ਦੇ ਪੁਰਾਣੇ ਸਵਾਲ ਆਏ ਆ ਪਿਛਲੇ 10-15 ਸਾਲਾਂ ਦੇ, ਰਿਵਰਸ ਇੰਜੀਨੀਅਰਿੰਗ ਕਰਕੇ ਉਹ ਸਾਰੇ ਹੀ ਸਟੇਟਮੈਂਟ ਬੇਸਡ ਪਾਤੇ, ਤਾਂ ਜੋ ਇੱਕ ਤਾਂ ਪੁਰਾਣੇ ਪੇਪਰਾਂ 'ਚ ਆਏ ਸਵਾਲ ਨਾ ਮਿਸ ਹੋਣ, ਇੱਕ ਜਿਹੜੇ ਨਵੇਂ ਕਨਸੈਪਟ ਪੇਪਰਾਂ 'ਚ ਆਏ ਆ ਉਹ ਨਾ ਮਿਸ ਹੋਣ, ਤੇ ਟੌਪਿਕ ਆਲਮੋਸਟ ਸਾਰੇ, ਚਾਹੇ ਸੂਫੀ ਐਂਡ ਭਗਤੀ ਮੂਵਮੈਂਟ ਆ, ਚਾਹੇ ਕੋਈ ਵੀ ਟੌਪਿਕ ਆ, ਉਹਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪੰਜਾਬ ਕਲਚਰ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪੰਜਾਬ ਦੀ ਹਿਸਟਰੀ ਦੇ ਵਿੱਚ ਜਿੱਥੇ ਵੈਕਿਊਮ ਜਿਹਾ ਰਹਿ ਜਾਂਦਾ ਹੈ, ਉਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਇਹ ਕੋਸ਼ਿਸ਼ ਵੀ ਕੀਤੀ ਆ ਕਿ ਬਹੁਤ ਜ਼ਿਆਦਾ ਫਾਲਤੂ ਕਹਾਣੀਆਂ ਨਾ ਲਿਖੀਆਂ ਜਾਣ। ਤੇ ਬੱਚੇ ਕਿਹੜੇ ਆ ਜਿਨ੍ਹਾਂ ਵਾਸਤੇ ਇਹ ਕਿਤਾਬ ਆ, ਜਿਹੜੇ ਪੰਜਾਬ ਦਾ PCS ਦਾ ਪ੍ਰੀ ਦੇਣਾ ਚਾਹੁੰਦੇ ਆ, ਜਾਂ ਗਰੁੱਪ B ਦੇ ਪੇਪਰ ਦੇਣਾ ਚਾਹੁੰਦੇ ਆ, ਜਾਂ PPSC ਦੇ ਪੇਪਰ। ਮੇਨਸ ਵਾਲਿਆਂ ਵਾਸਤੇ ਪਰਸਪੈਕਟਿਵ ਤੋਂ ਇਸ ਕਿਤਾਬ ਨੂੰ ਤਿਆਰ ਨਹੀਂ ਕੀਤਾ ਗਿਆ, ਪਰ PCS ਪ੍ਰੀ ਦੇ ਲੈਵਲ ਨੂੰ ਤੇ ਉਹਦੀ ਕੁਆਲਿਟੀ ਨੂੰ ਜ਼ਰੂਰ ਧਿਆਨ 'ਚ ਰੱਖਿਆ ਗਿਆ ਹੈ।
ਤੁਸੀਂ ਇਹ ਦੋਵੇਂ ਕਿਤਾਬਾਂ ਵਾਸਤੇ ਪੇਪਰ A ਦੀ ਕਿਤਾਬ ਤਾਂ ਤੁਸੀਂ ਇਹ ਸਮਝ ਲਓ ਕਿ ਜਿਹੜੇ ਲੋਕ ਬਹੁਤ ਵੱਡੇ ਪੱਧਰ ਤੇ ਕੁਐਸਚਨਸ ਚਾਹੁੰਦੇ ਆ, ਬਹੁਤ ਵੱਡੇ ਪੱਧਰ ਤੇ ਔਖੀ ਪੰਜਾਬੀ ਚਾਹੁੰਦੇ ਆ, ਸੋ ਉਹ ਵੀ ਸਾਡੇ ਕੋਲ ਇਹ ਕਿਤਾਬ ਜਿਹੜੀ ਆ ਆਰਡਰ ਕਰ ਸਕਦੇ ਆ। ਥੈਂਕ ਯੂ ਵੈਰੀ ਮਚ। ਸੋ ਸਟਾਰਟ ਕਰਦੇ ਹਾਂ ਜੀ ਅਸੀਂ ਇੰਡੈਕਸ ਇਨ ਨਿਊਜ਼ 2024। ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਤੇ ਸ਼ੁਰੂ ਕਰ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਹੰਗਰ ਇੰਡੈਕਸ। ਬੱਚੇ ਹੰਗਰ ਇੰਡੈਕਸ ਦਾ ਮਤਲਬ ਆ ਕਿ ਵੈਸ਼ਵਿਕ ਭੁੱਖਮਰੀ ਸੂਚਕਾਂਕ। ਇਹ ਤੁਸੀਂ ਇਹ ਸਮਝ ਲਓ ਕਿ ਦੁਨੀਆ ਦੇ ਵਿੱਚ ਜੋ ਭੁੱਖ ਲੈਵਲ ਹੰਗਰ ਲੈਵਲ ਤੇ ਭੁੱਖ ਕਰਕੇ ਹੋਣ ਵਾਲੀਆਂ ਮੌਤਾਂ ਜਿਹੜੀਆਂ ਨੇ, ਉਸ ਮਾਮਲੇ ਦੇ ਵਿੱਚ ਦੁਨੀਆ ਦੇ ਜੇ ਦੇਸ਼ਾਂ ਨੂੰ ਇੱਕ ਲਾਈਨ 'ਚ ਲਾਇਆ ਜਾਵੇ ਤਾਂ ਇੰਡੀਆ ਦੀ ਸਥਿਤੀ ਕੀ ਆ। ਬੇਸਿਕਲੀ ਗਲੋਬਲ ਹੰਗਰ ਇੰਡੈਕਸ ਬਾਰੇ ਸਮਝਣ ਤੋਂ ਪਹਿਲਾਂ, ਕਿਸੇ ਵੀ ਪ੍ਰਕਾਰ ਦੇ ਇੰਡੈਕਸ ਬਾਰੇ ਸਮਝਣ ਤੋਂ ਪਹਿਲਾਂ ਇਹ ਸਮਝ ਲਿਓ ਕਿ ਕੁਝ ਫੈਕਟਰਸ, ਕੁਝ ਕਾਰਕ ਹੁੰਦੇ ਆ ਕਿ ਜਿਨ੍ਹਾਂ ਨੂੰ ਕੈਲਕੂਲੇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਕੁਝ ਮਾਰਕਸ ਦਿੱਤੇ ਜਾਂਦੇ ਆ। ਜਿਵੇਂ ਜੇ ਕੋਈ ਮੈਨੂੰ ਇਹ ਕਵੇ ਕਿ ਸਰ ਗਲੋਬਲ ਹੰਗਰ ਇੰਡੈਕਸ ਅਸੀਂ ਕਿਸੇ ਵੀ ਆਬਜੈਕਟਿਵ ਟਾਈਪ ਪੇਪਰ ਵਾਸਤੇ ਤਿਆਰ ਕਰ ਰਹੇ ਹਾਂ, ਚਾਹੇ ਉਹ ਪੇਪਰ ਸਾਡਾ UPSC ਨੇ ਲੈਣਾ ਹੈ, ਚਾਹੇ ਕਿਸੇ ਸਟੇਟ ਲੈਵਲ ਤੇ ਲੈਣਾ ਹੈ, SSC ਨੇ ਲੈਣਾ ਹੈ, ਕਿਸੇ ਨੇ ਵੀ ਤੁਹਾਡਾ ਪੇਪਰ ਲੈਣਾ ਹੈ, ਉਹ NTA ਨੇ ਲੈਣਾ ਤੁਹਾਡਾ ਪੇਪਰ, ਤਾਂ 2-3 ਫੈਕਟਰਸ ਬੜੇ ਇੰਪੋਰਟੈਂਟ ਆ ਕਿ ਇਹਨੂੰ ਮੇਜਰ ਕੌਣ ਕਰਦਾ ਹੈ, ਠੀਕ ਆ, ਇਹਦਾ ਕਨਸੈਪਟ ਕਿੱਥੋਂ ਆਇਆ, ਤੀਸਰੀ ਗੱਲ ਇਹਦੇ 'ਚ ਕਿਹੜੇ ਕਿਹੜੇ ਫੈਕਟਰਸ ਕੈਲਕੂਲੇਟ ਹੁੰਦੇ ਆ, ਇਹਦੇ 'ਚ ਸਕੋਰ ਕਿੰਨਾ ਹੈ, ਇਹਦੇ 'ਚ ਰੈਂਕ ਕਿੰਨਾ ਹੈ, ਇਹਦੇ 'ਚ ਟੌਪਰ ਕੌਣ ਆ, ਸਭ ਤੋਂ ਪਿੱਛੇ ਕੌਣ ਆ, ਐਵੇਂ ਦੀਆਂ ਗੱਲਾਂ। ਸੋ ਹਰ ਗੱਲ ਦੇ ਨਾਲ ਕੁਝ ਟੈਕਨੀਕਲਿਟੀ ਜੁੜੀ ਹੋਈ ਆ, ਅਸੀਂ ਉਹ ਸਾਰੀ ਕਵਰ ਕਰਾਂਗੇ। ਸਭ ਤੋਂ ਪਹਿਲਾ ਇੰਡੈਕਸ ਜੋ ਸਾਡੇ ਨਿਊਜ਼ ਦੇ ਵਿੱਚ ਆ, ਦੈਟ ਇਜ਼ ਗਲੋਬਲ ਹੰਗਰ ਇੰਡੈਕਸ। ਸ਼ੁਰੂ ਕਰਦੇ ਹਾਂ ਜੀ ਆਪਾਂ ਗਲੋਬਲ ਹੰਗਰ ਇੰਡੈਕਸ ਤੋਂ। ਪਹਿਲਾਂ ਮੈਂ ਇੱਥੋਂ ਸ਼ੁਰੂ ਕਰਨਾ ਜ਼ਿਆਦਾ ਸਹੀ ਸਮਝਦਾ। ਗਲੋਬਲ ਹੰਗਰ ਇੰਡੈਕਸ ਚੈੱਕ ਕਰਨ ਤੋਂ ਪਹਿਲਾਂ 4 ਫੈਕਟਰਸ ਫੋਕਸ ਕੀਤੇ ਜਾਂਦੇ ਆ। ਇੱਕ ਮਾਲ ਨਿਊਟ੍ਰੀਸ਼ਨ ਯਾਨੀ ਕਿ ਅੰਡਰ ਨਿਊਟ੍ਰੀਸ਼ਨ। ਇਹਦਾ ਮਤਲਬ ਆ ਸਾਡੇ ਦੇਸ਼ ਦੀ ਆਬਾਦੀ ਦਾ ਉਹ ਵਰਗ ਜਿਨ੍ਹਾਂ ਨੂੰ ਪੂਰਾ ਸਫੀਸ਼ੀਐਂਟ ਮਤਲਬ ਕਲੋਰਿਕ ਫੂਡ ਨਹੀਂ ਮਿਲ ਰਿਹਾ, ਠੀਕ ਆ, ਉਹਨਾਂ ਨੂੰ ਪੂਰਾ એનર્ਜੀ ਵਾਲਾ ਭੋਜਨ ਨਹੀਂ ਮਿਲ ਰਿਹਾ। ਦੂਜਾ ਫੈਕਟਰ ਇਹਦੇ 'ਚ ਕਾਊਂਟ ਕੀਤਾ ਜਾਂਦਾ ਹੈ ਚਾਈਲਡ ਸਟੰਟਿੰਗ। 5 ਸਾਲ ਤੋਂ ਘੱਟ ਦੇ ਉਹ ਬੱਚੇ ਜਿਹੜੇ ਆਪਣੀ ਏਜ ਦੇ ਮੁਤਾਬਕ, ਉਮਰ ਦੇ ਮੁਤਾਬਕ ਉਨੀ ਹਾਈਟ ਨਹੀਂ ਗੇਨ ਕਰ ਸਕੇ, ਉਹ ਉਨਾ ਕੱਦ ਨਹੀਂ ਵਧਾ ਸਕੇ। ਤੀਜਾ ਫੈਕਟਰ ਇਹਦੇ 'ਚ ਚਾਈਲਡ ਵੇਸਟਿੰਗ। ਜਿਹੜੇ ਬੱਚੇ ਆਪਣੀ ਹਾਈਟ ਦੇ ਮੁਤਾਬਕ ਉਹਨਾਂ ਦਾ ਉਨਾ ਭਾਰ ਨਹੀਂ ਹੈਗਾ, ਅੰਡਰਵੇਟ ਨੇ, ਉਮਰ ਦੇ 5 ਸਾਲ ਤੱਕ ਦੇ ਉਹ ਬੱਚੇ ਜਿਹੜੇ ਆਪਣੀ ਹਾਈਟ ਦੇ ਮੁਤਾਬਕ, ਆਪਣੇ ਕੱਦ ਦੇ ਮੁਤਾਬਕ ਅੰਡਰਵੇਟ ਨੇ ਅਜੇ ਤੱਕ। ਚੌਥਾ ਫੈਕਟਰ ਚਾਈਲਡ ਮੋਰਟੈਲਿਟੀ। ਉਹ ਬੱਚੇ ਜਿਹੜੇ ਤਕਰੀਬਨ ਆਪਣੇ 5 ਸਾਲ ਦੀ ਉਮਰ ਤੋਂ ਪਹਿਲਾਂ ਜਿਹੜੇ ਬੱਚਿਆਂ ਦੀ ਮੌਤ ਹੋ ਜਾਂਦੀ ਆ ਜਨਮ ਤੋਂ ਲੈ ਕੇ, ਉਹਨਾਂ ਨੂੰ ਕਹਿੰਦੇ ਆ ਚਾਈਲਡ ਮੋਰਟੈਲਿਟੀ। ਜਨਮ ਦੇ ਦੌਰਾਨ ਮੌਤ ਹੋ ਜਾਣਾ, ਦੈਟ ਇਜ਼ ਇਨਫੈਂਟ ਮੋਰਟੈਲਿਟੀ। ਸੋ ਚਾਈਲਡ ਮੋਰਟੈਲਿਟੀ, ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ ਤੇ ਅੰਡਰ ਨਿਊਰਿਸ਼ਮੈਂਟ, 4 ਫੈਕਟਰਸ ਨੇ। ਇਹਨਾਂ ਚੋਂ ਇਹਨੂੰ ਤਾਂ 1/6, ਇਹਨੂੰ ਵੀ 1/6, ਇਹਨੂੰ 1/3 ਤੇ ਇਹਨੂੰ 1/3, ਇਹ ਐਵਰੇਜ ਦੇ ਕੇ ਕੈਲਕੂਲੇਟ ਕੀਤਾ ਜਾਂਦਾ ਹੈ ਤੁਹਾਡਾ ਗਲੋਬਲ ਹੰਗਰ ਇੰਡੈਕਸ। ਜੇਕਰ ਤੁਹਾਡਾ ਸਕੋਰ 50 ਤੋਂ ਉੱਪਰ ਆਵੇ, ਸੋਚ ਕੇ ਦੇਖੋ, 0 ਤੋਂ ਲੈ ਕੇ 100 ਤੱਕ ਸਕੋਰ ਦਿੱਤਾ ਜਾਂਦਾ ਹੈ। ਜੇਕਰ ਤੁਹਾਡਾ ਸਕੋਰ 50 ਤੋਂ ਉੱਪਰ ਆ ਤੁਹਾਡਾ ਸਕੋਰ, ਤਾਂ ਤੁਹਾਡੇ ਦੇਸ਼ 'ਚ ਭੁੱਖਮਰੀ ਬਹੁਤ ਐਕਸਟ੍ਰੀਮ ਲੈਵਲ ਤੇ ਆ। 35 ਤੋਂ 50 ਤੱਕ ਅਲਾਰਮਿੰਗ ਆ, ਚੇਤਾਵਨੀ ਆ। 20 ਤੋਂ ਲੈ ਕੇ 34-35 ਤੱਕ ਸੀਰੀਅਸ ਮੈਟਰ ਆ। 10 ਤੋਂ ਲੈ ਕੇ 20 ਤੱਕ ਮੋਡਰੇਟ ਆ ਤੇ 10 ਤੋਂ ਥੱਲੇ ਲੋ ਆ। ਇੰਡੀਆ ਦਾ ਸਕੋਰ ਆ 27.3, ਜਿਹਦੇ ਕਰਕੇ ਇੰਡੀਆ ਸੀਰੀਅਸ ਕੈਟੇਗਰੀ ਦੇ ਵਿੱਚ ਆ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਕੁਝ ਗੱਲਾਂ ਜਿਹੜੀਆਂ ਪਤਾ ਲੱਗਣੀਆਂ ਚਾਹੀਦੀਆਂ ਸੀ ਸਾਨੂੰ, ਉਹ ਪਤਾ ਲੱਗ ਗਈਆਂ। ਹੁਣ ਆਪਾਂ ਚੱਲਦੇ ਹਾਂ ਜੀ ਇਸ ਹੰਗਰ ਇੰਡੈਕਸ ਦੇ ਮੇਨ ਕਨਸੈਪਟ ਤੇ, ਜਿੱਥੋਂ ਸਵਾਲ ਬਣਨੇ ਆ। ਇੰਡੀਆ ਜਿਹਦਾ ਕਿ ਸਕੋਰ 27.3 ਆ, ਉਹ 105ਵੇਂ ਨੰਬਰ ਤੇ ਆ। 127 ਦੇਸ਼ ਚੈੱਕ ਕੀਤੇ ਗਏ। ਇੰਡੀਆ, ਪਾਕਿਸਤਾਨ ਤੇ ਅਫਗਾਨਿਸਤਾਨ ਤਿੰਨੇ ਸੀਰੀਅਸ ਕੈਟੇਗਰੀ 'ਚ, ਤੇ ਉਸ ਤੋਂ ਬਾਅਦ ਇੰਡੀਆ ਦੇ ਗਵਾਂਢੀ ਬੰਗਲਾਦੇਸ਼, ਨੇਪਾਲ ਤੇ ਸ਼੍ਰੀਲੰਕਾ ਵਰਗੇ ਦੇਸ਼, ਜਿਨ੍ਹਾਂ ਦਾ ਸਕੋਰ ਸ਼ਾਇਦ 10 ਤੋਂ 20 ਦੇ ਵਿੱਚ ਰਿਹਾ ਹੋਊਗਾ, ਇਸ ਕਰਕੇ ਉਹ ਮੋਡਰੇਟ ਕੈਟੇਗਰੀ 'ਚ ਆ। ਸੋਚਣ ਵਾਲੀ ਗੱਲ ਆ। ਤੇ ਜਦੋਂ ਵੀ ਕਿਤੇ ਗਲੋਬਲ ਹੰਗਰ ਇੰਡੈਕਸ ਕੱਢਿਆ ਜਾਂਦਾ ਹੈ, ਪਿਛਲੇ 5 ਸਾਲਾਂ ਦੀ ਔਸਤ ਲਈ ਜਾਂਦੀ ਹੈ। ਕੈਲਕੂਲੇਟ ਕੌਣ ਕਰਦਾ ਹੈ? ਇੱਕ ਅੰਤਰਰਾਸ਼ਟਰੀ ਸੰਸਥਾ ਹੈ, IFPRI, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ। ਕਮੈਂਟ ਕਰਕੇ ਦੱਸੋ ਕਿ ਇਹਦਾ ਹੈੱਡਕੁਆਟਰ ਕਿੱਥੇ ਆ, ਤੇ ਫੂਡ ਦਾ ਮਤਲਬ ਹੈੱਡਕੁਆਟਰ ਆਈਡੀਆ ਲੱਗ ਹੀ ਜਾਊਗਾ। ਸੋ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ, ਇਹਦੇ ਨਾਲ ਵੈਲਥ ਹੰਗਰ ਲਾਈਫ ਜੋ ਜਰਮਨ ਬੇਸਡ ਇੱਕ NGO ਆ, ਇੱਕ ਕੰਸਰਨ ਵਾਈਲਡ ਲਾਈਫ ਇੱਕ ਆਇਰਿਸ਼ NGO ਆ, ਇਹਨਾਂ ਦੋਵਾਂ ਨਾਲ ਕੋਲੈਬੋਰੇਸ਼ਨ ਕਰਕੇ IFPRI ਇਹ ਡਾਟਾ ਕੈਲਕੂਲੇਟ ਕਰਦਾ ਹੈ
4 ਫੈਕਟਰਸ ਨੂੰ ਦੇਖਦਾ ਹੈ, ਅੰਡਰ ਨਿਊਰਿਸ਼ਮੈਂਟ, ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ ਤੇ ਚਾਈਲਡ ਮੋਰਟੈਲਿਟੀ। 0 ਨੰਬਰ ਮਤਲਬ ਕਿ ਤੁਹਾਡੇ ਦੇਸ਼ 'ਚ ਹੰਗਰ, ਭੁੱਖਮਰੀ ਬਹੁਤ ਨਿਮਨ ਲੈਵਲ ਤੇ ਆ, ਬਹੁਤ ਲੋ ਲੈਵਲ ਤੇ ਆ, ਤੇ 100 ਤੁਸੀਂ ਬਹੁਤ ਐਕਸਟ੍ਰੀਮਲੀ ਅਲਾਰਮਿੰਗ ਕੰਡੀਸ਼ਨਸ ਦੇ ਵਿੱਚ ਹੋ। ਸੋ ਇੰਡੀਆ ਦਾ ਸਟੇਟਸ ਕੀ ਆ, ਇੰਡੀਆ ਦਾ ਸਕੋਰ ਕੀ ਆ, ਇੰਡੀਆ ਦਾ ਰੈਂਕ ਕੀ ਆ, ਓਵਰਆਲ ਸਥਿਤੀ ਕੀ ਆ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਗੱਲ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਈ ਹੋਊਗੀ। ਨੈਕਸਟ, ਵਿਦਆਊਟ ਵੇਸਟਿੰਗ ਟਾਈਮ, ਹੁਣ ਗੱਲ ਕਰਦੇ ਹਾਂ SDG ਇੰਡੈਕਸ ਦੀ। ਸਭ ਤੋਂ ਪਹਿਲੀ ਗੱਲ, ਅੰਤਰਰਾਸ਼ਟਰੀ ਪੱਧਰ ਤੇ 2012 ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਠੀਕ ਆ, ਉਹਨੂੰ ਕਿਹਾ ਜਾਂਦਾ ਹੈ ਯੂਨਾਈਟਿਡ ਨੇਸ਼ਨਸ ਦੀ ਮੀਟਿੰਗ, ਜਿਹਦੇ 'ਚ ਸਸਟੇਨੇਬਲ ਡਿਵੈਲਪਮੈਂਟ ਗੋਲਸ ਦਾ ਟੀਚਾ ਫਿਕਸ ਕੀਤਾ ਗਿਆ ਸੀ। ਖੈਰ, ਉਹ ਜਿਹੜੀ ਮੀਟਿੰਗ ਸੀਗੀ 2012 'ਚ ਹੋਈ, ਉਹਦੇ 'ਚ ਉਹਨੂੰ Rio+20 ਦੀ ਮੀਟਿੰਗ ਵੀ ਕਿਹਾ ਜਾਂਦਾ। ਉੱਥੇ ਕਲਪਨਾ ਕੀਤੀ ਸੀ ਕਿ ਦੁਨੀਆ ਨੂੰ ਅਗਲੇ 15 ਸਾਲ ਵਾਸਤੇ 2015 ਤੋਂ ਲੈ ਕੇ 30 ਤੱਕ 27 ਵਿਕਾਸ ਟੀਚੇ ਦਿੱਤੇ ਜਾਣ, ਸਸਟੇਨੇਬਲ ਗੋਲਸ ਦਿੱਤੇ ਜਾਣ, ਜਿਹੜੇ ਆ ਟਾਰਗੇਟਸ ਦਿੱਤੇ ਜਾਣ, ਸਸਟੇਨੇਬਲ ਡਿਵੈਲਪਮੈਂਟ ਗੋਲਸ ਦਿੱਤੇ ਜਾਣ, ਤਾਂ ਕਿ ਸਾਰੇ ਜਾਣੇ ਉਹਨਾਂ ਟਾਰਗੇਟਸ ਨੂੰ ਪੂਰਾ ਕਰਨ, ਥੋੜਾ ਕਰਨ, ਜ਼ਿਆਦਾ ਕਰਨ, ਪੂਰਾ ਕੋਸ਼ਿਸ਼ ਕਰਨ ਦੀ। ਸੋ ਉਹ 17 ਟੀਚੇ ਹੈ ਕਿਹੜੇ ਆ, ਉਹਨਾਂ 17 ਟੀਚਿਆਂ 'ਚ ਸਭ ਤੋਂ ਇੰਪੋਰਟੈਂਟ ਗੱਲ ਆਹ ਲਓ ਜੀ, ਉਹ 17 ਟੀਚੇ ਹੈਗੇ ਆ। ਸਭ ਤੋਂ ਪਹਿਲਾ ਟੀਚਾ ਹੈ ਉਹਨਾਂ 'ਚ ਨੋ ਪਾਵਰਟੀ, ਦੂਜਾ ਹੈਗਾ ਹੈ ਜ਼ੀਰੋ ਹੰਗਰ। ਉੱਪਰਲੇ ਕਰੰਟ ਅਫੇਅਰ ਨਾਲ ਜੋੜ ਕੇ ਇਸ ਕਰੰਟ ਅਫੇਅਰ ਨੂੰ ਪੜ੍ਹਾ ਰਿਹਾ। ਗਲੋਬਲ ਹੰਗਰ ਇੰਡੈਕਸ ਜੋ ਸੂਚਕਾਂਕ ਜਾਰੀ ਕੀਤਾ ਜਾਂਦਾ ਹੈ, ਠੀਕ ਆ, ਵੈਲਥ ਹੰਗਰ ਲਾਈਫ ਦੁਆਰਾ, ਉਹ ਕਿਸ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ ਮੁਤਾਬਕ ਆ? ਉਹ ਹੈਗਾ ਜੀ SDG 2 ਦੇ ਮੁਤਾਬਕ। ਪੜ੍ਹੋ ਕੀ ਲਿਖਿਆ ਹੈ, ਜ਼ੀਰੋ ਹੰਗਰ, ਕਿ ਦੇਸ਼ ਦੁਨੀਆ 'ਚ ਭੁੱਖਮਰੀ ਨਹੀਂ ਰਹਿਣ ਦੇਣੀ। ਤੀਸਰਾ ਹੈਗਾ ਹੈ ਗੁੱਡ ਹੈਲਥ, ਚੌਥਾ ਹੈ ਕੁਆਲਿਟੀ। ਐਜੂਕੇਸ਼ਨ ਨਾਲ ਸੰਬੰਧਿਤ SDG ਗੋਲ ਕਿਹੜਾ ਹੈ, ਟਾਰਗੇਟ ਕਿਹੜਾ ਹੈ, SDG 4। ਇੱਕ SDG 14 ਪੜ੍ਹੋ, ਲਾਈਫ ਬਿਲੋ ਵਾਟਰ, ਮਤਲਬ ਸਮੁੰਦਰ ਨਾਲ ਸੰਬੰਧਿਤ ਆ ਕਿ ਅਸੀਂ ਸਮੁੰਦਰ ਵੀ ਸਾਫ਼ ਕਰਨੇ ਆ। ਤੁਸੀਂ ਕਹੋਗੇ ਮੈਂ 14 ਨੰਬਰ ਨੂੰ ਬੜਾ ਹਾਈਲਾਈਟ ਕੀਤਾ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਬੱਚੇ ਆ ਲਓ ਜੀ, ਕਹਿੰਦੇ ਜੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਇਹ ਗੱਲ ਤੁਰੀ ਤਾਂ ਭਾਰਤ 'ਚ ਇਹ ਗੱਲ ਨੀਤੀ ਆਯੋਗ ਨੂੰ ਸਮਝ ਆ ਗਈ, ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਨੀਤੀ ਆਯੋਗ ਬਾਰੇ ਤੁਸੀਂ ਸਾਰੇ ਜਾਣਦੇ ਹੋ, ਮੈਂ ਪਿਛਲੇ ਕਰੰਟ ਅਫੇਅਰਸ ਦੇ ਵਿੱਚ ਪੜ੍ਹਾ ਚੁੱਕਿਆ ਅਪਾਇੰਟਮੈਂਟਸ ਵਾਲੇ 'ਚ, ਕਿ ਬਈ ਇਹਦਾ ਚੇਅਰਪਰਸਨ ਕੌਣ ਹੁੰਦਾ ਹੈ, ਵਾਈਸ ਚੇਅਰਪਰਸਨ ਕੌਣ ਆ, ਇਹ ਕਿਵੇਂ ਦੀ ਇੱਕ ਸੰਸਥਾ ਹੈ, ਐਗਜ਼ੈਕਟਿਵ ਬੋਡੀ ਹੈ। ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਵੈਸੇ ਵੀ ਦੱਸ ਚੁੱਕਿਆ, ਠੀਕ ਆ। ਇਹ ਪਲੈਨਿੰਗ ਕਮਿਸ਼ਨ ਨੂੰ ਰਿਪਲੇਸ ਕਰਕੇ ਆਇਆ ਸੀ। ਅਸਲ ਦੇ ਵਿੱਚ ਭਾਰਤ ਦੇ ਵਿੱਚ ਇਹ ਇੱਕ ਪਾਲਿਸੀ ਥਿੰਕ ਟੈਂਕ ਆ, ਜਿਹੜਾ ਨੀਤੀਆਂ ਬਣਾਉਣ ਦਾ ਕੰਮ ਕਰਦਾ ਹੈ। ਇਹਨਾਂ ਨੇ ਕਿਹਾ ਕਿ ਅਸੀਂ ਫਿਰ ਇੰਡੀਆ ਦੇ ਵਿੱਚ ਆਪਸ ਦੇ ਵਿੱਚ ਸਟੇਟਾਂ ਦਾ ਕੰਪੀਟੀਸ਼ਨ ਕਰਵਾਵਾਂਗੇ, ਉਹਨਾਂ ਸਟੇਟਾਂ ਨੂੰ SDG ਗੋਲਸ ਦੇਵਾਂਗੇ, ਉਹ ਗੋਲਸ ਦੇ ਮੁਤਾਬਕ ਉਹਨਾਂ ਦੀ ਰੈਂਕਿੰਗ ਹੋਊਗੀ। ਬਸ ਇੱਕ ਗੋਲ ਨਹੀਂ ਦੇਵਾਂਗੇ, SDG 14। ਉਹਦੀ ਵਜ੍ਹਾ ਕਿਉਂਕਿ ਉਹ ਸਮੁੰਦਰ ਨਾਲ ਸੰਬੰਧਿਤ ਆ, ਉਹਦੇ ਤੋਂ ਬਿਨਾਂ 17 ਚੋਂ ਇੱਕ ਘਟਾ ਦਿਓ, 16 ਗੋਲਸ ਤੇ ਸਾਡੀਆਂ ਸਾਰੀਆਂ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਦਾ ਆਪਸ 'ਚ ਕੰਪੈਰੀਜ਼ਨ ਹੋਊਗਾ। ਤੇ ਇਹ ਕੰਪੈਰੀਜ਼ਨ ਦਾ ਟੂਲ ਤਿਆਰ ਕੀਤਾ ਹੈ ਨੀਤੀ ਆਯੋਗ ਨੇ, ਤੇ ਕਿਹਦੀਆਂ ਗਾਈਡਲਾਈਨਸ 'ਚ? ਉਹੀ SDG ਜਿਹੜੇ 17 ਦਿੱਤੇ ਆ UN ਨੇ, ਉਹਨਾਂ ਦੇ ਤਹਿਤ ਚੱਲਦੇ ਹੋਏ। ਹੁਣ ਜਦੋਂ ਸਾਰੀਆਂ ਇੰਡੀਆ ਦੀਆਂ ਸਟੇਟਸ ਦਾ ਸਕੋਰ ਆਇਆ, ਫਿਰ ਉਹਦੇ ਤੋਂ ਇੰਡੀਆ ਦਾ ਸਕੋਰ ਕੱਢਿਆ ਗਿਆ। ਨੀਤੀ ਆਯੋਗ ਇਹ ਦੱਸਣ 'ਚ ਸਫਲ ਹੋਇਆ ਕਿ 2018 'ਚ ਸਾਡਾ ਸਕੋਰ 57 ਸੀ, 19-20 ਤੱਕ ਪਹੁੰਚਦੇ 60 ਹੋ ਗਿਆ, 20-21 'ਚ 66 ਹੋ ਗਿਆ, ਉਸ ਤੋਂ ਬਾਅਦ ਹੋਣ ਵਾਲਾ ਇੰਡੈਕਸ ਆਇਆ ਹੈ ਤੇ ਇਹ ਸਕੋਰ 71 ਹੋ ਗਿਆ। ਓਵਰਆਲ ਇੰਡੀਆ ਦਾ ਸਕੋਰ ਵੀ ਇਸ ਟਾਈਮ 71 ਆ। ਹੁਣ ਓਬਵੀਅਸ ਜੀ ਗੱਲ ਆ, ਇੰਡੀਆ ਦਾ ਸਕੋਰ ਇਸ ਟਾਈਮ 71 ਆ, ਓਵਰਆਲ ਐਵਰੇਜ ਇੰਡੀਆ ਦਾ ਸਕੋਰ। ਹੁਣ ਇਹਦੇ ਮੁਤਾਬਕ ਕੁਝ ਸਟੇਟਾਂ ਐਵਰੇਜ ਸਕੋਰ ਤੋਂ ਥੱਲੇ ਆ, ਕੁਝ ਸਟੇਟਸ ਐਵਰੇਜ ਸਕੋਰ ਤੋਂ ਉੱਪਰ ਆ। ਹੁਣ ਗੱਲ ਕਰਦੇ ਆ, ਕਹਿੰਦੇ ਜੀ ਜਿਹੜੀਆਂ ਸਟੇਟਸ ਜਿਨ੍ਹਾਂ ਦਾ 0 ਤੋਂ ਲੈ ਕੇ 49 ਤੱਕ ਸਕੋਰ ਆ, ਉਹਨਾਂ ਨੂੰ ਕਿਹਾ ਜਾਂਦਾ ਐਸਪੀਰੈਂਟ ਸਟੇਟਸ, ਬਹੁਤ ਪਿਛੜੀਆਂ ਹੋਈਆਂ। ਜਿਹੜੀਆਂ 50 ਤੋਂ ਲੈ ਕੇ 64 ਤੱਕ ਆ, ਉਹ ਪਰਫਾਰਮਰਸ ਨੇ। ਜਿਹੜੀਆਂ 65 ਤੋਂ ਲੈ ਕੇ 99 ਤੱਕ ਸਕੋਰ ਲੈ ਰਹੀਆਂ ਨੇ, ਉਹ ਫਰੰਟ ਰਨਰਸ ਨੇ। ਜਿਹੜੀ ਸਟੇਟ ਦਾ 100 ਸਕੋਰ ਆ, ਉਹ ਅਚੀਵਰ ਆ। ਕੋਈ ਸਟੇਟ ਵੀ ਅਚੀਵਰ ਨਹੀਂ ਗੀ। ਜੇ ਗੱਲ ਕਰੀਏ ਟੌਪ ਪਰਫਾਰਮਰ ਦੀ, ਤਾਂ ਟੌਪ ਪਰਫਾਰਮਰ ਕੇਰਲਾ ਤੇ ਉੱਤਰਾਖੰਡ ਆ, ਜਿਨ੍ਹਾਂ ਨੇ ਦੋਵਾਂ ਨੇ 79 ਸਕੋਰ ਹਾਸਲ ਕੀਤਾ ਤੇ ਪਹਿਲੇ ਨੰਬਰ ਤੇ ਆ। ਉਹਦੇ ਤੋਂ ਬਾਅਦ ਇੱਕ ਸਟੇਟ ਹਿਮਾਚਲ ਆ, ਤੇ ਪੰਜਾਬ ਤੇ ਹਰਿਆਣਾ, ਇਹਨਾਂ ਨੂੰ ਕ੍ਰਮਵਾਰ ਚੌਥਾ, ਪੰਜਵਾਂ ਤੇ 13ਵਾਂ ਰੈਂਕ ਮਿਲਿਆ ਹੈ। ਇਹ ਮੈਂ ਪੰਜਾਬ ਤੇ ਪੰਜਾਬ ਦੀਆਂ ਨੀਅਰ ਬਾਏ ਸਟੇਟਸ ਕੰਪੇਅਰ ਕਰ ਲਈਆਂ। ਇਟ ਮੀਨਸ ਪੰਜਾਬ ਵੀ ਫਰੰਟ ਰਨਰ ਸਟੇਟ ਹੈ ਇਹਦੇ 'ਚ, ਠੀਕ ਹੈ, ਕਿਉਂਕਿ ਪੰਜਾਬ ਦਾ ਸਕੋਰ ਕਿੰਨਾ ਹੈ, 76। ਲੋਐਸਟ ਪਰਫਾਰਮਰਸ ਦੇ ਵਿੱਚ ਆਉਂਦੀ ਆ ਬਿਹਾਰ, ਜਿਹੜੀ ਕਿ 57, ਫਿਰ ਉਸ ਤੋਂ ਉੱਪਰ ਝਾਰਖੰਡ, ਤੇ ਜਿਨ੍ਹਾਂ ਦੇ ਪੁਆਇੰਟ ਆਲਮੋਸਟ 62 ਆ। ਥੋੜਾ ਜਿਹਾ ਹੋਰ ਕੰਪੈਰੀਜ਼ਨ ਕਰ ਲੈਂਦੇ ਆ ਇੱਕ ਫੋਟੋ ਦੇ ਵਿੱਚ। ਪਹਿਲੀ ਗੱਲ ਤਾਂ ਆਹ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਤੁਹਾਡੇ ਯਾਦ ਹੋਣੇ ਚਾਹੀਦੇ ਆ ਕਿ ਜ਼ੀਰੋ ਹੰਗਰ ਕਿਹੜਾ SDG ਆ, ਨੋ ਪਾਵਰਟੀ ਕਿਹੜਾ SDG ਆ, ਗੁੱਡ ਹੈਲਥ,
ਕੁਆਲਿਟੀ ਐਜੂਕੇਸ਼ਨ, ਜੈਂਡਰ ਇਕੁਐਲਿਟੀ, ਕਲੀਨ ਵਾਟਰ ਤੇ ਸਾਰਿਆਂ ਨੂੰ ਅਫੋਰਡੇਬਲ ਐਂਡ ਕਲੀਨ એનર્ਜੀ, ਠੀਕ ਹੈ, ਡੀਸੈਂਟ ਵਰਕ, ਇੰਡਸਟਰੀ, ਰਿਡਿਊਸਡ ਇਨਇਕੁਐਲਿਟੀ, ਸਸਟੇਨੇਬਲ ਸਿਟੀਜ਼, ਰਿਸਪੌਂਸਿਬਲ ਕੰਜ਼ੰਪਸ਼ਨ, ਕਲਾਈਮੇਟ ਐਕਸ਼ਨ, ਲਾਈਫ ਬਿਲੋ ਵਾਟਰ, ਲਾਈਫ ਔਨ ਲੈਂਡ, ਪੀਸ, ਜਸਟਿਸ, ਪਾਰਟਨਰਸ਼ਿਪ ਫॉर ਦੀ ਗੋਲ, ਆਪਸ 'ਚ ਇਹਨਾਂ ਦਾ ਸਾਰਿਆਂ ਦਾ ਸਮਝੌਤਾ, ਠੀਕ ਹੈ। ਹਾਂ, ਸਭ ਤੋਂ ਇੰਪੋਰਟੈਂਟ ਗੱਲ, ਆ ਸਾਰੀਆਂ ਸਟੇਟਸ ਦੀ ਪੋਜੀਸ਼ਨ ਆ। ਜੇ ਕੋਈ ਮੈਨੂੰ ਕਵੇ ਕਿ ਕੁਝ ਪਹਿਲੀਆਂ ਸਟੇਟਸ ਦੀ ਪੋਜੀਸ਼ਨ ਨੂੰ ਥੋੜਾ ਜਿਹਾ ਕਲੀਅਰ ਕੀਤਾ ਜਾਵੇ, ਉੱਤਰਾਖੰਡ ਤੇ ਕੇਰਲਾ ਜਿਨ੍ਹਾਂ ਦੇ 79 ਮਾਰਕਸ ਨੇ, ਇਹ ਇੰਡੀਆ ਦੇ ਟਾਰਗੇਟ 71 ਤੋਂ ਕੁਝ ਉੱਪਰ ਨੇ, ਠੀਕ ਆ। ਇੰਡੀਆ ਦੇ ਮਾਰਕਸ 72 ਆ ਸ਼ਾਇਦ, ਇੰਡੀਆ ਦੇ ਉਸ ਤੋਂ 7 ਉੱਪਰ ਆ। ਪੰਜਾਬ 6ਵੇਂ ਨੰਬਰ ਤੇ ਆ, ਵੈਸੇ 6ਵੇਂ ਤੇ ਨਹੀਂ 5ਵੇਂ ਤੇ। ਉਹਦੀ ਵਜ੍ਹਾ ਕੀ ਆ? ਆ ਪਹਿਲੇ ਨੰਬਰ ਤੇ ਆ ਤਾਮਿਲਨਾਡੂ ਦੂਜੇ ਤੇ, ਤੀਜੇ ਤੇ ਗੋਆ, ਚੌਥੇ ਤੇ ਹਿਮਾਚਲ, 5ਵੇਂ ਤੇ ਪੰਜਾਬ। ਇਸੇ ਤਰੀਕੇ ਨਾਲ ਪਿੱਛੇ ਜੇ ਹਰਿਆਣਾ ਹੈ, ਸੋ ਹਰਿਆਣੇ ਦਾ ਸਕੋਰ ਹੈਗਾ ਬੇਸਿਕਲੀ 72 ਤੇ ਪੰਜਾਬ ਦਾ ਸਕੋਰ ਹੈਗਾ 76। ਪਹਿਲੀ ਗੱਲ, ਪੰਜਾਬ ਐਵਰੇਜ ਜਾਂ ਨੈਸ਼ਨਲ ਸਕੋਰ ਤੋਂ ਉੱਪਰ ਆ। SDG ਗੋਲਸ ਦੀ ਸਾਰਿਆਂ ਦੀ ਐਵਰੇਜ ਕੱਢੀ ਗਈ ਹੈ, ਠੀਕ ਆ। ਉਮੀਦ ਕਰਦਾ ਕਿ ਇਸ ਇੰਡੈਕਸ ਤੋਂ ਤੁਹਾਡੇ ਕਾਫੀ ਕਨਸੈਪਟ ਕਲੀਅਰ ਹੋ ਗਏ ਹੋਣਗੇ। ਨੈਕਸਟ ਉਸ ਤੋਂ ਬਾਅਦ ਚੱਲਦੇ ਹਾਂ ਜੀ ਕੰਟੇਨਰ ਪੋਰਟ ਪਰਫਾਰਮੈਂਸ ਇੰਡੈਕਸ। ਦੇਖੋ, ਹਰ ਦੇਸ਼ ਜਿਹੜਾ ਹੈ ਉਹਦੀਆਂ ਬੰਦਰਗਾਹਾਂ ਬਹੁਤ ਅਹਿਮ ਰੋਲ ਅਦਾ ਕਰਦੀਆਂ। ਇਹਨਾਂ ਬੰਦਰਗਾਹਾਂ ਦਾ ਕਨਸੈਪਟ ਆ, ਇੰਡੀਆ ਦੀਆਂ ਕੁਝ ਬੰਦਰਗਾਹਾਂ ਇੱਥੋਂ ਸ਼ੁਰੂ ਹੋ ਜਾਂਦੀਆਂ, ਠੀਕ ਆ। ਸੋ ਇੰਡੀਆ ਦਾ ਉਹ ਪਾਰਟ ਆ ਜਿਹੜਾ ਸਮੁੰਦਰ ਦੇ ਨਾਲ ਲੱਗਦਾ ਹੈ। ਇਹ ਸਾਰੀਆਂ ਸਟੇਟਸ ਲਿਟੋਰਲ ਸਟੇਟਸ ਨੇ, ਸਮੁੰਦਰੀ ਤੱਟ ਨਾਲ ਲੱਗਣ ਵਾਲੀਆਂ ਸਟੇਟਸ। ਇੰਡੀਆ ਨੇ ਇੱਥੇ ਆਪਣੀਆਂ ਬੰਦਰਗਾਹਾਂ ਬਣਾਈਆਂ ਤੇ ਵਕਤ ਦੇ ਨਾਲ ਇੰਡੀਆ ਇੱਕ ਪ੍ਰੋਗਰਾਮ ਲਾਂਚ ਕਰਦਾ ਹੈ, ਸਾਗਰਮਾਲਾ ਪ੍ਰੋਜੈਕਟ। ਇਹਦੇ ਤਹਿਤ ਅਸੀਂ ਆਪਣੀਆਂ ਬੰਦਰਗਾਹਾਂ ਨੂੰ ਕਨੈਕਟੀਵਿਟੀ ਦਿੰਦੇ ਹਾਂ ਤੇ ਇੰਟੀਰੀਅਰ ਆਫ ਇੰਡੀਆ, ਭਾਰਤ ਦੇ ਅੰਦਰੂਨ ਨਾਲ ਜੋੜਦੇ ਹਾਂ, ਤਾਂ ਕਿ ਉੱਥੋਂ ਲੌਜਿਸਟਿਕ ਢੋਆ ਢਵਾਈ ਜਿਹੜੀ ਆ ਉਹ ਸਮੁੰਦਰ ਤੱਕ ਪਹੁੰਚ ਸਕੇ। ਇਹ ਬੇਸਿਕ ਕਨਸੈਪਟ ਆ। ਹੁਣ ਇੰਡੀਆ ਦੀਆਂ ਬੰਦਰਗਾਹਾਂ ਵਰਲਡ ਲੈਵਲ ਤੇ ਕਿਸ ਪੋਜੀਸ਼ਨ 'ਚ ਨੇ, ਕਿਸ ਤਰੀਕੇ ਨਾਲ ਉਹਨਾਂ ਦੀ ਟਰਾਂਸਸ਼ਿਪਮੈਂਟ ਹੋ ਸਕਦੀ ਆ। ਟਰਾਂਸਸ਼ਿਪਮੈਂਟ ਦਾ ਮਤਲਬ ਆ ਕਿ ਜੇ ਕੋਈ ਵੱਡਾ ਜਹਾਜ਼ ਉੱਥੇ ਆਵੇ, ਉੱਥੇ ਕੀ ਇਹ ਫੈਸਿਲਿਟੀ ਹੈਗੀ ਆ ਕਿ ਉੱਥੋਂ ਛੋਟੇ ਜਹਾਜ਼ਾਂ 'ਚ ਜਲਦੀ ਟੈਕਨੋਲੋਜੀ ਨਾਲ ਸਮਾਨ ਉਤਾਰ ਕੇ ਉੱਥੋਂ ਕਿਤੇ ਹੋਰ ਭੇਜਿਆ ਜਾ ਸਕੇ, ਜਾਂ ਇਹ ਬੰਦਰਗਾਹਾਂ ਕਿੰਨੀਆਂ ਕੁ ਡੂੰਘੀਆਂ ਨੇ, ਇੱਥੇ ਕਿੰਨਾ ਕੁ ਲੌਜਿਸਟਿਕ ਆ ਸਕਦਾ ਹੈ, ਇੱਥੇ ਟੈਕਨੋਲੋਜੀ ਕਿੰਨੀ ਕੁ ਐਡਵਾਂਸ ਆ। ਸੋ ਇਸ ਬਿਹਾਫ ਤੇ ਕੰਟੇਨਰ ਪੋਰਟ ਪਰਫਾਰਮੈਂਸ ਇੰਡੈਕਸ ਕੀ ਕੰਟੇਨਰਸ ਦੀ ਢੋਆ ਢਵਾਈ ਨੂੰ, ਲੌਜਿਸਟਿਕ ਨੂੰ ਲੈ ਕੇ ਕਿਹੜੀ ਪੋਰਟ ਕਿੰਨਾ ਵਧੀਆ ਪਰਫਾਰਮ ਕਰ ਰਹੀ ਆ, ਇਸ ਇੰਡੈਕਸ ਨੂੰ S&P ਸਟੈਂਡਰਡ ਐਂਡ ਪੂਅਰ ਵਾਲਿਆਂ ਨੇ ਤੇ ਵਰਲਡ ਬੈਂਕ ਨੇ ਮਿਲ ਕੇ ਤਿਆਰ ਕੀਤਾ ਹੈ। ਇਹਦੇ 'ਚ ਵਿਸ਼ਵ ਪੱਧਰ ਤੇ 405 ਬੰਦਰਗਾਹਾਂ ਨੂੰ ਚੈੱਕ ਕੀਤਾ ਗਿਆ ਹੈ। ਸੋ ਇਹਦੇ 'ਚ ਸਭ ਤੋਂ ਵੱਧ ਯਾਂਗਸ਼ਾਨ ਪੋਰਟ ਇਨ ਚਾਈਨਾ, ਉਸ ਤੋਂ ਬਾਅਦ ਪੋਰਟ ਆਫ ਸਲਸਲਾ ਓਮਾਨ, ਇਹਨਾਂ ਨੇ ਸਭ ਤੋਂ ਬੈਸਟ ਪਰਫਾਰਮ ਕੀਤਾ ਹੈ। ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੀ ਜਿਹੜੀ ਵਿਸ਼ਾਖਾਪਟਨਮ ਪੋਰਟ ਆ ਉਹ ਪਹਿਲੀ ਵਾਰ 19 ਰੈਂਕ ਤੇ ਆਈ ਆ, ਸੋ ਇਹਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ। ਇੱਕ ਮੁੰਦਰਾ ਪੋਰਟ ਗੁਜਰਾਤ ਦੇ ਵਿੱਚ ਪ੍ਰਾਈਵੇਟ ਪੋਰਟ ਆ ਇੰਡੀਆ ਦੀ, ਉਹਨੇ ਬਹੁਤ ਅੱਛਾ ਪਰਫਾਰਮ ਕੀਤਾ। ਸੋ ਇੰਡੀਆ ਦੀਆਂ 2 ਪੋਰਟਸ ਇਹਦੇ 'ਚ ਰਿਫਲੈਕਟ ਹੋਈਆਂ। ਇਹ ਤਾਂ ਕਰੰਟ ਅਫੇਅਰ ਹੋ ਗਿਆ। ਥੋੜਾ ਜਿਹਾ ਇੰਡੀਆ ਦੀਆਂ ਬੰਦਰਗਾਹਾਂ ਬਾਰੇ ਗੱਲ ਕਰ ਲੈਂਦੇ ਆ ਜੋ ਪੇਪਰ 'ਚ ਆ ਸਕਦਾ ਹੈ। ਮੇਜਰ ਤੌਰ ਤੇ ਇੰਡੀਆ 'ਚ ਪੋਰਟਸ 2 ਪ੍ਰਕਾਰ ਦੀਆਂ ਨੇ। 13 ਬੰਦਰਗਾਹਾਂ ਤੇ ਇੰਡੀਆ ਦੀਆਂ ਉਹ ਨੇ ਜਿਹੜੀਆਂ ਮੇਜਰ ਪੋਰਟਸ ਨੇ, ਤੇ ਬਾਕੀ ਮਾਈਨਰ ਪੋਰਟਸ ਨੇ, ਮਾਈਨਰ ਜਾਂ ਪ੍ਰਾਈਵੇਟ ਪੋਰਟ। ਜਿਵੇਂ ਇੰਡੀਆ ਦੀ ਕੇਰਲਾ ਦੇ ਵਿੱਚ ਇੱਕ ਬੜੀ ਮਸ਼ਹੂਰ ਪ੍ਰਾਈਵੇਟ ਪੋਰਟ ਆ, ਠੀਕ ਆ, ਉਸ ਪੋਰਟ ਦਾ ਨਾਮ ਆ ਵਿਜੀਜਮ ਪੋਰਟ। ਉਹ ਕਹਿ ਲਓ ਕਿ ਆਪਣੇ ਪ੍ਰਾਈਵੇਟ ਪੋਰਟ ਆ ਤੇ ਉਹ ਇੰਡੀਆ ਦੀ ਸਭ ਤੋਂ ਪਹਿਲੀ ਡਿਵੈਲਪ ਕੀਤੀ ਜਾ ਰਹੀ ਟਰਾਂਸਸ਼ਿਪਮੈਂਟ ਪੋਰਟ ਆ, ਠੀਕ ਆ। ਸੋ ਅਡਾਨੀ ਗਰੁੱਪ ਦੁਆਰਾ ਉਸ ਪੋਰਟ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ, ਅਡਾਨੀ ਗਰੁੱਪ ਦੁਆਰਾ ਵਿਜੀਜਮ। ਉਹ ਇੰਡੀਆ ਦੀ ਪਹਿਲੀ ਟਰਾਂਸਸ਼ਿਪਮੈਂਟ ਪੋਰਟ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਸੀਂ ਇੱਥੇ ਅੰਡੇਮਾਨ ਨਿਕੋਬਾਰ 'ਚ ਵੀ ਆਪਣੀ ਟਰਾਂਸਸ਼ਿਪਮੈਂਟ ਪੋਰਟ ਡਿਵੈਲਪ ਕਰਾਂਗੇ। ਟਰਾਂਸਸ਼ਿਪਮੈਂਟ ਪੋਰਟ ਦਾ ਮਤਲਬ ਆ ਇੱਥੇ ਵੱਡਾ ਜਹਾਜ਼ ਕੰਟੇਨਰਸ ਦਾ ਭਰਿਆ ਆਵੇ, ਉੱਥੋਂ ਐਡੀ ਟੈਕਨੋਲੋਜੀ ਹੋਵੇ ਕਿ ਉੱਥੋਂ ਛੋਟੇ ਜਹਾਜ਼ਾਂ 'ਚ, ਕਿਉਂਕਿ ਕਈ ਵਾਰੀ ਕੀ ਹੁੰਦਾ ਪਿੱਛੋਂ ਸਮਾਨ ਭਰ ਕੇ ਆਉਂਦਾ ਹੈ ਤੇ ਵੱਡੇ ਜਹਾਜ਼ ਨੇ ਅੱਗੇ ਲੰਘਣਾ ਹੁੰਦਾ ਹੈ ਤੇ ਉਹਦੇ 'ਚ 20 ਕੰਟੇਨਰ ਕਿਸੇ ਹੋਰ ਦੇਸ਼ ਦੇ ਹੁੰਦੇ ਆ ਜਿਹੜਾ ਪਰਾਂ ਨੂੰ ਹੋਵੇ। ਇਸ ਕਰਕੇ ਉੱਥੇ ਇਹ ਟੈਕਨੋਲੋਜੀ ਹੋਵੇ ਕਿ ਉੱਥੋਂ 20 ਕੰਟੇਨਰ ਲਾ ਕੇ ਛੋਟੇ ਜਹਾਜ਼ 'ਚ ਰੱਖ ਕੇ ਕਿਤੇ ਹੋਰ ਭੇਜੇ ਜਾਣ। ਜਿੱਥੇ ਇਹੋ ਜਿਹੀ ਫੈਸਿਲਿਟੀ ਹੋਊਗੀ ਉਹ ਪੋਰਟ, ਨੈਚੁਰਲ ਜੀ ਗੱਲ ਆ, ਜ਼ਿਆਦਾ ਵਧੀਆ ਗਰੋ ਕਰੂਗੀ। ਇੰਡੀਆ ਦੀ ਸਭ ਤੋਂ ਇੱਧਰ ਇੱਕ ਪੋਰਟ ਆ ਕਾਂਡਲਾ ਪੋਰਟ। ਜਦੋਂ ਪਾਕਿਸਤਾਨ ਅੱਡ ਹੋਇਆ ਕਰਾਚੀ, ਤਾਂ ਅਸੀਂ ਕਾਂਡਲਾ ਪੋਰਟ ਬਣਾਈ, ਫਿਰ ਅਸੀਂ ਇਹਦਾ ਨਾਮ ਰੱਖਿਆ ਦੀਨ ਦਿਆਲ ਉਪਾਧਿਆਏ ਪੋਰਟ। ਇਹਨੂੰ ਚਾਈਲਡ ਆਫ ਪਾਰਟੀਸ਼ਨ ਕਿਹਾ ਜਾਂਦਾ ਹੈ ਕਿ ਬਈ ਪਾਰਟੀਸ਼ਨ ਤੋਂ ਬਾਅਦ ਸਾਨੂੰ ਬਣਾਉਣੀ ਪਈ। ਫਿਰ ਇੱਕ ਸਾਡੀ ਪੋਰਟ ਆ ਬੰਬਈ ਪੋਰਟ ਸਾਡੀ ਜਿਹੜੀ ਸੀ, ਉਹਦੇ ਤੇ ਇੰਨਾ ਵਰਕਲੋਡ ਵੱਧ ਗਿਆ,
ਫਿਰ ਅਸੀਂ ਇੱਕ ਪਿੰਡ ਸੀ ਬੰਬਈ ਦੇ ਨੇੜੇ ਨਵਾਂ ਸ਼ੇਰਾ, ਉੱਥੇ ਬਣਾਈ ਜਵਾਹਰ ਲਾਲ ਨਹਿਰੂ ਪੋਰਟ। ਇਹਨੂੰ ਅਸੀਂ ਲੈਂਡਲੋਰਡ ਮਾਡਲ, ਠੇਕੇ ਦੇ ਆਧਾਰਿਤ ਮਾਡਲ ਤੇ ਬਣਾ ਕੇ ਦੇਖਿਆ। ਇਹ ਸਾਡੀ ਇੰਡੀਆ ਦੀ ਸਭ ਤੋਂ ਵੱਡੀ ਆਰਟੀਫਿਸ਼ੀਅਲ ਪੋਰਟ ਆ, ਜਿਹੜੀ ਅਸੀਂ ਕੁਦਰਤੀ ਨਹੀਂ ਗੀ, ਇਹ ਕੋਈ ਹਾਰਬਰ ਨਹੀਂ ਸੀਗਾ, ਇਹਨੂੰ ਖੁਦ ਇੱਥੇ ਪਾਣੀ ਨੂੰ ਡੂੰਘਾ ਕਰਕੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਸਾਡੀ ਗੋਆ ਦੇ ਵਿੱਚ ਵਾਸਕੋ ਆਈਲੈਂਡ ਤੇ ਬਣੀ ਹੋਈ ਮਰਮੇਗਾਓ ਪੋਰਟ ਬੜੀ ਮਸ਼ਹੂਰ ਆ। ਉਸ ਤੋਂ ਬਾਅਦ ਨਿਊ ਮੈਂਗਲੋਰ, ਠੀਕ ਹੈ, ਉਹ ਕਰਨਾਟਕਾ ਦੇ ਵਿੱਚ ਪੋਰਟ ਆ। ਫਿਰ ਉਸ ਤੋਂ ਬਾਅਦ ਅੱਗੇ ਆ ਗਈ ਆਪਣੇ ਕੋਲ ਕੋਚੀ ਪੋਰਟ। ਕੇਰਲਾ ਦੇ ਵਿੱਚ ਇੱਕ ਆਈਲੈਂਡ ਆ, ਦੈਟ ਇਜ਼ ਵਲਿੰਗਟਨ ਆਈਲੈਂਡ, ਉਹਦੇ ਦੇ ਨੇੜੇ ਅਸੀਂ ਇੱਕ ਪੋਰਟ ਡਿਵੈਲਪ ਕੀਤੀ ਹੈ, ਕੋਚੀ ਪੋਰਟ। ਉਸ ਤੋਂ ਬਾਅਦ ਇੰਡੀਆ ਦੀ ਸਭ ਤੋਂ ਥੱਲੜੀ ਪੋਰਟ ਵੀਓ ਚਿਦੰਬਰਮ ਪੋਰਟ। ਵੀਓ ਚਿਦੰਬਰਮ ਇੱਕ ਫਰੀडम ਸਟਰਗਲਰ ਹੋਏ ਆ 1900 ਤੋਂ ਬਾਅਦ। ਕਮੈਂਟ ਕਰਕੇ ਦੱਸੋ ਕਿ ਇਹਨਾਂ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਕੀ ਯੋਗਦਾਨ ਆ। ਵੀਓ ਚਿਦੰਬਰਮ ਮੋਸਟ ਇੰਪੋਰਟੈਂਟ ਇਹਨਾਂ ਦੇ ਨਾਂ ਤੇ। ਇਸ ਤੋਂ ਉੱਪਰ ਤਾਮਿਲਨਾਡੂ 'ਚ ਚੇਨਈ ਪੋਰਟ, ਇਸ ਤੋਂ ਉੱਪਰ ਕਮਰਰਜਰ ਪੋਰਟ। ਇੰਡੀਆ ਦੀ ਪਹਿਲੀ ਕਾਰਪੋਰੇਟ ਮਾਡਲ ਤੇ ਆਧਾਰਿਤ ਬੰਦਰਗਾਹ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਸਾਡੀ ਇੱਕ ਪੋਰਟ ਆ ਵਿਸ਼ਾਖਾਪਟਨਮ। ਦੇਖੋ ਵਿਸ਼ਾਖਾਪਟਨਮ ਪੋਰਟ ਦੀ ਖਾਸੀਅਤ ਸੁਣੋ, ਇਹ ਇੰਡੀਆ ਦੀ ਸਭ ਤੋਂ ਡੀਪੈਸਟ ਪੋਰਟ ਨਹੀਂ ਗੀ। ਤੁਸੀਂ ਮੈਨੂੰ ਸਰਚ ਕਰਕੇ ਦੱਸੋ ਕਿ ਇੰਡੀਆ ਦੀ ਸਭ ਤੋਂ ਡੀਪੈਸਟ ਪੋਰਟ ਕਿਹੜੀ ਹੈ, ਉਹ ਵੀ ਆਂਧਰਾ ਪ੍ਰਦੇਸ਼ 'ਚ। ਪਰ ਉਹ ਖਬਰਾਂ 'ਚ ਕਿਉਂ ਨਹੀਂ ਰਹਿੰਦੀ, ਉਹਦੀ ਵਜ੍ਹਾ ਇਹ ਆ ਬਿਕੋਜ਼ ਉਹ ਇਹਨਾਂ 13 ਮੇਜਰ ਪੋਰਟਸ ਦੇ ਵਿੱਚੋਂ ਨਹੀਂ ਆਉਂਦੀ। ਮੇਜਰ ਪੋਰਟਸ ਉਹ ਬੰਦਰਗਾਹਾਂ ਜਿਨ੍ਹਾਂ ਨੂੰ ਭਾਰਤ ਸਰਕਾਰ ਕੰਟਰੋਲ ਕਰਦੀ ਆ, ਉਹ ਮੇਜਰ ਨਹੀਂ ਗੀ। ਪਰ ਜੇ ਪੁੱਛਿਆ ਜਾਵੇ ਇੰਡੀਆ ਦੀ ਡੀਪੈਸਟ, ਇੰਡੀਆ ਦੀ ਸਭ ਤੋਂ ਡੂੰਘੀ ਮੇਜਰ ਪੋਰਟ ਕਿਹੜੀ ਆ, ਉਹ ਵਿਸ਼ਾਖਾਪਟਨਮ ਆ। ਉਸ ਤੋਂ ਉੱਪਰ ਉੜੀਸਾ ਦੀ ਪਰਾਦੀਪ, ਉਸ ਤੋਂ ਉੱਪਰ ਵੈਸਟ ਬੰਗਾਲ ਦੇ ਵਿੱਚ ਕੋਲਕਾਤਾ, ਜਿਹਨੂੰ ਕੋਲਕਾਤਾ ਪੋਰਟ ਵੀ ਕਿਹਾ ਜਾਂਦਾ ਹੈ ਤੇ ਹਲਦੀਆ ਪੋਰਟ ਵੀ ਕਿਹਾ ਜਾਂਦਾ ਹੈ। ਇਹ ਅੰਦਰ ਜਾ ਕੇ ਦਰਿਆ ਦੇ ਅੰਦਰ ਆ, ਹੁਗਲੀ ਦਰਿਆ ਦੇ ਅੰਦਰ ਆ। ਇਹ ਇੰਡੀਆ ਦੀ ਇੱਕ ਅਜਿਹੀ ਪੋਰਟ ਆ ਜਿਹਨੂੰ ਸਮੁੰਦਰ 'ਚ ਨਾ ਬਣਾ ਕੇ ਪਾਣੀ ਡੂੰਘਾ ਹੋਣ ਕਰਕੇ ਅੰਦਰ ਦਰਿਆ 'ਚ ਬਣਾਇਆ ਗਿਆ। ਇਟ ਇਜ਼ ਓਨਲੀ ਰਿਵਰਾਈਨ ਪੋਰਟ ਆਫ ਇੰਡੀਆ, ਦਰਿਆਈ ਬੰਦਰਗਾਹ ਇੱਕ। ਐਂਡ ਇਹਦਾ ਨਾਮ ਸ਼ਾਮਾ ਪ੍ਰਸਾਦ ਮੁਖਰਜੀ ਦੇ ਨਾਂ ਤੇ ਰੱਖਿਆ ਗਿਆ। 1 2 3 4 5 6 7 8 9 10 11 ਤੇ 12। ਇਸ JNPT ਦਾ ਵਰਕਲੋਡ ਵਧਣ ਕਰਕੇ 13ਵੀਂ ਬੰਦਰਗਾਹ ਇੱਥੇ ਬਣਾਈ ਜਾ ਰਹੀ ਆ, ਵਾਧਵਨ ਬੰਦਰਗਾਹ। ਵਾਧਾਨ ਬੰਦਰਗਾਹ ਜਿਹੜੀ ਆ ਉਹ ਭਾਰਤ ਦੀ, ਵਾਧਵਨ ਬੰਦਰਗਾਹ ਉਹ ਭਾਰਤ ਦੀ 13ਵੀਂ ਮੇਜਰ ਪੋਰਟ ਆ ਹੁਣ। ਸੋ ਮੈਂ ਜਿੰਨੀਆਂ ਇੰਡੀਆ ਦੀਆਂ ਮੇਜਰ ਪੋਰਟਸ ਆ ਉਹਨਾਂ ਬਾਰੇ ਫੈਕਟ ਦੱਸਦੇ। ਇੱਕ ਕੇਰਲਾ ਦੇ ਵਿੱਚ ਇੰਡੀਆ ਦੀ ਪਹਿਲੀ ਟਰਾਂਸਸ਼ਿਪਮੈਂਟ ਪੋਰਟ, ਉਹ ਵੀ ਮੇਜਰ ਨਹੀਂ ਗੀ ਪਰ ਉਹ ਇੰਪੋਰਟੈਂਟ ਆ, ਉਹਦੇ ਬਾਰੇ ਦੱਸਦਾ। ਤੇ ਇੱਕ ਮੈਂ ਤੁਹਾਨੂੰ ਦੱਸਦਾ ਕਿ ਇੰਡੀਆ ਦੀ ਸਭ ਤੋਂ ਡੂੰਘੀ ਡੀਪੈਸਟ ਪੋਰਟ ਕਿਹੜੀ ਆ, ਉਹ ਵਿਸ਼ਾਖਾਪਟਨਮ ਨਹੀਂ ਗੀ, ਉਹ ਆਂਧਰਾ ਪ੍ਰਦੇਸ਼ 'ਚ ਦੂਜੀ ਆ। ਤੁਸੀਂ ਇਹ ਦੋਵੇਂ ਫੈਕਟਸ ਸਰਚ ਕਰਨੇ ਆ। ਬਾਕੀ ਸਾਰੀਆਂ ਪੋਰਟਸ ਬਾਰੇ ਜਿੰਨੇ ਇੰਪੋਰਟੈਂਟ ਫੈਕਟ ਆ ਕਿ ਇੰਡੀਆ ਦੀ ਕਾਰਪੋਰੇਟ ਮਾਡਲ ਤੇ ਕਿਹੜੀ ਪੋਰਟ ਬਣੀ, ਲੈਂਡਲੋਰਡ ਮਾਡਲ ਤੇ ਕਿਹੜੀ ਪੋਰਟ ਬਣੀ, ਕਿਹੜੀ ਪੋਰਟ ਨੂੰ ਚਾਈਲਡ ਆਫ ਪਾਰਟੀਸ਼ਨ ਕਿਹਾ ਜਾਂਦਾ ਹੈ, ਕਿਹੜੀ ਇੰਡੀਆ ਦੀ ਸਭ ਤੋਂ ਵੱਡੀ ਆਰਟੀਫਿਸ਼ੀਅਲ ਪੋਰਟ ਆ, ਕਿਹੜੀ ਇੰਡੀਆ ਦੀ ਸਭ ਤੋਂ ਡੀਪੈਸਟ ਮੇਜਰ ਪੋਰਟ ਆ, ਕਿਹੜੀ ਪੋਰਟ ਦਾ ਓਨਲੀ ਰਿਵਰਾਈਨ ਪੋਰਟ ਆਫ ਇੰਡੀਆ ਹੈ, ਇੰਡੀਆ ਦੀ ਸਭ ਤੋਂ ਸਦਰਨ ਮੋਸਟ, ਸਭ ਤੋਂ ਨਿਚਲੀ ਬੰਦਰਗਾਹ ਕਿਹੜੀ ਹੈ। ਸੋ ਇਹ ਆਲਮੋਸਟ ਮੈਂ ਹਰ ਗੱਲ ਕਲੀਅਰ ਕਰਤੀ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਗਲੋਬਲ ਪੀਸ ਇੰਡੈਕਸ। ਅੰਤਰਰਾਸ਼ਟਰੀ ਸੰਸਥਾ ਹੈ ਇੰਸਟੀਟਿਊਟ ਆਫ ਇਕਨੋਮਿਕਸ ਐਂਡ ਪੀਸ, ਉਹਨਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਹ ਦੇਖਦੇ ਆ ਕਿ ਕਿਸੇ ਦੇਸ਼ 'ਚ ਸੇਫਟੀ ਦਾ ਲੈਵਲ ਕਿੰਨਾ ਹੈ, ਉੱਥੇ ਲੜਾਈ ਝਗੜੇ ਤਾਂ ਨਹੀਂ ਹੈਗੇ, ਉੱਥੇ ਇੰਟਰਨਲ ਸਿਕਿਉਰਿਟੀ ਠੀਕ ਆ, ਮਿਲਟਰੀਲਾਈਜੇਸ਼ਨ ਤਾਂ ਨਹੀਂ, ਇਹ ਤਾਂ ਨਹੀਂ ਕਿ ਉਸ ਦੇਸ਼ ਦੀਆਂ ਦੇ ਅੱਧੇ ਇਲਾਕੇ 'ਚ ਮਿਲਟਰੀ ਦਾ ਰੂਲ ਚੱਲ ਰਿਹਾ ਹੋਵੇ। ਇਸ ਮਾਮਲੇ 'ਚ ਇਹ ਤਿਆਰ ਕੀਤਾ ਜਾਂਦਾ ਹੈ। ਇਹ ਸਿਡਨੀ ਬੇਸਡ ਇੱਕ ਅਦਾਰਾ ਹੈ ਜਿਹੜਾ ਇਹ ਸਾਰੀ ਦੀ ਸਾਰੀ ਰਿਪੋਰਟ ਤਿਆਰ ਕਰਦਾ ਹੈ। ਕਹਿੰਦੇ ਇਹਨਾਂ ਦੇ ਮੁਤਾਬਕ ਆਈਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਹੈ ਤੇ ਲਗਾਤਾਰ 2008 ਤੋਂ ਇਹ ਆਪਣੀ ਪੋਜੀਸ਼ਨ ਬਰਕਰਾਰ ਰੱਖੀ ਬੈਠਾ ਹੈ। ਇੰਡੀਆ ਜਿਹੜਾ ਕਿ 2023 'ਚ 126ਵੇਂ ਨੰਬਰ ਤੇ ਸੀ, ਆਪਣਾ ਰੈਂਕ ਇੰਪਰੂਵ ਕਰਨ ਦੇ ਵਿੱਚ ਸਫਲ ਹੋਇਆ ਹੈ। ਆਈਸਲੈਂਡ ਪਹਿਲੇ ਤੇ ਆ, ਆਇਰਲੈਂਡ ਦੂਜੇ ਤੇ ਆ, ਆਸਟ੍ਰੇਲੀਆ ਤੀਜੇ ਤੇ ਆ ਤੇ ਇੰਡੀਆ ਦਾ ਰੈਂਕ 116ਵਾਂ ਜੋ ਪਿਛਲੇ ਸਾਲ 126ਵਾਂ ਸੀ। ਸੋ ਗਲੋਬਲ ਪੀਸ ਇੰਡੈਕਸ ਕਿਹੜੇ ਫੈਕਟਰਸ ਕਾਊਂਟ ਹੁੰਦੇ ਆ, ਇਹ ਕਿਹੜੀ ਸੰਸਥਾ ਰਿਲੀਜ਼ ਕਰਦੀ ਆ, ਸੰਸਥਾ ਕਿੱਥੋਂ ਦੀ ਆ, ਪਹਿਲੇ ਨੰਬਰ ਤੇ ਕਿਹੜਾ ਦੇਸ਼ ਆ, ਇੰਡੀਆ ਦੀ ਸਥਿਤੀ ਕੀ ਆ। ਸੋ ਉਮੀਦ ਕਰਦਾ ਕਿ ਗਲੋਬਲ ਪੀਸ ਇੰਡੈਕਸ ਜਿਹੜਾ ਹੈ ਉਹਦੇ ਬਾਰੇ ਸਮਝ ਆ ਗਿਆ ਹੋਊਗਾ। ਨੈਕਸਟ ਐਨਰਜੀ ਟ੍ਰਾਂਜੀਸ਼ਨ ਇੰਡੈਕਸ। ਐਨਰਜੀ ਟ੍ਰਾਂਜੀਸ਼ਨ ਇੰਡੈਕਸ ਦਾ ਮਤਲਬ ਆ ਕਿਹੜੇ ਲੋਕ ਨੌਨ ਰੀਨਿਊਏਬਲ ਐਨਰਜੀ, ਪੈਟਰੋਲ ਵਗੈਰਾ ਤੋਂ ਰੀਨਿਊਏਬਲ ਐਨਰਜੀ ਵੱਲ ਨੂੰ ਟ੍ਰਾਂਜੀਸ਼ਨ ਕਰ ਰਹੇ ਆ। ਸੋ ਇਹ ਇੰਡੈਕਸ ਜਿਹੜਾ ਹੈ ਇਹਨੂੰ ਅੰਤਰਰਾਸ਼ਟਰੀ ਸੰਸਥਾ ਹੈ ਵਰਲਡ ਇਕਨੋਮਿਕ ਫੋਰਮ। ਤੁਹਾਨੂੰ ਸਭ ਨੂੰ ਪਤਾ ਹੈ ਕਿ 1971 'ਚ ਬਣੀ ਸੰਸਥਾ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਅਮੀਰ ਦੇਸ਼ਾਂ ਦਾ ਇੱਕ ਸਮੂਹ ਸੀ, ਪਰ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਗਰੀਬਾਂ ਦੇ ਨਾਲ ਤੁਰੇ ਬਿਨਾਂ ਅਮੀਰਾਂ ਦੀ ਗਤੀ ਨਹੀਂ ਰਹਿਣੀ। ਫਿਰ ਇਹਨਾਂ ਨੇ
ਇਹ ਪਾਲਿਸੀ ਥਿੰਕ ਟੈਂਕ ਵੀ ਬਣ ਗਿਆ ਇਕਨੋਮਿਕ ਮਾਮਲਿਆਂ 'ਚ। ਸੋ ਉਹਨਾਂ ਦੁਆਰਾ ਇਹ ਰੈਂਕ ਦਿੱਤਾ ਜਾਂਦਾ ਹੈ। ਇੰਡੀਆ ਨੂੰ ਇਹਨਾਂ ਨੇ 63ਵੇਂ ਨੰਬਰ ਤੇ ਰੱਖਿਆ ਐਨਰਜੀ ਟ੍ਰਾਂਜੀਸ਼ਨ ਇੰਡੈਕਸ 'ਚ, ਤੇ ਇੰਡੀਆ ਨੇ ਆਪਣਾ ਰੈਂਕ 4 ਇੰਪਰੂਵ ਕੀਤਾ ਹੈ। ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਵਰਲਡ ਇਕਨੋਮਿਕ ਫੋਰਮ ਵਾਲੇ ਅਸੈਂਚਰ ਇੱਕ ਪ੍ਰਾਈਵੇਟ ਕੰਪਨੀ ਆ, ਉਹਦੇ ਨਾਲ ਮਿਲ ਕੇ ਰਿਲੀਜ਼ ਕਰਦੇ ਆ। ਟੌਪ ਕੰਟਰੀਜ਼ ਦੇ ਵਿੱਚ ਸਵੀਡਨ, ਡੈਨਮਾਰਕ, ਫਿਨਲੈਂਡ, ਟੈਕਨੀਕਲੀ ਸਕੈਂਡੀਨੇਵੀਅਨ ਕੰਟਰੀਜ਼, ਜਿਹੜੇ ਸਾਡੇ ਨਾਰਥ ਯੂਰੋਪੀਅਨ ਕੰਟਰੀਜ਼ ਆ, ਯੂਰਪ ਦੇ ਨਾਰਥ ਵਾਲੇ ਪਾਸੇ ਵਾਲੇ ਕੰਟਰੀਜ਼ ਆ, ਇਹਨਾਂ ਬਾਰੇ ਕਿਹਾ ਜਾਂਦਾ ਕਿ ਜਿਹੜੇ ਇਹ ਕੰਟਰੀਜ਼ ਆ ਇਹ ਇੰਨੀ ਕੁ ਕਾਰਬਨ ਐਮਿਸ਼ਨ ਘੱਟ ਕਰਦੇ ਆ, ਇੰਨਾ ਘੱਟ ਧੂਆਂ ਕਰਦੇ ਆ, ਇਹ ਨਾਨ ਰੀਨਿਊਏਬਲ ਤੋਂ ਰੀਨਿਊਏਬਲ ਵੱਲ ਇੰਨਾ ਸਵਿਚ ਕਰ ਚੁੱਕੇ ਆ ਕਿ ਇਹ ਦੁਨੀਆ ਦਾ ਕੇਵਲ ਜਿੰਨੀ ਦੁਨੀਆ 'ਚ ਕਾਰਬਨ ਕੰਜ਼ੰਪਸ਼ਨ ਹੁੰਦੀ ਹੈ ਨਾ, ਉਹਦਾ ਕੇਵਲ 1% ਕਰਦੇ ਆ। ਤੇ ਦੁਨੀਆ ਨੂੰ ਜਿਹੜੀ ਪੋਲਿਊਸ਼ਨ ਫ੍ਰੀ એનર્ਜੀ ਆ ਉਹ ਟਰਾਂਸਪੋਰਟ ਸਪਲਾਈ ਵੀ ਬਹੁਤ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਯੂਜ਼ ਕਰਦੇ ਆ 1% ਤੇ ਦੁਨੀਆ ਨੂੰ 3% ਦਿੰਦੇ ਵੀ ਆ, ਤੇ ਆਪਣੀ ਪੋਪੂਲੇਸ਼ਨ ਕੇਵਲ 1% ਆ। ਇਸ ਕਰਕੇ ਇਹਨਾਂ ਨੂੰ ਕਹਿੰਦੇ ਸ਼ਾਬਾਸ਼ ਦੇਣੀ ਬਣਦੀ ਹੈ। ਇੰਡੀਆ ਦੇ ਵਿੱਚ ਇਸ ਟਾਈਮ ਪ੍ਰਤੀ ਵਿਅਕਤੀ 1.7 ਟਨ ਕਾਰਬਨ ਐਮਿਸ਼ਨ ਹੋ ਰਹੀ ਹੈ, ਮਤਲਬ ਇੱਕ ਬੰਦਾ ਇੰਨੇ ਟਨ ਕਾਰਬਨ ਐਮਿਸ਼ਨ ਕਰਦਾ ਹੈ। ਸੋ ਇਹ ਗਲੋਬਲ ਐਵਰੇਜ ਤੋਂ ਤਾਂ ਹਜੇ ਘੱਟ ਹੀ ਆ, ਪਰ ਹਾਂ ਚਿੰਤਾ ਦੀ ਗੱਲ ਇਹ ਆ ਕਿ ਜਦੋਂ ਅਸੀਂ એનર્ਜੀ ਟ੍ਰਾਂਜੀਸ਼ਨ ਕਰ ਰਹੇ ਹਾਂ, ਨਾਨ ਰੀਨਿਊਏਬਲ ਗੈਰ ਨਵੀਨਯੋਗ ਊਰਜਾ ਤੋਂ ਨਵੀਨਯੋਗ ਊਰਜਾ ਵੱਲ ਵੱਧ ਰਹੇ ਹਾਂ, ਤੇ ਵਧਣਾ ਸਾਨੂੰ ਵੀ ਚਾਹੀਦਾ ਹੈ। ਸੋ ਵਰਲਡ ਇਕਨੋਮਿਕ ਫੋਰਮ ਜਿਹੜੀ ਆ ਉਹ ਇਹਦੇ ਵਾਸਤੇ ਕੀ ਦੇਖਦੀ ਹੈ, ਕਿਸੇ ਦੇਸ਼ ਦੀ ਆਰਥਿਕ ਤਰੱਕੀ ਕਿੰਨੀ ਹੈ, ਉੱਥੋਂ ਦੀ ਇਨਵਾਇਰਮੈਂਟਲ ਸਸਟੇਨੇਬਿਲਿਟੀ ਕਿੰਨੀ ਆ, ਉੱਥੋਂ ਦਾ ਵਾਤਾਵਰਣ ਸਥਿਰਤਾ ਕਿੰਨੀ ਕੁ, ਉੱਥੇ ਐਨਰਜੀ ਸਿਕਿਉਰਿਟੀ ਕਿੰਨੀ ਕੁ, ਠੀਕ ਹੈ। ਇਸ ਤਰੀਕੇ ਦੇ ਸਾਰੇ ਫੈਕਟਰਸ ਨੂੰ ਕਾਊਂਟ ਕਰਕੇ એનર્ਜੀ ਟ੍ਰਾਂਜੀਸ਼ਨ ਇੰਡੈਕਸ ਕੱਢਿਆ ਜਾਂਦਾ ਹੈ। ਟੈਕਨੀਕਲੀ ਪਤਾ ਲੱਗ ਗਿਆ ਕਿ ਕਿਹੜੇ ਦੇਸ਼ ਨਾਨ ਰੀਨਿਊਏਬਲ ਤੋਂ ਰੀਨਿਊਏਬਲ ਵੱਲ ਨੂੰ ਸਵਿਚ ਕਰ ਰਹੇ ਆ। ਸੋ ਬੜਾ ਇੰਪੋਰਟੈਂਟ ਪੁਆਇੰਟ ਸੀਗਾ। ਨੈਕਸਟ ਉਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਕਰੰਟ ਅਫੇਅਰ ਤੇ, ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਜਿਵੇਂ ਸਪੋਜ਼ ਕਰੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਜਿਹੀ ਕਿਸਮ ਜਿਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ, ਮਸਨੂਈ ਬੁੱਧੀ ਦੀ ਵਰਤੋਂ ਕਰਕੇ ਤੁਸੀਂ ਰॉ ਡਾਟਾ ਨੂੰ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਚੈਨਲਾਈਜ਼ ਕਰਕੇ ਯੂਜ਼ ਕਰਦੇ ਹੋ। ਸੋ ਉਹਨੂੰ ਕਹਿੰਦੇ ਆ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ। ਜਿਵੇਂ ਕਿ ਅੱਜ ਕੱਲ੍ਹ ਚੈਟ GPT ਤੇ ਹੋਰ ਇਸ ਪ੍ਰਕਾਰ ਦੇ ਬਹੁਤ ਸਾਰੇ ਮਾਡਲ ਆ ਜਿਹੜੇ ਇਮੇਜਿਸ ਬਣਾਉਣ ਦਾ, ਵੀਡੀਓਜ਼ ਬਣਾਉਣ ਦਾ, ਇਹਦੇ 'ਚ ਇਸ ਕਨਸੈਪਟ ਦੇ ਵਿੱਚ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਦੁਨੀਆ ਦੀਆਂ ਬਹੁਤ ਕੰਪਨੀਆਂ ਕੰਮ ਕਰ ਰਹੀਆਂ, ਇੰਡੀਅਨ ਕੰਪਨੀਆਂ ਵੀ ਕੰਮ ਕਰ ਰਹੀਆਂ। ਉਹ ਨਵੇਂ ਕਨਸੈਪਟ ਲੈ ਕੇ ਆ ਰਹੀਆਂ ਕਿ ਅਸੀਂ ਇਹਦੇ ਤੋਂ ਐਵੇਂ ਜਨਰੇਟ ਕਰਾਂਗੇ, ਅਸੀਂ ਇਸ ਚੀਜ਼ ਤੋਂ ਆਹ ਜਨਰੇਟ ਕਰ ਸਕਦੇ ਹਾਂ, ਤੇ ਉਹ ਆਪੋ ਆਪਣੇ ਪੇਟੈਂਟ ਲੈ ਰਹੀਆਂ ਕਿ ਸਾਡੇ ਵਰਗਾ ਕੋਈ ਕਰ ਨਾ ਸਕੇ। ਸੋ ਇੱਕ ਜਨਰੇਟਿਵ AI ਇੰਡੈਕਸ ਜਾਰੀ ਕੀਤਾ ਹੈ, ਠੀਕ ਹੈ। ਉਸ ਇੰਡੈਕਸ 'ਚ ਪਤਾ ਲੱਗਿਆ ਕਿ ਇੰਡੀਆ ਦੁਨੀਆ 'ਚ 5ਵੇਂ ਨੰਬਰ ਤੇ ਆ ਜਿਹੜਾ ਜਨਰੇਟਿਵ AI ਦੇ ਵਿੱਚ ਸਭ ਤੋਂ ਵੱਧ ਪੇਟੈਂਟ ਲੈਣ 'ਚ ਸਫਲ ਹੋ ਰਿਹਾ ਹੈ। ਚਾਈਨਾ 38,000 ਪੇਟੈਂਟ ਲੈ ਚੁੱਕਿਆ, US 'ਚ 6,000, ਸਾਊਥ ਕੋਰੀਆ 'ਚ 4100, ਜਾਪਾਨ 3400। ਇਸ ਤੋਂ ਬਾਅਦ ਨੰਬਰ ਇੰਡੀਆ ਦਾ ਹੈ। ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਆ ਡੀਪ ਲਰਨਿੰਗ ਮਾਡਲ, ਜਿਹਦੇ ਨਾਲ ਤੁਸੀਂ ਰॉ ਡਾਟਾ ਨੂੰ ਪੜ੍ਹ ਕੇ, ਜੋ ਆਪਣਾ ਰॉ ਡਾਟਾ, ਰਫ ਡਾਟਾ, ਇਹਨੂੰ ਪੜ੍ਹ ਕੇ ਉਹਨੂੰ ਰੀਸਟਰਕਚਰ ਕਰਕੇ ਉਹਨੂੰ ਇੱਕ ਇਨਫੋਰਮੇਸ਼ਨ ਦਾ ਰੂਪ ਦੇ ਸਕਦੇ ਹੋ, ਆਈਦਰ ਇਨ ਵੀਡੀਓ ਫਾਰਮ ਔਰ ਇਨ ਇਮੇਜ ਫਾਰਮ ਔਰ ਇਨ ਟੈਕਸਟ ਫਾਰਮ। ਸੋ ਬੇਸਿਕਲੀ ਇਹਦੇ 'ਚ ਸਭ ਕੁਝ ਆ ਜਾਂਦਾ ਉਹ। ਸੋ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਕੈਟੇਗਰੀ ਆ ਜਿਹਦੇ 'ਚ ਅੱਜ ਦੇ ਜ਼ਮਾਨੇ 'ਚ ਫਿਲਹਾਲ ਦੀ ਘੜੀ ਬਹੁਤ ਕੰਮ ਹੋ ਰਿਹਾ ਹੈ। ਇਹਦੇ 'ਚੋਂ ਹੀ ਚੈਟ GPT ਦਾ ਜਨਮ ਹੋਇਆ, ਤੇ ਹੋਰ ਉਹੋ ਜਿਹੇ ਬਾਕੀ ਅਦਾਰਿਆਂ ਦਾ, ਬਾਕੀ ਪਲੇਟਫਾਰਮਸ ਦਾ ਜਨਮ ਹੋਇਆ, ਠੀਕ ਹੈ। ਸੋ ਇਹਦੇ 'ਚ ਇੰਡੀਆ 5ਵੇਂ ਨੰਬਰ ਤੇ ਆ। ਉਮੀਦ ਕਰਦਾ ਕਿ ਇਹ ਕਹਾਣੀ ਕਲੀਅਰ ਹੋ ਗਈ ਹੋਊਗੀ। ਇਹਦੇ 'ਚ ਤੁਹਾਨੂੰ ਦੱਸ ਹੀ ਦਿੱਤਾ ਕਿ ਤੁਸੀਂ ਟੈਕਸਟ, ਇਮੇਜ ਜਾਂ ਹੋਰ ਕਈ ਫਾਰਮੈਟਸ ਦੇ ਵਿੱਚ। ਸੋ ਪਹਿਲੀ ਗੱਲ ਤਾਂ ਇਹ ਸੀ ਜਨਰੇਟਿਵ AI ਇੰਡੈਕਸ। ਇੱਕ ਦੂਜਾ AI ਨਾਲ, ਮਸਨੂਈ ਬੁੱਧੀ ਨਾਲ ਸੰਬੰਧਿਤ ਇੱਕ ਹੋਰ ਇੰਡੈਕਸ ਆਇਆ ਕਿ ਆਉਣ ਵਾਲੇ ਸਮੇਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਤੁਹਾਡੀ ਤਿਆਰੀ ਕਿੰਨੀ ਹੈ। ਜੇ ਕੱਲ੍ਹ ਨੂੰ ਕੋਈ ਐਥੀਕਲ ਇਸ਼ੂਜ਼ ਆਏ, ਤੁਸੀਂ ਤਿਆਰ ਹੋ। ਜੇ ਤੁਹਾਡੀ ਸਿਕਿਉਰਿਟੀ ਨੂੰ ਖਤਰਾ ਹੋਇਆ, ਤੁਸੀਂ ਤਿਆਰ ਹੋ। ਉਸ ਮਾਮਲੇ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੀਪੇਅਰਨੈਸ ਇੰਡੈਕਸ ਤਿਆਰ ਕੀਤਾ ਗਿਆ 174 ਕੰਟਰੀਆਂ ਦਾ। ਇਹਦੇ 'ਚ ਦੇਖਿਆ ਗਿਆ 4 ਫੈਕਟਰਸ: ਡਿਜੀਟਲ ਇਨਫਰਾਸਟ੍ਰਕਚਰ, ਹਿਊਮਨ ਕੈਪੀਟਲ, ਇਨੋਵੇਸ਼ਨ ਤੇ ਰੈਗੂਲੇਸ਼ਨਸ। ਕੀ ਤੁਹਾਡੇ ਦੇਸ਼ 'ਚ ਕਾਨੂੰਨਾਂ ਨੂੰ ਲੈ ਕੇ, ਐਥਿਕਸ ਨੂੰ ਲੈ ਕੇ, ਸ਼ਿਸ਼ਟਾਚਾਰ ਸ਼ਸਤਰ ਨੂੰ ਲੈ ਕੇ ਤੁਸੀਂ ਤਿਆਰ ਹੋ? ਤੁਸੀਂ ਹਰ ਇੱਕ ਉਸ ਚੁਣੌਤੀ ਨਾਲ ਲੜਨ ਨੂੰ ਤਿਆਰ ਹੋ ਜੋ AI 'ਚੋਂ ਪੈਦਾ ਹੋ ਸਕਦੀ ਆ? ਉਹਨੂੰ ਲੈ ਕੇ ਇੱਕ AI ਪ੍ਰੀਪੇਅਰਨੈਸ ਇੰਡੈਕਸ ਬਣਾਇਆ ਗਿਆ ਹੈ। ਇਹਦੇ 'ਚ ਜਿਹੜੀਆਂ ਜਿਹੜੇ ਦੇਸ਼ ਬਹੁਤ ਵੈਲ ਪ੍ਰੀਪੇਅਰਡ ਨੇ ਉਹਨਾਂ ਨੂੰ ਕਿਹਾ ਗਿਆ ਐਡਵਾਂਸਡ ਇਕੋਨਮੀਜ਼। ਉਸ ਤੋਂ ਬਾਅਦ ਅਮਰਜਿੰਗ ਮਾਰਕੀਟ ਇਕੋਨਮੀਜ਼ ਜਿਹੜੀਆਂ ਦੂਜੀ ਕੈਟੇਗਰੀ 'ਚ ਨੇ। ਫਿਰ ਲੋ ਇਨਕਮ ਕੰਟਰੀਜ਼, ਸਿੰਗਾਪੁਰ, ਡੈਨਮਾਰਕ ਤੇ US ਨੂੰ ਹਾਈ ਰੇਟਡ ਐਡਵਾਂਸਡ ਇਕੋਨਮੀ 'ਚ ਰੱਖਿਆ ਗਿਆ।
ਇੰਡੀਆ ਜਿਹਨੂੰ 0.49 ਨੰਬਰ ਦਿੱਤੇ ਆ ਤੇ 72ਵਾਂ ਰੈਂਕ ਦਿੱਤਾ 174 ਕੰਟਰੀਆਂ ਚੋਂ, ਉਹਨੂੰ ਬੰਗਲਾਦੇਸ਼, ਸ਼੍ਰੀਲੰਕਾ ਦੇ ਨਾਲ ਅਮਰਜਿੰਗ ਮਾਰਕੀਟ ਇਕੋਨਮੀਜ਼ EM ਇਕੋਨਮੀਜ਼ ਦੇ ਵਿੱਚ ਰੱਖਿਆ ਗਿਆ ਹੈ। ਸੋ ਇੰਡੀਆ ਦੀ ਸਥਿਤੀ ਕੀ ਆ, ਦੁਨੀਆ ਦੀ ਸਥਿਤੀ ਕੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰਪੇਅਰਡਨੈਸ ਇੰਡੈਕਸ ਹੁੰਦਾ ਕੀ ਆ, ਉਮੀਦ ਕਰਦਾ ਬੱਚੇ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਨੈਕਸਟ ਉਸ ਤੋਂ ਬਾਅਦ ਆ ਗਿਆ ਹੈਨਲੇ ਪਾਸਪੋਰਟ ਇੰਡੈਕਸ। ਓਬੀਐਸ ਦੀ ਗੱਲ ਆ, ਇਸ ਇੰਡੈਕਸ ਦਾ ਮਤਲਬ ਆ ਕਿ ਤੁਹਾਡੇ ਦੇਸ਼ ਦਾ ਪਾਸਪੋਰਟ ਜਿਹੜਾ ਹੈ ਉਹ ਤੇ ਬਿਨਾ ਵੀਜ਼ਾ ਦਾ ਮਤਲਬ ਆ ਸ਼ੁਰੂ 'ਚ ਵੀਜ਼ਾ ਲਵਾਏ ਬਿਨਾ ਤੁਸੀਂ ਕਿੰਨੇ ਦੇਸ਼ਾਂ 'ਚ ਟਰੈਵਲ ਕਰ ਸਕਦੇ ਹੋ। 6 ਦੇਸ਼ ਪਹਿਲੇ ਨੰਬਰ ਤੇ ਆ, ਫਰਾਂਸ, ਜਰਮਨ, ਇਟਲੀ, ਸਪੇਨ, ਜਾਪਾਨ ਤੇ ਸਿੰਗਾਪੁਰ। ਜਾਪਾਨ ਤੇ ਸਿੰਗਾਪੁਰ ਤਾਂ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਪਹਿਲੀ ਪੋਜੀਸ਼ਨ ਤੇ ਰਹੇ ਆ। ਹੁਣ 4 ਹੋਰ ਜੁੜ ਗਏ ਤੇ ਇਹਨਾਂ 6 ਦੇਸ਼ਾਂ 'ਚ 124 ਦੇਸ਼ਾਂ ਦੇ ਵਿੱਚ ਵੀਜ਼ਾ ਫ੍ਰੀ ਫੈਸਿਲਿਟੀ ਹੈ। ਸੋ 6 ਦੇਸ਼ ਪਹਿਲੇ ਨੰਬਰ ਤੇ ਆ। ਸਭ ਤੋਂ ਮਾੜਾ ਪਾਸਪੋਰਟ ਅਫਗਾਨਿਸਤਾਨ ਦਾ ਹੈ, ਠੀਕ ਹੈ। ਸੋ ਇਹ ਉਸ ਤੋਂ ਥੱਲੇ ਨੂੰ ਉਹਨਾਂ ਨੇ ਦੱਸਿਆ ਸੀਰੀਆ, ਫਿਰ ਇਰਾਕ, ਪਾਕਿਸਤਾਨ, ਯਮਨ। ਇੰਡੀਆ 80ਵੇਂ ਨੰਬਰ ਤੇ ਆ। ਸੋ ਇਸ ਹੈਨਲੀ ਪਾਸਪੋਰਟ ਇੰਡੈਕਸ ਜਿਹਨੂੰ ਕਿ ਇੱਕ ਹੈਨਲੀਅਨ ਪਾਰਟਨਰਸ ਦੁਆਰਾ ਤਿਆਰ ਕੀਤਾ ਗਿਆ ਹੈ, ਉਹਦੇ 'ਚ ਇੰਡੀਆ ਦਾ ਸਥਿਤੀ ਜਿਹੜੀ ਆ 80ਵਾਂ ਨੰਬਰ ਆ। ਪਿਛਲੇ ਵਾਰ ਨਾਲੋਂ ਅਸੀਂ 5 ਰੈਂਕ ਇੰਪਰੂਵ ਕੀਤੇ ਆ, ਪਹਿਲਾਂ ਅਸੀਂ 85ਵੇਂ ਤੇ ਸੀ, ਹੁਣ ਅਸੀਂ 80ਵੇਂ ਨੰਬਰ ਤੇ ਆ। ਉਮੀਦ ਕਰਦਾ ਕਿ ਮੇਨ ਫੈਕਟ ਜਿਹੜੇ ਆ ਉਹ ਕਲੀਅਰ ਹੋ ਗਏ ਹੋਣਗੇ। ਨੈਕਸਟ ਇਨਵਾਇਰਮੈਂਟ ਪਰਫਾਰਮੈਂਸ ਇੰਡੈਕਸ, ਵਰਲਡ ਇਕਨੋਮਿਕ ਫੋਰਮ ਦੁਆਰਾ ਹੀ ਇਹ ਤਿਆਰ ਕੀਤਾ ਗਿਆ ਹੈ। ਇਨਵਾਇਰਮੈਂਟ ਪਰਫਾਰਮੈਂਸ ਇੰਡੈਕਸ ਪੇਪਰ 'ਚ ਇਹ ਵੀ ਆ ਜਾਂਦਾ ਹੈ ਕਿ ਇਨਵਾਇਰਮੈਂਟ ਪਰਫਾਰਮੈਂਸ ਇੰਡੈਕਸ ਨੂੰ ਕੌਣ ਤਿਆਰ ਕਰਦਾ ਹੈ। ਆਪਸ਼ਨ ਪਾਈ ਹੁੰਦੀ ਹੈ ਯੂਨਾਈਟਿਡ ਨੇਸ਼ਨਸ ਇਨਵਾਇਰਮੈਂਟ ਪ੍ਰੋਗਰਾਮ, ਅਸੀਂ ਟਿਕ ਲਾ ਦਿੰਦੇ ਹਾਂ। ਸੋ ਇਹ ਗਲਤ ਹੋ ਗਿਆ, ਅਸਲੀ ਆ ਵਰਲਡ ਇਕਨੋਮਿਕ ਫੋਰਮ। ਸੋ ਇਸ ਇੰਡੈਕਸ ਦੇ ਵਿੱਚ ਇੰਡੀਆ ਨੂੰ 176ਵੇਂ ਨੰਬਰ ਤੇ ਰੱਖਿਆ ਗਿਆ ਹੈ। ਮੰਨਿਆ ਗਿਆ ਕਿ ਇੰਡੀਆ ਦੇ ਅੱਗੇ ਬਹੁਤ ਸਾਰੀਆਂ ਇਨਵਾਇਰਮੈਂਟਲ ਇਸ਼ੂਜ਼ ਨੇ ਜਿਹੜੇ ਲਗਾਤਾਰ ਇੰਡੀਆ ਦੇ ਵਿੱਚ ਇਨਵਾਇਰਮੈਂਟਲ ਇਸ਼ੂਜ਼ ਨੂੰ ਪ੍ਰੋਪਰਲੀ ਟੈਕਲ ਨਹੀਂ ਕੀਤਾ ਜਾ ਰਿਹਾ। ਸੋ ਇਹਦੇ 'ਚ ਇੰਡੀਆ ਨੂੰ 180 ਦੇਸ਼ਾਂ 'ਚੋਂ ਰੱਖਿਆ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਇੰਡੀਆ ਕਲਾਈਮੇਟ ਚੇਂਜ ਨੂੰ ਲੈ ਕੇ ਕੁਛ ਨਾ ਕੁਛ ਐਫਰਟਸ ਕਰ ਰਿਹਾ ਹੈ, ਠੀਕ ਹੈ। ਸੋ ਬੇਸਿਕਲੀ ਪੇਪਰ 'ਚ ਇਹ ਆ ਸਕਦਾ ਕਿ ਵਰਲਡ ਇਕਨੋਮਿਕ ਫੋਰਮ ਨੇ ਤਿਆਰ ਕੀਤਾ ਹੈ। ਪਹਿਲੇ ਨੰਬਰ ਤੇ ਇਸਟੋਨੀਆ, ਲਕਸਮਬਰਗ, ਜਰਮਨ, ਫਿਨਲੈਂਡ, ਜ਼ਿਆਦਾਤਰ ਨਾਰਥ ਯੂਰੋਪੀਅਨ ਕੰਟਰੀਜ਼ ਹੀ ਇਹਦੇ 'ਚ ਪਹਿਲੇ ਨੰਬਰ ਤੇ ਹੈ ਕਿਉਂਕਿ ਉੱਥੋਂ ਦਾ ਇਨਵਾਇਰਮੈਂਟ ਵੈਸੇ ਹੀ ਬਹੁਤ ਸਾਫ਼ ਆ, ਪੋਪੂਲੇਸ਼ਨ ਬਹੁਤ ਘੱਟ ਆ। ਸੋ ਇਨਵਾਇਰਮੈਂਟ ਤੇ ਕੋਈ ਸਟ੍ਰੈਸ ਵੀ ਹੈ ਨਹੀਂ, ਕੋਈ ਦਬਾਅ ਵੀ ਹੈ ਨਹੀਂ। ਸੋ ਇੰਡੀਆ ਦਾ ਪਰਫਾਰਮੈਂਸ ਤੁਹਾਨੂੰ ਮੈਂ ਦੱਸ ਹੀ ਦਿੱਤੀ ਆ। ਸੋ ਇਹ ਗੱਲ ਆਪਾਂ ਨੂੰ ਕਲੀਅਰ ਕੀਤੀ ਜਾ ਸਕਦੀ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਅਗਲਾ ਇੰਡੈਕਸ ਜੋ ਸਾਡੇ ਵਾਸਤੇ ਇੰਪੋਰਟੈਂਟ ਹੋ ਸਕਦਾ ਹੈ, ਦੈਟ ਇਜ਼ ਟਰੈਵਲ ਐਂਡ ਟੂਰਿਜ਼ਮ ਇੰਡੈਕਸ। ਇਹ ਵੀ ਪੇਪਰ 'ਚ ਕਨਫਿਊਜ਼ ਕੀਤਾ ਜਾ ਸਕਦਾ ਕਿ ਟਰੈਵਲ ਐਂਡ ਟੂਰਿਜ਼ਮ ਇੰਡੈਕਸ ਕੌਣ ਜਾਰੀ ਕਰਦਾ ਹੈ। ਥੱਲੇ ਲਿਖਿਆ ਹੋਊਗਾ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ, UNWTO। ਗਲਤ, ਇਹਨੂੰ ਵੀ ਵਰਲਡ ਇਕਨੋਮਿਕ ਫੋਰਮ ਹੀ ਰਿਲੀਜ਼ ਕਰਦੀ ਆ। 2 ਸਾਲਾਂ ਬਾਅਦ ਰਿਪੋਰਟ ਆਉਂਦੀ, ਇਸ ਕਰਕੇ ਇਹਨੂੰ ਬਾਈਐਨੂਅਲ ਦਾ ਮਤਲਬ ਸਾਲ 'ਚ 2 ਵਾਰ, ਬਾਈਨੀਅਲ ਦਾ ਮਤਲਬ 2 ਸਾਲਾਂ 'ਚ 1 ਵਾਰ। ਸੋ ਪਹਿਲੀ ਵਾਰ ਇਹ 2022 'ਚ ਰਿਲੀਜ਼ ਕੀਤਾ ਗਿਆ ਸੀ। ਟਰੈਵਲ ਐਂਡ ਟੂਰਿਜ਼ਮ ਇੰਡੈਕਸ ਦੇ ਵਿੱਚ ਇੰਡੀਆ 119 ਦੇਸ਼ਾਂ 'ਚੋਂ 39ਵੇਂ ਨੰਬਰ ਤੇ ਆ। ਇੰਡੀਆ ਕੋਲ ਆਪਣਾ ਟੂਰਿਜ਼ਮ ਪੋਟੈਂਸ਼ੀਅਲ ਹੈਗਾ ਹੈ। ਹੋਰ ਕਿਵੇਂ? ਇੰਡੀਆ ਵੱਧ ਤੋਂ ਵੱਧ ਮੈਡੀਕਲ ਟੂਰਿਜ਼ਮ ਪ੍ਰਮੋਟ ਕਰ ਸਕਦਾ, ਜਿਵੇਂ ਕੇਰਲਾ ਕਰ ਰਿਹਾ। ਪੰਜਾਬ ਨੂੰ ਵੀ ਕਰਨਾ ਚਾਹੀਦਾ ਸਗੋਂ, ਕਿ ਵੱਧ ਤੋਂ ਵੱਧ ਲੋਕ ਤੁਹਾਡੇ ਦੇਸ਼ 'ਚ ਆ ਕੇ ਇਲਾਜ ਕਰਾਉਣ, ਕਿਉਂਕਿ ਬਾਹਰਲੇ ਦੇਸ਼ਾਂ 'ਚ ਇਲਾਜ ਬਹੁਤ ਮਹਿੰਗੇ ਆ ਤੇ ਕੰਪਲੈਕਸ ਵੀ ਬਹੁਤ ਨੇ। ਸੋ ਕਹਿੰਦੇ ਆ ਜੀ ਯੂਨਾਈਟਿਡ ਸਟੇਟ ਆਫ ਅਮਰੀਕਾ ਨੂੰ ਰੈਂਕ 1 ਰੱਖਿਆ ਗਿਆ ਹੈ ਤੇ ਇੰਡੀਆ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਸਾਡੇ 8 ਦੇਸ਼ ਆ, ਇੰਡੀਆ, ਮਾਲਦੀਵ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਬਰਮਾ ਤੇ ਬੰਗਲਾਦੇਸ਼, ਇਹਨਾਂ 'ਚੋਂ ਇੰਡੀਆ ਪਹਿਲੇ ਨੰਬਰ ਤੇ ਆ। ਸੋ ਇਹਨੂੰ ਵਰਲਡ ਇਕਨੋਮਿਕ ਫੋਰਮ ਵਾਲੇ ਯੂਨੀਵਰਸਿਟੀ ਆਫ ਸਰੀ ਦੇ ਨਾਲ ਮਿਲ ਕੇ ਕਰਦੇ ਆ। ਵਰਲਡ ਇਕਨੋਮਿਕ ਫੋਰਮ ਬਾਰੇ ਮੈਂ ਪਹਿਲਾਂ ਵੀ ਪੜ੍ਹਾ ਚੁੱਕਿਆ ਕਿ 1971 'ਚ ਕਲਾਸ ਸ਼ਵਾਬ ਨੇ ਇਹਨੂੰ ਬਣਾਇਆ ਸੀਗਾ ਤੇ ਇਹਦਾ ਫਿਲਹਾਲ ਹੈੱਡਕੁਆਟਰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ 'ਚ ਹੈ, ਠੀਕ ਆ। ਤੇ ਇਹ ਇੱਕ ਇਕਨੋਮਿਕ ਥਿੰਕ ਟੈਂਕ ਦੇ ਤੌਰ ਤੇ ਕੰਮ ਕਰਦਾ ਹੈ। ਦੁਨੀਆ ਦੇ ਅਮੀਰ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ ਕਿਸੇ ਵੇਲੇ। ਹੁਣ ਥੋੜਾ ਬਹੁਤਾ ਗਰੀਬਾਂ ਦੀਆਂ ਆਰਥਿਕ ਨੀਤੀਆਂ ਵੱਲ ਵੀ ਵੇਖ ਵਿਖਾਲਾ ਜਿਹਾ ਕਰ ਲੈਂਦਾ, ਜ਼ਿਆਦਾ ਕੁਛ ਨਹੀਂ ਇਹਦੇ 'ਚ। US ਪਹਿਲੇ ਤੇ, ਸਪੇਨ ਦੂਜੇ ਤੇ, ਜਾਪਾਨ ਤੀਜੇ ਤੇ, ਫਰਾਂਸ, ਫਿਰ ਉਸ ਤੋਂ ਬਾਅਦ ਆਸਟ੍ਰੇਲੀਆ। ਇੰਡੀਆ ਨੂੰ 39ਵਾਂ ਰੈਂਕ ਮਿਲਿਆ ਹੈ। ਗਲੋਬਲ ਜੈਂਡਰ ਗੈਪ ਇੰਡੈਕਸ, ਸੋ ਇਹ ਰਿਪੋਰਟ 2023 ਦੇ ਨਾਂ ਤੇ ਆ ਪਰ ਹੈ 24 ਚ ਆਈ ਆ। ਇਹ ਗਲੋਬਲ ਜੈਂਡਰ ਗੈਪ ਰਿਪੋਰਟ ਜਿਹੜੀ ਆ ਇਹਨੂੰ ਵੀ ਵਰਲਡ ਇਕਨੋਮਿਕ ਫੋਰਮ ਵਾਲੇ ਰਿਲੀਜ਼ ਕਰਦੇ ਆ। ਤੁਹਾਡੇ ਦੇਸ਼ 'ਚ ਮੇਲ ਫੀਮੇਲ ਯਾਨੀ ਕਿ ਜੈਂਡਰ ਗੈਪ ਕਿੰਨਾ ਕਾ, ਉਸ ਚੀਜ਼ ਨੂੰ ਉਭਾਰਦੀ ਹੈ ਰਿਪੋਰਟ। 146 'ਚ 127ਵਾਂ ਰੈਂਕ ਆ। ਬੇਸਿਕਲੀ 4 ਫੈਕਟਰਸ ਦੇਖੇ ਜਾਂਦੇ ਆ। ਮਰਦਾਂ ਤੇ ਔਰਤਾਂ ਦੇ ਵਿੱਚ ਆਰਥਿਕ ਭਾਗੀਦਾਰੀ ਕਿੰਨੀ ਕੁ, ਦੋਵਾਂ ਦੇ ਵਿੱਚ ਐਜੂਕੇਸ਼ਨਲ ਲੈਵਲ 'ਚ ਕਿੰਨਾ ਕੁ ਡਿਫਰੈਂਸ ਆ, ਦੋਵਾਂ ਦੇ ਹੈਲਥ ਦੇ ਵਿੱਚ ਕਿੰਨਾ ਕੁ ਗੈਪ ਆ, ਮਰਦ ਤੇ ਔਰਤਾਂ ਦੇ ਵਿੱਚ MP MLAs ਦਾ ਗੈਪ ਕਿੰਨਾ ਕੁ ਜ਼ਿਆਦਾ ਹੈ। ਇਹ ਸਾਰੇ ਫੈਕਟਰਸ ਨੂੰ ਦੇਖ ਕੇ ਜਿਹੜਾ ਹੈ
4 ਡੋਮੇਨਸ 'ਚ ਚੈੱਕ ਕੀਤਾ ਜਾਂਦਾ ਹੈ, ਆਈਸਲੈਂਡ, ਫਿਨਲੈਂਡ, ਨਾਰਵੇ। ਬੇਸਿਕਲੀ ਉਹੀ ਗੱਲ ਹੋ ਗਈ, ਨਾਰਥ ਯੂਰੋਪੀਅਨ ਕੰਟਰੀਜ਼, ਸਕੈਂਡੀਨੇਵੀਅਨ ਕੰਟਰੀਜ਼ ਮੂਹਰਲੇ ਪਾਸੇ ਆ। ਇੰਡੀਆ ਦਾ ਰੈਂਕ ਜੈਂਡਰ ਇਕੁਐਲਿਟੀ 'ਚ ਬਹੁਤ ਪਿੱਛੇ ਆ, ਮਤਲਬ ਜੈਂਡਰ ਇਕੁਐਲਿਟੀ ਦੀ ਬਜਾਏ ਇੰਡੀਆ 'ਚ ਜੈਂਡਰ ਇਨਇਕੁਐਲਿਟੀ ਆ। ਸੋ ਲਿੰਗ ਸਮਾਨਤਾ ਇੰਡੀਆ 'ਚ ਹੈ ਹੀ ਨਹੀਂ, ਲਿੰਗ ਅਸਮਾਨਤਾ ਇੰਡੀਆ 'ਚ ਜ਼ਿਆਦੀ ਆਪਾਂ ਕਹਿ ਸਕਦੇ ਹਾਂ ਇਸ ਰਿਪੋਰਟ ਦੇ ਮੁਤਾਬਕ। ਵਰਲਡ ਇਕਨੋਮਿਕ ਫੋਰਮ ਦੀ ਇਹ ਰਿਪੋਰਟ ਇੰਡੀਆ ਨੂੰ ਇਸ ਲੈਵਲ ਤੇ ਖੜਾ ਕਰਦੀ ਆ। ਵਰਲਡ ਫਰੀडम ਆਫ ਪ੍ਰੈਸ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 3 ਮਈ ਨੂੰ ਯੂਨਾਈਟਿਡ ਨੇਸ਼ਨਸ ਵਰਲਡ ਪ੍ਰੈਸ ਫਰੀडम ਡੇ ਮਨਾਉਂਦਾ ਹੈ, ਠੀਕ ਹੈ, ਤਾਂ ਕਿ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਆਰਟੀਕਲ 19 ਦੇ ਵਿੱਚ ਮੈਂਸ਼ਨਡ ਆ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਪ੍ਰੈਸ ਨੂੰ ਉੱਥੋਂ ਹੀ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚੋਂ ਹੀ ਫਰੀडम ਆਫ ਪ੍ਰੈਸ ਮਿਲੀ ਆ। ਤੇ ਯੂਨਾਈਟਿਡ ਨੇਸ਼ਨਸ ਦਾ 1948 ਦੀ 10 ਦਸੰਬਰ ਨੂੰ ਪਾਸ ਹੋਇਆ ਯੂਨਾਈਟਿਡ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਮਤਾ, ਉਹਦੇ 'ਚ ਵੀ ਫਰੀडम ਆਫ ਪ੍ਰੈਸ ਹਿਊਮਨ ਰਾਈਟ ਵੀ ਹੋ ਗਿਆ ਤੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਫੰਡਾਮੈਂਟਲ ਰਾਈਟ ਵੀ ਹੋ ਗਿਆ। ਸੋ 2024 ਦਾ ਥੀਮ ਸੀ ਪ੍ਰੈਸ ਫॉर ਦੀ ਪਲੈਨਟ, ਕਿ ਇਸ ਪੂਰੇ ਧਰਤੀ ਵਾਸਤੇ ਹੀ ਇੱਕ ਆਜ਼ਾਦ ਪ੍ਰੈਸ ਚਾਹੀਦੀ ਆ ਤੇ ਪ੍ਰੈਸ ਵਾਤਾਵਰਣ ਨਾਲ ਸੰਬੰਧਿਤ ਮੁੱਦਿਆਂ ਨੂੰ ਉਜਾਗਰ ਕਰੇ। ਸੋ ਇਹ ਇਸ ਵਾਰ ਦਾ ਥੀਮ ਸੀਗਾ। ਸੋ ਇੰਡੀਆ ਦੀ ਹਾਲਤ ਬਦ ਤੋਂ ਬੱਤਰ ਹੁੰਦੀ ਜਾ ਰਹੀ ਆ। ਇੰਡੀਆ 180 ਦੇਸ਼ਾਂ ਚੋਂ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ 'ਚ ਬਹੁਤ ਪਿੱਛੇ ਆ। ਦੇਖੋ ਦੁਨੀਆ ਦੇ ਵਿੱਚ ਜਿਹੜੇ ਟੌਪ ਦੇਸ਼ ਆ ਨਾ, ਉਹਨਾਂ ਦੇ ਵਿੱਚ ਜਰਮਨ 10ਵੇਂ ਨੰਬਰ ਤੇ ਆ ਤੇ ਜਰਮਨ ਹਿਟਲਰ ਦੇ ਵੇਲੇ ਪ੍ਰੈਸ ਦੀ ਆਜ਼ਾਦੀ ਨੂੰ ਖੋਹਣ ਵਾਲੇ ਦੇਸ਼ਾਂ 'ਚ ਸੀ। 50 ਸਾਲਾਂ 'ਚ ਉਹਨਾਂ ਨੇ ਇੱਕ ਤਰੱਕੀ ਤਾਂ ਕੀਤੀ ਹੈ, 75 ਸਾਲਾਂ 'ਚ ਹਿਟਲਰ ਦੀ ਮੌਤ ਤੋਂ ਬਾਅਦ ਇਹ ਆਪਣੀ ਪ੍ਰੈਸ ਆਜ਼ਾਦ ਕਰਾ ਲਈ। ਦੁਨੀਆ ਦੇ ਵਿੱਚ ਨਾਰਵੇ, ਡੈਨਮਾਰਕ, ਸਵੀਡਨ, ਸਕੈਂਡੀਨੇਵੀਅਨ ਕੰਟਰੀਜ਼ ਫਿਰ ਪਹਿਲੇ ਨੰਬਰ ਤੇ ਰਹੇ ਆ। ਫਿਰ ਨਾਰਥ ਯੂਰੋਪੀਅਨ ਕੰਟਰੀਜ਼ ਇਹ ਬਹੁਤ ਅੱਛਾ ਪਰਫਾਰਮ ਕਰ ਰਿਹਾ, ਜਾਂ ਆਪਾਂ ਕਹਿ ਲਈਏ ਵੈਸਟ ਯੂਰੋਪੀਅਨ ਕੰਟਰੀਜ਼ ਜਿਹੜੇ ਆ ਪ੍ਰੈਸ ਦੀ ਆਜ਼ਾਦੀ ਦਾ ਸਟੇਟਸ ਉੱਥੇ ਬਹੁਤ ਵੱਡਾ ਹੈ। ਇੱਕ ਸੰਸਥਾ ਹੈ ਰਿਪੋਰਟਰਸ ਵਿਦਆਊਟ ਬਾਰਡਰਸ, ਫਰਾਂਸ ਬੇਸਡ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਪੈਰਿਸ ਜਿਨ੍ਹਾਂ ਦਾ ਹੈੱਡਕੁਆਟਰ ਆ, ਜਿਹੜੇ ਇਹ ਰਿਪੋਰਟ ਨੂੰ ਰਿਲੀਜ਼ ਕਰਦੇ ਆ। ਵਰਲਡ ਪ੍ਰੈਸ ਫਰੀडम ਇੰਡੈਕਸ ਮੋਸਟ ਇੰਪੋਰਟੈਂਟ, ਸੋ ਕਰੰਟ ਅਫੇਅਰਸ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਆ, ਸੋ ਇਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਵਰਲਡ ਸਾਈਬਰ ਕ੍ਰਾਈਮ ਇੰਡੈਕਸ, ਠੀਕ ਹੈ, ਦੇਖੋ ਓਬਵੀਅਸ ਜੀ ਗੱਲ ਆ, ਸਾਈਬਰ ਕ੍ਰਾਈਮ ਦਾ ਮਤਲਬ ਇਹ ਆ ਕਿ ਸਾਈਬਰ ਕ੍ਰਾਈਮ ਦੇ ਵਿੱਚ ਬਹੁਤ ਕੁਝ ਆ ਸਕਦਾ। ਸਾਈਬਰ ਫਰਾਡ ਆ ਜਾਂਦੇ ਆ, ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਾਲਵੇਅਰ ਅਟੈਕ ਹੋ ਸਕਦਾ ਹੈ, ਤੁਹਾਡੀ ਡਾਟਾ ਥ੍ਰੈਟ ਹੋ ਸਕਦਾ ਹੈ, ਸਕੈਮ ਹੋ ਸਕਦੇ ਆ। ਇਹ ਮੇਜਰ ਟੈਕਨੀਕਲ ਪ੍ਰੋਡਕਟ ਸਰਵਿਸਿਜ਼ ਜਿਹੜੀਆਂ ਗਲਤ ਹੋ ਸਕਦੀਆਂ, ਇਹ ਵੀ ਸਾਈਬਰ ਕ੍ਰਾਈਮ 'ਚ ਆਉਂਦੇ ਆ। ਅਟੈਕ ਐਂਡ ਐਕਸਟੋਰਸ਼ਨ, ਬਲੈਕਮੇਲ ਕਰਕੇ ਪੈਸਾ ਕਢਾਉਣਾ, ਤੁਹਾਡੀ ਡਾਟਾ ਜਾਂ ਆਇਡੈਂਟੀਟੀ ਨੂੰ ਚੋਰੀ ਕਰ ਲੈਣਾ, ਤੁਹਾਡੇ ਨਾਲ ਕੋਈ ਸਕੈਮ ਹੋ ਜਾਣਾ ਤੇ ਕਿਸੇ ਤਰੀਕੇ ਤੁਹਾਡੇ ਪੈਸੇ ਵਗੈਰਾ ਕਢਾ ਲੈਣੇ। 5 ਤਰੀਕੇ ਦੇ ਥ੍ਰੈਟਸ ਜਿਹੜੇ ਆ ਸਾਈਬਰ ਕ੍ਰਾਈਮ ਮੰਨੇ ਗਏ ਆ। ਇਹਨਾਂ 'ਚ ਇੱਕ ਰਿਪੋਰਟ ਤਿਆਰ ਕੀਤੀ ਹੈ ਆਕਸਫੋਰਡ ਯੂਨੀਵਰਸਿਟੀ ਤੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਨੇ ਮਿਲ ਕੇ। ਇਹਦੇ 'ਚ ਇਹ ਦੱਸਿਆ ਗਿਆ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਾਈਬਰ ਥ੍ਰੈਟ ਜਿਹੜੇ ਆ ਰਸ਼ੀਆ ਦੇ ਵਿੱਚ, ਉਸ ਤੋਂ ਬਾਅਦ ਯੂਕਰੇਨ, ਚਾਈਨਾ, US, ਨਾਈਜੀਰੀਆ ਤੇ ਰੋਮਾਨੀਆ, ਫਿਰ ਅੱਗੇ ਇੱਕ ਲੜੀ ਆ ਪੂਰੀ। ਇੰਡੀਆ ਨੂੰ ਇਹਦੇ 'ਚ 10ਵੇਂ ਨੰਬਰ ਤੇ ਰੱਖਿਆ ਗਿਆ ਹੈ ਬਿਕੋਜ਼ ਜਿਵੇਂ ਜਿਵੇਂ ਡਿਜੀਟਲ ਇਕੋਨਮੀ ਵੱਲ, ਡਿਜੀਟਾਈਲੇਸ਼ਨ ਵੱਲ ਅਸੀਂ ਵੱਧ ਰਹੇ ਹਾਂ, ਨੈਚੁਰਲ ਜੀ ਗੱਲ ਆ ਸਾਈਬਰ ਥ੍ਰੈਟਸ ਵਧਣਗੇ ਸੀ। ਅਸੀਂ ਉਹਨਾਂ ਨੂੰ ਲੈ ਕੇ ਸ਼ਾਇਦ ਓਨੇ ਪ੍ਰਪੇਅਰ ਨਹੀਂ, ਜਾਂ ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਪ੍ਰਪੇਅਰ ਨਹੀਂ। ਤਾਂ ਹੀ ਤਾਂ ਦੁਨੀਆ ਦੇ ਐਡੇ ਟੈਕਨੋਲੋਜੀ ਭਰੇ ਦੇਸ਼ਾਂ ਦੇ ਵਿੱਚ US, ਚਾਈਨਾ, ਰਸ਼ੀਆ, ਉੱਥੇ ਸਾਈਬਰ ਥ੍ਰੈਟ ਐਕਸਟ੍ਰੀਮ ਲੈਵਲ ਤੇ ਆ। ਇੰਡੀਆ ਫਿਰ ਵੀ 10ਵੇਂ ਨੰਬਰ ਤੇ ਆ, ਪਰ ਇੰਡੀਆ ਵਾਸਤੇ ਇਹ ਚੁਣੌਤੀ ਆ ਕਿ ਨੁਕਸਾਨ ਤਾਂ ਨੁਕਸਾਨ ਹੀ ਆ। ਨੈਕਸਟ, ਉਸ ਤੋਂ ਬਾਅਦ ਗਲੋਬਲ ਹੈਪਾਟਾਈਟਿਸ ਰਿਪੋਰਟ, ਠੀਕ ਆ। ਤੁਹਾਨੂੰ ਪਤਾ ਹੈ ਕਿ ਹੈਪਾਟਾਈਟਿਸ ਇੱਕ ਡਿਜ਼ੀਜ਼ ਆ, ਇੱਕ ਵਾਇਰਲ ਡਿਜ਼ੀਜ਼ ਆ ਜਿਹੜੀ ਕਿ ਦੁਨੀਆ ਦੇ ਵਿੱਚ ਬੜੀ ਖਤਰਨਾਕ ਆ। ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ ਸਿਹਤ ਸੰਗਠਨ ਖੁਦ ਮੰਨਦਾ ਬੱਚੇ ਕਿ ਤਬਦੀਕ ਟਿਊਬਰਕਲੋਸਿਸ ਤੋਂ ਬਾਅਦ ਦੁਨੀਆ ਦੀ ਦੂਜੇ ਨੰਬਰ ਤੇ ਜਿਹੜੀ ਖਤਰਨਾਕ ਡਿਜ਼ੀਜ਼ ਆ ਉਹ ਹੈਪਾਟਾਈਟਿਸ B ਤੇ C ਇਨਫੈਕਸ਼ਨ ਆ, ਜਿਹੜਾ ਸਪੈਸ਼ਲੀ B ਤੇ C। ਇਹ ਮੈਂ ਨਹੀਂ ਕਹਿ ਰਿਹਾ, ਇਹ WHO ਦੀ ਰਿਪੋਰਟ ਕਹਿ ਰਹੀ ਹੈ। ਸੋ ਇਹਨੂੰ ਦੁਨੀਆ 'ਚ ਦੂਜੇ ਨੰਬਰ ਦੀ ਖਤਰਨਾਕ ਬਿਮਾਰੀ ਦੱਸਿਆ ਗਿਆ। 1.5 ਮਿਲੀਅਨ ਲੋਕ ਜਿਹੜੇ ਐਨੂਅਲੀ ਇਹਦੇ ਕਰਕੇ ਆਪਣੀ ਜਾਨ ਤੋਂ ਹੱਥ ਧੋ ਬਹਿੰਦੇ ਆ ਤੇ 30 ਤੋਂ ਲੈ ਕੇ 54 ਤੱਕ ਦੇ ਲੋਕ ਇਹਦੇ 'ਚ ਜਿਹੜੇ ਆ ਉਹਨਾਂ ਦਾ ਦੱਸਿਆ ਕਿ ਉਹਨਾਂ ਦੇ ਬਹੁਤ ਵੱਡਾ ਬਰਡਨ ਆ ਇਹਦੇ ਤੇ। ਸੋ ਹੈਪਾਟਾਈਟਿਸ ਬੇਸਿਕਲੀ ਹੈ ਕੀ ਆ, ਲੀਵਰ ਦੇ ਵਿੱਚ ਇੱਕ ਜਲਨ ਨੂੰ, ਹੈਪਾਟਾਈਟਿਸ ਦਾ ਮਤਲਬ ਹੀ ਹੈ ਜਲਨ ਕਰਕੇ ਬਿਮਾਰੀ ਪੈਦਾ ਹੋਣ ਵਾਲੀ। ਸੋ ਹੈਪਾ ਪਲੱਸ ਟਾਈਟਸ, ਜਲਨ ਇਨ ਲੀਵਰ, ਸੋ ਉੱਥੋਂ ਇਹ ਡਿਜ਼ੀਜ਼ ਜਿਹੜੀ ਆ ਉਹ ਨਿਕਲਦੀ ਆ। ਸੋ ਇਹਦੇ 'ਚ ਦੱਸਿਆ ਗਿਆ ਕਿ ਬੇਸਿਕਲੀ ਵਾਇਰਲ ਡਿਜ਼ੀਜ਼ ਆ ਹੈਪਾਟਾਈਟਿਸ ਵਾਇਰਲ, ਪਰ ਇਸ ਤੋਂ ਬਿਨਾਂ ਕੰਟੈਮੀਨੇਟਡ ਫੂਡ, ਸੈਕਸ਼ੂਅਲ ਕੰਟੈਕਟ, ਕਿਉਂਕਿ ਇਹ ਕਈ ਕੈਟੇਗਰੀਜ਼ 'ਚ ਆ ਜਾਂਦੀ ਨਾ, ਹੈਪਾਟਾਈਟਿਸ A, ਹੈਪਾਟਾਈਟਿਸ B,
ਸੋ ਹਰ ਇੱਕ ਦੀ ਕੈਟੇਗਰੀ ਦੱਸੀ ਹੋਈ ਆ ਕਿ ਇਹਦੇ ਵਾਸਤੇ ਜਿਹੜਾ ਹੈਪਾਟਾਈਟਿਸ ਏ ਵਾਇਰਸ ਆ ਉਹ ਕਿੱਥੋਂ ਪੈਦਾ ਹੁੰਦਾ ਹੈ, ਹੈਪਾਟਾਈਟਿਸ ਬੀ ਵਾਇਰਸ ਬਲੱਡ ਚੋਂ, ਹੈਪਾਟਾਈਟਿਸ ਸੀ, ਹੈਪਾਟਾਈਟਿਸ ਡੀ ਤੇ ਈ। ਫਿਰ ਉਸ ਤੋਂ ਬਾਅਦ ਟਰਾਂਸਮਿਸ਼ਨ ਕਿਵੇਂ ਹੁੰਦੀ ਹੈ, ਠੀਕ ਹੈ, ਕਿ ਕਿਹਦੇ ਥਰੂ ਸਪਰੈਡ ਹੁੰਦਾ ਹੈ, ਫਿਰ ਇਹ ਕਰੋਨਿਕ ਹੈ ਕਿ ਨਹੀਂ, ਮਤਲਬ ਕਿ ਇਹ ਲੰਮਾ ਚੰਬਲਣ ਵਾਲੀ ਬਿਮਾਰੀ ਹੈ ਕਿ ਨਹੀਂ, ਫਿਰ ਇਹਦੇ ਪ੍ਰੀਵੈਂਸ਼ਨ ਬਾਰੇ ਦੱਸਿਆ ਹੈ। ਬੇਸਿਕਲੀ ਆਪਾਂ ਨੂੰ ਇੱਕ ਇੰਨਾ ਕੁ ਆਈਡੀਆ ਹੋਣਾ ਚਾਹੀਦਾ ਸੀ ਇਹਦੇ 'ਚ, ਤੇ ਤੁਹਾਨੂੰ ਬਸ ਇਹ ਪਤਾ ਹੋਵੇ ਕਿ ਵਰਲਡ ਹੈਪਾਟਾਈਟਿਸ ਡੇ ਜਿਹੜਾ ਹੈ ਉਹ 28 ਜੁਲਾਈ ਨੂੰ ਮਨਾਇਆ ਜਾਂਦਾ ਹੈ। ਤੇ ਜਿੰਨੇ ਵੀ ਇਹ ਡਿਜ਼ੀਜ਼ ਨਾਲ ਰਿਲੇਟਡ ਡੇ ਆ ਨਾ, ਇਹ ਜ਼ਿਆਦਾਤਰ ਡਿਕਲੇਅਰ ਕੀਤੇ ਗਏ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ। ਜੇ ਹੈਪਾਟਾਈਟਿਸ ਦੀ ਗੱਲ ਹੋਈ ਆ, ਇਟਸ ਟਾਈਮ ਫॉर ਐਕਸ਼ਨ, ਇਟ ਇਜ਼ ਦੀ ਥੀਮ ਫॉर ਵਰਲਡ ਹੈਪਾਟਾਈਟਿਸ ਡੇ 2024, ਠੀਕ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਕਿਹੜੇ ਕਿਹੜੇ ਡੇ ਮਨਾਉਂਦਾ ਹੈ, ਆਜੋ ਥੋੜੀ ਜੀ ਗੱਲ ਕਰ ਲੈਂਦੇ ਆ। ਜਿਹੜੀਆਂ ਦੁਨੀਆ ਦੇ ਵਿੱਚ ਨੈਗਲੈਕਟ ਹੋ ਚੁੱਕੀਆਂ ਟ੍ਰੋਪੀਕਲ ਡਿਜ਼ੀਜ਼ ਨੇ, ਜਿਨ੍ਹਾਂ ਬਾਰੇ ਅਸੀਂ ਗੌਰ ਵੀ ਨਹੀਂ ਕਰਦੇ, ਮਲੇਰੀਆ ਟਾਈਪ, ਠੀਕ ਆ, ਉਹਨਾਂ ਨੂੰ ਵਰਲਡ ਨੈਗਲੈਕਟਡ ਟ੍ਰੋਪੀਕਲ ਡਿਜ਼ੀਜ਼ ਡੇ 30 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸਬਤਿਕ ਦਿਵਸ ਵਰਲਡ ਟੀਬੀ ਡੇ, ਟਿਊਬਰਕਲੋਸਿਸ ਡੇ 24 ਤਰੀਕ ਨੂੰ। ਵਰਲਡ ਹੈਲਥ ਡੇ ਜਿਸ ਦਿਨ WHO ਬਣਿਆ ਸੀ 7 ਅਪ੍ਰੈਲ ਨੂੰ। ਵਰਲਡ ਚਾਗਾਸ ਡਿਜ਼ੀਜ਼ ਡੇ 14 ਅਪ੍ਰੈਲ ਨੂੰ। ਮਲੇਰੀਆ ਡੇ 25 ਅਪ੍ਰੈਲ ਨੂੰ। ਇਮਿਊਨਾਈਜੇਸ਼ਨ ਵੀਕ ਅਪ੍ਰੈਲ ਦਾ ਲਾਸਟ ਵੀਕ। ਨੋ ਟਬੈਕੋ ਡੇ 31 ਮਈ। ਬਲੱਡ ਡੋਨਰਸ ਡੇ 14 ਜੂਨ। ਇਸ ਤੋਂ ਬਾਅਦ ਹੋਰ ਵੀ ਬੜੇ ਇੰਪੋਰਟੈਂਟ ਨੇ ਆਪਣੇ ਕੋਲ। ਵਰਲਡ ਡਰਾਇੰਗ ਪ੍ਰੀਵੈਂਸ਼ਨ ਡੇ 25 ਜੁਲਾਈ। ਹੈਪਾਟਾਈਟਿਸ ਡੇ 28 ਜੁਲਾਈ। ਪੇਸ਼ੈਂਟ ਸੇਫਟੀ ਡੇ 17 ਸਤੰਬਰ। ਵਰਲਡ AMR ਅਵੇਅਰਨੈਸ ਵੀਕ 18 ਤੋਂ 24 ਨਵੰਬਰ। ਏਡਸ ਡੇ 1 ਦਸੰਬਰ। ਸੋ ਜਿਹੜੇ ਬਹੁਤ ਇੰਪੋਰਟੈਂਟ ਆ, ਮੇਰੇ ਹਿਸਾਬ ਨਾਲ ਤੁਹਾਨੂੰ ਉਹ ਤਿਆਰ ਕਰ ਲੈਣੇ ਚਾਹੀਦੇ ਆ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ, ਜੈਂਡਰ ਇਨਇਕੁਐਲਿਟੀ ਇੰਡੈਕਸ। ਜੈਂਡਰ ਇਨਇਕੁਐਲਿਟੀ ਇੰਡੈਕਸ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕੁਝ ਫੈਕਟਰਸ ਜਿਹੜੇ ਆ ਆਲਮੋਸਟ, ਜਿਵੇਂ ਇਨਇਕੁਐਲਿਟੀ ਸਿਮਿਲਰਲੀ ਦੋ ਇਹੋ ਜਿਹੇ ਇੰਡੈਕਸ ਨੇ ਜਿਹੜੇ ਵਰਲਡ ਇਕਨੋਮਿਕ ਫੋਰਮ ਰਿਲੀਜ਼ ਕਰਦੀ ਹੈ। ਜੈਂਡਰ ਗਲੋਬਲ ਜੈਂਡਰ ਗੈਪ ਰਿਪੋਰਟ ਜਿਹੜੀ ਆ, ਉਹਦੇ 'ਚ ਇੰਡੀਆ ਦਾ ਰੈਂਕ 108 ਰੱਖਿਆ ਗਿਆ ਇਨਇਕੁਐਲਿਟੀ ਇੰਡੈਕਸ ਦੇ ਵਿੱਚ। ਇਹਦੇ 'ਚ ਇਹ ਦੇਖਿਆ ਜਾਂਦਾ ਹੈ ਕਿ ਔਰਤਾਂ ਦੀ ਰੀਪਰੋਡਕਟਿਵ ਹੈਲਥ, ਉਹਨਾਂ ਨੂੰ ਕਿੰਨਾ ਪਿੱਛੇ ਰੱਖਿਆ ਗਿਆ, ਉਹਨਾਂ ਨੂੰ ਇੰਪਾਵਰਮੈਂਟ ਤੇ ਲੇਬਰ ਮਾਰਕੀਟ 'ਚ ਉਹਨਾਂ ਦੀ ਇੰਪੋਰਟੈਂਸ। ਸੋ ਇਹਦੇ 'ਚ ਜੇ ਟੌਪ ਗੱਲ ਕਰੀਏ ਤਾਂ ਨਾਰਵੇ ਆ, ਸਵਿਟਜ਼ਰਲੈਂਡ ਤੇ ਸਵੀਡਨ ਆ। ਇੰਡੀਆ ਦਾ ਰੈਂਕ 108 ਹੈ ਇਹਦੇ 'ਚ। ਐਂਡ ਇਹ ਰਿਪੋਰਟ ਜਿਹੜੀ ਆ ਬੇਸਿਕਲੀ ਇਹ ਰਿਪੋਰਟ ਥੋੜੀ ਜਿਹੀ ਇਹਦੇ 'ਚ ਗਲਤ ਹੋ ਗਈ ਸ਼ਾਇਦ। ਗਲੋਬਲ ਜੈਂਡਰ ਗੈਪ ਰਿਪੋਰਟ ਮੈਂ ਕਨਫਰਮ ਕਰਨਾ ਇੱਕ ਵਾਰ ਕਿ UNDP ਦੀ ਹੈ ਕਿ ਵਰਲਡ ਇਕਨੋਮਿਕ ਫੋਰਮ ਦੀ ਹੈ। ਹਾਂਜੀ, ਪਲੀਜ਼ ਇੱਥੇ ਸਹੀ ਕਰ ਲਿਓ ਕਿਉਂਕਿ ਜੈਂਡਰ ਇਨਇਕੁਐਲਿਟੀ ਇੰਡੈਕਸ UNDP ਦੁਆਰਾ ਤਿਆਰ ਕੀਤਾ ਜਾਂਦਾ ਹੈ, ਠੀਕ ਹੈ। ਸੋ ਜੈਂਡਰ ਇਨਇਕੁਐਲਿਟੀ ਇਹ ਥੋੜਾ ਜਿਹਾ ਇਹਨੂੰ ਕੱਟ ਹੀ ਦਿਓ, ਆਹ ਵਾਲੀ ਚੀਜ਼ ਹੈ ਜਿਹੜੀ, ਠੀਕ ਹੈ। ਜੈਂਡਰ ਇਨਇਕੁਐਲਿਟੀ ਇੰਡੈਕਸ ਹੋ ਗਿਆ ਇਹ UNDP ਤੇ ਜਿਹੜਾ ਆਪਾਂ ਜੈਂਡਰ ਗੈਪ ਰਿਪੋਰਟ ਸੀਗੀ ਉਹ ਵਰਲਡ ਇਕਨੋਮਿਕ, ਆਲਮੋਸਟ ਸੇਮ ਲਾਈਨਸ ਤੇ ਚੱਲਦੀ ਹੈ, ਥੋੜਾ ਜਿਹਾ ਤਾਂ ਹੀ ਕਨਫਿਊਜ਼ ਹੋ ਗਏ। ਸੋ ਜੈਂਡਰ ਇਨਇਕੁਐਲਿਟੀ ਇੰਡੈਕਸ ਦੇ ਵਿੱਚ ਕਿਹੜੇ ਕਿਹੜੇ ਫੈਕਟਰਸ ਜਿਹੜੇ ਆ ਉਹ ਦੇਖੇ ਜਾਂਦੇ। ਇੰਡੀਆ ਦਾ ਰੈਂਕ 193 ਚੋਂ 108ਵਾਂ ਰੈਂਕ ਆ। ਰਿਪੋਰਟ 2022 ਤੋਂ ਬਾਅਦ ਆਈ ਨਹੀਂ, ਇਹ ਲੇਟੈਸਟ, ਤੇ ਇਹਦੇ ਦੇ ਕਰੰਟ ਅਫੇਅਰਸ 'ਚ ਸ਼ਾਇਦ ਕੁਐਸਚਨ ਨਾ ਪੁੱਛਿਆ ਜਾਵੇ, ਪਰ ਹਾਂ ਜੈਂਡਰ ਇਨਇਕੁਐਲਿਟੀ ਇੰਡੈਕਸ ਦੇ ਵਿੱਚ ਇਹ ਗੱਲ ਬੜੀ ਕਲੀਅਰ ਆ, ਜਿਹੜੇ ਦੇਸ਼ ਹੁਣ ਇਹਦੇ 'ਚ ਕਵਰ ਹੁੰਦੇ ਆ, ਜਿਹੜੇ ਫੈਕਟਰਸ ਇਹਦੇ 'ਚ ਦੇਖੇ ਜਾਂਦੇ ਆ, ਰੀਪਰੋਡਕਟਿਵ ਹੈਲਥ, ਵੂਮਨ ਇੰਪਾਵਰਮੈਂਟ ਤੇ ਲੇਬਰ ਮਾਰਕੀਟ ਪਾਰਟਿਸਿਪੇਸ਼ਨ। ਪਲੀਜ਼ ਇਸ ਚੀਜ਼ ਨੂੰ ਕੱਟਿਆ ਜਾਵੇ ਬਿਕੋਜ਼ ਇਹ ਜੋ ਗਲੋਬਲ ਜੈਂਡਰ ਗੈਪ ਰਿਪੋਰਟ ਤੇ ਜੋ ਮੈਂ ਪੜ੍ਹਾ ਰਿਹਾ ਦੈਟ ਇਜ਼ ਗਲੋਬਲ ਇਨਇਕੁਐਲਿਟੀ ਇੰਡੈਕਸ। ਸੋ ਇਸ ਗਲੋਬਲ ਇਨਇਕੁਐਲਿਟੀ ਇੰਡੈਕਸ ਦਾ ਜਿਹੜਾ 2022 ਦਾ ਅੰਕੜਾ ਹੈ ਉਹਦੇ 'ਚ ਇੰਡੀਆ 108ਵੇਂ ਨੰਬਰ ਤੇ ਹੈ। ਤੇ ਇਹਦੇ 'ਚ ਫੈਕਟਰ ਦੇਖੇ ਜਾਂਦੇ ਆ ਔਰਤਾਂ ਦੀ ਰੀਪਰੋਡਕਟਿਵ ਹੈਲਥ, ਵੂਮਨ ਇੰਪਾਵਰਮੈਂਟ ਤੇ ਲੇਬਰ ਪਾਰਟਿਸਿਪੇਸ਼ਨ ਰੇਟ, ਕਿ ਔਰਤਾਂ ਦੀ ਭਾਗੀਦਾਰੀ ਕਿੰਨੀ ਹੈ ਕੰਮ ਕਰਨ 'ਚ।
ਇਹਦੇ ਚ ਨਾਰਵੇ ਪਹਿਲੇ ਨੰਬਰ ਤੇ ਆ, ਸਵਿਟਜ਼ਰਲੈਂਡ ਦੂਜੇ ਨੰਬਰ ਤੇ ਆ, ਇੰਡੀਆ ਦਾ ਰੈਂਕ 108। ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਜਿਹੜੇ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਰਿਪੋਰਟ ਜਾਰੀ ਕਰਦੇ ਆ, ਉਹੀ ਇਹ ਰਿਪੋਰਟ ਜਾਰੀ ਕਰਦੇ ਆ। ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਇੰਡੈਕਸ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਇੱਕ ਸੰਸਥਾ ਹੈ। ਯੂਨਾਈਟਿਡ ਨੇਸ਼ਨਸ ਕਈ ਪ੍ਰੋਗਰਾਮ ਚਲਾਉਂਦਾ ਹੈ। ਡਿਵੈਲਪਮੈਂਟ ਵਾਸਤੇ ਉਹਨਾਂ ਦਾ ਪ੍ਰੋਗਰਾਮ ਹੈ UNDP, ਇਨਵਾਇਰਨਮੈਂਟ ਵਾਸਤੇ ਉਹਨਾਂ ਦਾ ਪ੍ਰੋਗਰਾਮ ਆ UNEP। UNDP ਦੀ ਸ਼ੁਰੂਆਤ ਆਈ ਥਿੰਕ ਉਹਨਾਂ ਨੇ 1963 ਦੇ ਨੇੜੇ ਕੀਤੀ ਸੀ। UNEP ਯੂਨਾਈਟਿਡ ਨੇਸ਼ਨਸ এনवायरमेंट ਪ੍ਰੋਗਰਾਮ ਦੀ ਸ਼ੁਰੂਆਤ ਉਹਨਾਂ ਨੇ 5 ਜੂਨ 1972 ਨੂੰ ਕੀਤੀ ਸੀ। ਇੱਕ ਉਹਨਾਂ ਦਾ ਬੱਚਿਆਂ ਵਾਸਤੇ ਪ੍ਰੋਗਰਾਮ ਚੱਲਦਾ ਹੈ UNICEF। ਸੋ ਯੂਨਾਈਟਿਡ ਨੇਸ਼ਨਸ ਦੇ 3 ਬੜੇ ਮੇਨ ਪ੍ਰੋਗਰਾਮ ਨੇ, ਉਹਨਾਂ ਚੋਂ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਸਭ ਤੋਂ ਮੇਨ ਆ। ਇਹ ਗਲੋਬਲ ਜੈਂਡਰ ਇਨਇਕੁਐਲਿਟੀ ਇੰਡੈਕਸ ਵੀ ਰਿਲੀਜ਼ ਕਰਦਾ ਹੈ। ਇਹਨਾਂ ਦੀ ਇੱਕ ਰਿਪੋਰਟ ਸਭ ਤੋਂ ਮਸ਼ਹੂਰ ਆ ਹਿਊਮਨ ਡਿਵੈਲਪਮੈਂਟ ਇੰਡੈਕਸ। ਇਹ ਦੋਵੇਂ ਰਿਪੋਰਟਾਂ ਇਹਨਾਂ ਦੀਆਂ ਸਭ ਤੋਂ ਵੱਧ ਫੇਮਸ ਨੇ। ਸੋ ਹਿਊਮਨ ਡਿਵੈਲਪਮੈਂਟ ਇੰਡੈਕਸ ਤੇ ਦੂਜੀ ਗੱਲ ਜੈਂਡਰ ਇਨਇਕੁਐਲਿਟੀ ਇੰਡੈਕਸ, ਇਹ ਦੋ ਰਿਪੋਰਟਾਂ ਬਹੁਤ ਇੰਪੋਰਟੈਂਟ ਆ। ਤੇ ਤੁਹਾਨੂੰ ਇਹ ਵੀ ਪਤਾ ਹੈ ਕਿ UNDP ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ। ਸਸਟੇਨੇਬਲ ਡਿਵੈਲਪਮੈਂਟ ਗੋਲਸ ਜਿਹੜੇ 17 ਦੁਨੀਆ ਨੂੰ ਟਿਕਾਊ ਵਿਕਾਸ ਟੀਚੇ ਆ, ਉਹ ਵੀ UNDP ਦੁਆਰਾ ਹੀ ਦਿੱਤੇ ਗਏ ਆ। ਠੀਕ ਹੈ, ਸੋ ਇਸ ਰਿਪੋਰਟ 'ਚ ਥੋੜਾ ਜਿਹਾ ਮੈਂ ਕਨਫਿਊਜ਼ ਹੋ ਗਿਆ। ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਆਲਰੇਡੀ ਉੱਪਰ ਪੜ੍ਹਾਈ ਹੋਈ ਰਿਪੋਰਟ ਆ ਜਿਹੜੀ, ਉਹਦੇ ਨਾਲ ਮੈਂ ਥੋੜਾ ਜਿਹਾ ਕਨਫਿਊਜ਼ ਹੋ ਗਿਆ ਸੀ। ਇਹਦੇ ਨਾਲ ਉਹ ਮੈਂ ਕਲੈਰਿਟੀ ਕਰਤੀ ਇਹਦੇ 'ਚ। ਅੱਗੇ ਆ ਗਿਆ ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ, ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ। ਗਲੋਬਲ ਲੈਵਲ ਤੇ ਹਿਊਮਨ ਡਿਵੈਲਪਮੈਂਟ ਇੰਡੈਕਸ ਮਨੁੱਖੀ ਵਿਕਾਸ ਸੂਚਕਾਂਕ, ਬੱਚੇ ਇਹ ਸਭ ਤੋਂ ਇੰਪੋਰਟੈਂਟ ਰਿਪੋਰਟ ਆ ਜਿਹਨੂੰ UNDP ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਵਾਲੇ ਰਿਲੀਜ਼ ਕਰਦੇ ਆ। ਇਸ ਰਿਪੋਰਟ ਦੀ ਖਾਸੀਅਤ ਇਹ ਆ ਕਿ ਇਹਦੇ 'ਚ ਦੇਖਿਆ ਜਾਂਦਾ ਹੈ ਕਿ ਓਵਰਆਲ ਇੱਕ ਮਨੁੱਖ ਦਾ ਵਿਕਾਸ ਕਿੰਨਾ ਹੋਇਆ ਹੈ। ਇਹਦੇ 'ਚ 4 ਫੈਕਟਰਸ ਦੇਖੇ ਜਾਂਦੇ ਆ ਬੇਸਿਕਲੀ। ਇੱਕ ਤਾਂ ਇਹਦੇ 'ਚ ਦੇਖਿਆ ਜਾਂਦਾ ਹੈ ਕਿ ਲਾਈਫ ਐਕਸਪੈਕਟੈਂਸੀ ਐਟ ਬਰਥ, ਕਿ ਤੁਹਾਡੀ ਉਮਰ ਕਿੰਨੀ ਵਧੀ ਹੋਈ ਹੈ। ਠੀਕ ਹੈ, ਇੱਕ ਫੈਕਟਰ ਇਹਦੇ 'ਚ ਦੇਖਿਆ ਜਾਂਦਾ ਹੈ ਤੁਹਾਡੀ ਪਰ ਕੈਪੀਟਾ ਇਨਕਮ, GNI ਪਰ ਕੈਪੀਟਾ, ਗ੍ਰੋਸ ਨੈਸ਼ਨਲ ਇਨਕਮ ਪਰ ਕੈਪੀਟਾ, ਪ੍ਰਤੀ ਵਿਅਕਤੀ ਤੁਹਾਡੀ ਕੁੱਲ ਰਾਸ਼ਟਰੀ ਆਮਦਨ। 2 ਫੈਕਟਰਸ ਹੋਰ ਦੇਖੇ ਜਾਂਦੇ ਆ, ਇੱਕ ਮੀਨ ਈਅਰ ਆਫ ਸਕੂਲਿੰਗ, ਇੱਕ ਐਕਸਪੈਕਟਡ ਈਅਰਸ ਆਫ ਸਕੂਲਿੰਗ। ਮੀਨ ਈਅਰ ਆਫ ਸਕੂਲਿੰਗ ਔਸਤਨ ਤੁਸੀਂ ਕਿੰਨੇ ਸਾਲ ਸਕੂਲ ਗਏ, ਤੇ ਐਕਸਪੈਕਟਡ ਈਅਰ ਆਫ ਸਕੂਲਿੰਗ ਕਿ ਤੁਹਾਡੇ ਦੇਸ਼ ਦੇ ਵਿੱਚ ਕਿਸ ਲੈਵਲ ਤੱਕ ਦੀ ਪਰਸੈਪਸ਼ਨ ਬਣੀ ਹੋਈ ਆ ਕਿ ਇੱਥੋਂ ਤੱਕ ਬੱਚੇ ਦੀ ਸਕੂਲਿੰਗ ਪੂਰੀ ਹੁੰਦੀ ਹੈ। ਸੋ ਦੋਵਾਂ ਦੀ ਐਵਰੇਜ ਕੱਢ ਲਈ ਜਾਂਦੀ ਹੈ, ਐਕਸਪੈਕਟਡ ਈਅਰ ਆਫ ਸਕੂਲਿੰਗ ਤੇ ਮੀਨ ਈਅਰ ਆਫ ਸਕੂਲਿੰਗ। ਇੱਥੋਂ ਚੈੱਕ ਹੁੰਦੀ ਆ ਨੌਲੇਜ, ਤੇ ਲਾਈਫ ਐਕਸਪੈਕਟੈਂਸੀ ਤੋਂ ਚੈੱਕ ਹੁੰਦੀ ਹੈ ਹੈਲਦੀ ਲਾਈਫ, ਤੇ ਪਰ ਕੈਪੀਟਾ ਇਨਕਮ ਤੋਂ ਚੈੱਕ ਹੁੰਦਾ ਸਟੈਂਡਰਡ ਆਫ ਲਿਵਿੰਗ। ਫਿਰ ਇਹਨਾਂ ਤਿੰਨਾਂ ਦਾ ਮੀਨ ਕੱਢਿਆ ਜਾਂਦਾ, ਜਿਓਮੈਟ੍ਰਿਕ ਮੀਨ। ਅਰਥਮੈਟਿਕ ਮੀਨ ਹੁੰਦਾ ਤਿੰਨਾਂ ਦਾ ਜੋੜ ਕਰਕੇ 3 ਨਾਲ ਭਾਗ ਕਰਨਾ। ਜਿਓਮੈਟ੍ਰਿਕ ਮੀਨ ਹੁੰਦਾ ਤਿੰਨਾਂ ਨੂੰ ਗੁਣਾ ਕਰਕੇ ਉਹਨਾਂ ਦਾ ਕਿਊਬ ਰੂਟ, ਘਣ ਮੂਲ ਕਰ ਦੇਣਾ। ਸੋ ਇਹਨਾਂ ਦਾ ਜਿਓਮੈਟ੍ਰਿਕ ਮੀਨ ਲਿਆ ਜਾਂਦਾ ਹੈ। ਠੀਕ ਹੈ, ਤੇ HDI ਇੰਡੈਕਸ ਕਿਹੜੇ-ਕਿਹੜੇ SDG, ਕਿਹੜੇ-ਕਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਪੂਰਾ ਕਰਦਾ ਹੈ। SDG 3, SDG 4 ਤੇ 8 ਨੂੰ। ਸੋ ਇਹ SDG ਉੱਪਰ ਕੰਪੇਅਰ ਕਰਕੇ ਦੇਖਿਓ ਕਿ ਜਿਹੜਾ 8ਵਾਂ SDG ਆ ਉਹ ਸਾਡਾ ਸਟੈਂਡਰਡ ਆਫ ਲਿਵਿੰਗ ਨਾਲ ਰਿਲੇਟਡ ਆ। ਚੌਥਾ ਜਿਹੜਾ ਹੈ ਉਹ ਕੁਆਲਿਟੀ ਐਜੂਕੇਸ਼ਨ ਨਾਲ ਰਿਲੇਟਡ ਆ। ਜਿਹੜਾ ਤੀਜਾ ਹੈ ਉਹ ਗੁੱਡ ਹੈਲਥ ਨਾਲ ਰਿਲੇਟਡ ਆ। ਉੱਪਰ ਪੜ੍ਹ ਕੇ ਦੇਖਿਓ, ਮੈਂ ਪੜ੍ਹਾਈ ਵੀ ਆ। ਇਹਨਾਂ ਦੀ ਐਵਰੇਜ ਕੱਢੀ ਜਾਂਦੀ ਆ। ਅਸਲ 'ਚ ਇਹ ਹਿਊਮਨ ਡਿਵੈਲਪਮੈਂਟ ਦੀ ਰਿਪੋਰਟ ਜਿਹੜੀ ਆ ਇਹ ਪਹਿਲੀ ਵਾਰ ਤਿਆਰ ਹੋਈ ਸੀ 1990 'ਚ। ਇਹਦਾ ਕਨਸੈਪਟ ਦਿੱਤਾ ਸੀ ਪਾਕਿਸਤਾਨ ਦੇ ਇੱਕ ਅਰਥ ਸ਼ਾਸਤਰੀ ਸੀ ਮਹਿਬੂਬੁਲ ਹਕ। ਇਹ ਬਾਅਦ 'ਚ ਉੱਥੋਂ ਦੇ ਫਾਈਨਾਂਸ ਮਿਨਿਸਟਰੀ ਵੀ ਰਹੇ ਆ। ਉਹਦੇ ਨਾਲ ਇਹ ਰਿਪੋਰਟ ਇੰਡੀਅਨ ਨੋਬਲ ਵਿਨਰ ਅਮਰਤਿਆ ਸੇਨ, ਇੰਡੀਅਨ ਇਕਨੋਮਿਸਟ, ਇਹਨਾਂ ਦੋਵਾਂ ਨੂੰ ਸਾਂਝਾ ਨੋਬਲ ਪ੍ਰਾਈਜ਼ ਮਿਲਿਆ ਸੀ 97 ਵਿੱਚ ਇਸੇ ਰਿਪੋਰਟ ਨੂੰ ਬਣਾਉਣ ਕਰਕੇ। ਕਹਿੰਦੇ ਜੀ ਇਹ ਰਿਪੋਰਟ ਬੜੀ ਮਸ਼ਹੂਰ ਰਿਪੋਰਟ ਆ ਤੇ ਅੱਜ ਵੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਰਿਪੋਰਟ ਮੰਨੀ ਜਾਂਦੀ ਹੈ ਕਿ ਦੁਨੀਆ ਦੀ ਟੌਪ ਲੈਵਲ ਦੀ ਰਿਪੋਰਟ ਆ। ਕਹਿੰਦੇ ਇਹਦੇ 'ਚ 0 ਤੋਂ ਲੈ ਕੇ 1 ਦੇ ਵਿੱਚ ਨੰਬਰ ਦਿੱਤੇ ਜਾਂਦੇ ਆ। ਜੇ ਤੁਹਾਡੇ ਪੁਆਇੰਟ 80 ਤੋਂ ਉੱਪਰ ਨੰਬਰ ਆ ਤਾਂ ਤੁਸੀਂ ਵੈਰੀ ਹਾਈ HDI ਕੰਟਰੀ ਹੋ। 70 ਤੋਂ 80 ਦੇ ਵਿੱਚ ਹਾਈ HDI ਕੰਟਰੀ ਹੋ। 55 ਤੋਂ 70 ਦੇ ਵਿੱਚ ਮੀਡੀਅਮ HDI ਕੰਟਰੀ ਹੋ। 55 ਤੋਂ ਥੱਲੇ ਲੋ HDI ਕੰਟਰੀ ਹੋ ਤੁਸੀਂ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਵੀ ਗੱਲ ਪਤਾ ਲੱਗ ਗਈ, ਇਹ ਵੀ ਪਤਾ ਲੱਗ ਗਈ ਕਿ ਕਿਹੜੀਆਂ 3 ਡਾਇਮੈਂਸ਼ਨਸ ਨੇ। ਉਹਨਾਂ ਦੇ ਵਿੱਚ 4 ਇੰਡੀਕੇਟਰ ਆ, ਇੱਕ ਐਕਸਪੈਕਟਡ ਈਅਰ, ਮੀਨ ਈਅਰ ਤੇ GNI ਤੇ ਲਾਈਫ ਐਕਸਪੈਕਟੈਂਸੀ। 3 ਡਾਇਮੈਂਸ਼ਨਸ ਨੇ। ਡਾਇਮੈਂਸ਼ਨਸ ਕਿਹੜੀਆਂ ਨੇ? ਇੱਕ ਤੁਹਾਡੀ ਹੈਲਦੀ ਲਾਈਫ ਦੇਖਣੀ, ਇੱਕ ਨੌਲੇਜ ਚੈੱਕ ਕਰਨੀ, ਇੱਕ ਸਟੈਂਡਰਡ ਆਫ ਲਿਵਿੰਗ। ਫਿਰ ਇੰਡੀਕੇਟਰਸ 4 ਕਿਉਂ ਆ? ਹੈਲਥੀ ਲਾਈਫ ਵਾਸਤੇ ਇੱਕੋ ਹੀ ਇੰਡੀਕੇਟਰ ਆ, ਲਾਈਫ ਐਕਸਪੈਕਟੈਂਸੀ ਐਟ ਬਰਥ। ਨੌਲੇਜ ਵਾਸਤੇ 2 ਇੰਡੀਕੇਟਰ ਆ, ਐਕਸਪੈਕਟਡ ਈਅਰ ਆਫ ਸਕੂਲਿੰਗ ਤੇ ਮੀਨ ਈਅਰ ਆਫ ਸਕੂਲਿੰਗ। ਤੇ ਫਿਰ ਉਸ ਤੋਂ ਬਾਅਦ ਸਟੈਂਡਰਡ ਆਫ ਲਿਵਿੰਗ ਵਾਸਤੇ ਇੱਕੋ ਹੀ ਇੰਡੀਕੇਟਰ ਆ, GNI ਪਰ ਕੈਪੀਟਾ। ਸੋ ਇਸ ਤਰੀਕੇ ਨਾਲ ਇਹ ਫਾਈਨਲ ਰਿਪੋਰਟ ਜਿਹੜੀ ਆ ਉਹ ਤਿਆਰ ਹੁੰਦੀ ਆ।
ਇਸ ਵਾਰ ਜਿਹੜੀ 23-24 ਦੀ ਰਿਪੋਰਟ ਆਈ ਆ, ਇਹਦਾ ਥੀਮ ਆ ਬ੍ਰੇਕਿੰਗ ਦੀ ਗ੍ਰਿਡ ਲੌਕ ਰੀਇਮੈਜਿੰਗ ਕੋਆਪਰੇਸ਼ਨ ਇਨ ਪੋਲਰਾਈਜ਼ਡ ਵਰਲਡ, ਕਿ ਦੁਨੀਆ ਦੇ ਵਿੱਚ ਜਿਹੜੀ ਧੜੇਬੰਦੀ ਹੋ ਚੁੱਕੀ ਆ ਉਹਨੂੰ ਦੁਬਾਰਾ ਇਕੱਠੇ ਕਰਨਾ। ਸੋ ਇਹ ਇਸ ਰਿਪੋਰਟ ਦਾ, ਇਸ ਵਾਰ ਦੀ ਰਿਪੋਰਟ ਦਾ ਥੀਮ ਆ। ਤੇ ਮੈਂ ਤੁਹਾਡੀ ਜਾਣਕਾਰੀ ਦੱਸਦਾ, ਟੌਪਰਸ ਸਵਿਟਜ਼ਰਲੈਂਡ, ਨਾਰਵੇ ਤੇ ਆਈਸਲੈਂਡ, ਇਹ ਟੌਪਰ ਨੇ। ਇਹਨਾਂ ਦੇ ਮਾਰਕਸ ਦੱਸਦੇ ਮੈਂ ਤੁਹਾਨੂੰ, ਠੀਕ ਆ। ਇਹ ਹਾਈ HDI ਕੰਟਰੀਜ਼ ਨੇ। ਇੰਡੀਆ ਦਾ ਇਸ ਵਾਰ ਸਕੋਰ 0.64 ਰਿਹਾ ਹੈ, 193 ਦੇਸ਼ਾਂ ਚੋਂ 134ਵੇਂ ਨੰਬਰ ਤੇ ਆ। ਸੋ ਇੰਡੀਆ ਨੂੰ ਇਸ ਵਾਰ ਮੀਡੀਅਮ HDI ਕੈਟੇਗਰੀ 'ਚ ਰੱਖਿਆ ਗਿਆ। ਤੇ ਮੈਂ ਤੁਹਾਡੀ ਇੱਕ ਗੱਲ ਹੋਰ ਦੱਸਦਾ, ਇੰਡੀਆ ਆਲਮੋਸਟ ਮੀਡੀਅਮ HDI ਇੰਡੈਕਸ 'ਚ ਹੀ ਰਹਿੰਦਾ ਹੈ। ਸੋ ਕੁੱਲ ਮਿਲਾ ਕੇ 2 ਰਿਪੋਰਟਾਂ ਜਿਹੜੀਆਂ ਇਹਨਾਂ ਦੀਆਂ UNDP ਦੀਆਂ ਬਹੁਤ ਮਸ਼ਹੂਰ ਹੋਈਆਂ, ਇੱਕ HDI ਤੇ ਇੱਕ GII। GII ਦੀ 2024 ਦੀ ਰਿਪੋਰਟ 2024 ਬਿਲਕੁਲ ਖਤਮ ਹੋਣ ਤੇ ਜਾਂ 2025 ਤੱਕ ਪਹੁੰਚ ਜਾਣੀ ਆ। ਤੇ ਕਈ ਵਾਰੀ ਇਹ ਰਿਪੋਰਟਾਂ 2-2 ਸਾਲ ਦੇ ਗੈਪ ਤੋਂ ਬਾਅਦ ਆਉਂਦੀਆਂ। ਸੋ ਇਹ ਦੋਵੇਂ ਰਿਪੋਰਟਾਂ UNDP ਦੀਆਂ, ਯੂਨਾਈਟਿਡ ਨੇਸ਼ਨਸ ਦਾ ਇੱਕ ਪ੍ਰੋਗਰਾਮ ਆ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ। ਜੈਂਡਰ ਗੈਪ ਰਿਪੋਰਟ ਜਿਹੜੀ ਆ ਉਹ ਵਰਲਡ ਇਕਨੋਮਿਕ ਫੋਰਮ ਦੀ ਆ, ਜਿਹੜੀ ਜੈਂਡਰ ਗੈਪ ਰਿਪੋਰਟ ਆ, ਠੀਕ ਹੈ ਨਾ, ਜਿਹੜੀ ਜੈਂਡਰ ਗੈਪ ਦੱਸਦੀ ਆ। ਸੋ ਆਪਸ 'ਚ ਕਨਫਿਊਜ਼ ਨਹੀਂ ਹੋਣਾ, ਤੁਸੀਂ ਆਪਣੇ ਹਿਸਾਬ ਨਾਲ ਇਹ ਸਾਰੇ ਦੇ ਸਾਰੇ ਇੰਡੈਕਸ ਜਿਹੜੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰਿਓ। ਉਸ ਤੋਂ ਬਾਅਦ ਅਗਲਾ ਕਰੰਟ ਅਫੇਅਰ ਆ ਗਿਆ ਇੰਟੈਲੈਕਚੁਅਲ ਪ੍ਰੋਪਰਟੀਜ਼ ਨੂੰ ਲੈ ਕੇ। ਬੱਚੇ, ਅਸੀਂ ਕਹਿੰਦੇ ਆ ਕਿ ਸਾਡੇ ਬੌਧਿਕ ਅਧਿਕਾਰ, ਅਸੀਂ ਇੱਕ ਸ਼ਬਦ ਵਰਤਦੇ ਆ ਕਿ ਯਾਰ ਮੈਂ ਕੋਈ ਚੀਜ਼ ਲਿਖੀ ਉਹਦੇ ਤੇ ਕਾਪੀਰਾਈਟ ਕਰਾ ਲਾਂ, ਮੈਂ ਕੁਝ ਲਿਖੇ, ਕੁਝ ਬਣਾਇਆ ਹੈ, ਉਹਦਾ ਟ੍ਰੇਡਮਾਰਕ ਹੋ ਜੇ ਮੇਰੇ ਕੋਲ, ਮੈਂ ਕੁਝ ਡਿਜ਼ਾਈਨ ਤਿਆਰ ਕੀਤਾ, ਮੇਰੇ ਕੋਲ ਪੇਟੈਂਟ ਆ ਜੇ, ਚਾਹੇ ਇਹ ਸਭ ਕੁਝ ਹੁੰਦਾ ਇੰਟੈਲੈਕਚੁਅਲ ਪ੍ਰੋਪਰਟੀ। ਕਿਸੇ ਦੇਸ਼ ਦੇ ਵਿੱਚ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਦਿੱਤੇ ਵੀ ਜਾਂਦੇ ਆ, ਹੁਣ ਭਾਰਤ 'ਚ ਦਿੱਤੇ ਜਾਂਦੇ ਆ, ਕਿਉਂਕਿ ਇੰਡੀਆ 'ਚ ਪੇਟੈਂਟ ਐਕਟ ਵੀ ਹੈ, ਕਾਪੀਰਾਈਟ ਐਕਟ ਵੀ ਹੈ, ਟ੍ਰੇਡਮਾਰਕ ਐਕਟ ਵੀ ਹੈ, GI ਐਕਟ, ਜੀਓਗ੍ਰਾਫਿਕਲ ਇੰਡੀਕੇਟਰ ਵੀ ਦਿੱਤਾ ਜਾਂਦਾ ਹੈ ਕਿਸੇ ਇਲਾਕੇ 'ਚ। ਦੱਸੋ ਕਿ ਪੰਜਾਬ ਦੀਆਂ ਉਹ ਕਿਹੜੀਆਂ 2 ਚੀਜ਼ਾਂ ਨੇ ਜਿਨ੍ਹਾਂ ਨੂੰ GI ਟੈਗ ਮਿਲਿਆ ਹੈ? GI ਟੈਗ ਇਜ਼ ਵਨ ਟਾਈਪ ਆਫ ਇੰਟੈਲੈਕਚੁਅਲ ਪ੍ਰੋਪਰਟੀ, ਜਿਹੜੀ ਇਸ ਕਰਕੇ ਦਿੱਤਾ ਜਾਂਦਾ ਕਿ ਇਹ ਚੀਜ਼ ਇਸ ਇਲਾਕੇ ਨਾਲ ਸੰਬੰਧਿਤ ਆ। ਕਾਪੀਰਾਈਟ, ਯਾਰ ਇਹ ਮਿਊਜ਼ਿਕ ਇਸ ਬੰਦੇ ਨੇ ਬਣਾਇਆ ਹੈ। ਪੇਟੈਂਟ, ਆਹ ਚੀਜ਼, ਇਹ ਡਿਜ਼ਾਈਨ ਇਹਨੇ ਤਿਆਰ ਕੀਤਾ ਹੈ। ਟ੍ਰੇਡਮਾਰਕ, ਯਾਰ ਆਹ ਲੋਗੋ ਇਹਦਾ ਬਣਾਇਆ ਹੋਇਆ ਹੈ। ਸੋ ਇਹ ਸਾਰੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨੇ। ਕਾਨੂੰਨ ਬਣਾਉਣ ਨਾਲ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਮਿਲ ਜਾਂਦੇ ਆ? ਨਹੀਂ, ਉਹਨਾਂ ਦੇ ਹੱਕਾਂ ਦੀ ਰਾਖੀ ਸਰਕਾਰਾਂ ਨੂੰ ਕਰਨੀ ਪੈਂਦੀ ਹੈ। ਸੋ US ਚੈਂਬਰ ਆਫ ਕਮਰਸ ਨੇ ਇੱਕ ਇੰਡੈਕਸ ਜਾਰੀ ਕੀਤਾ ਹੈ ਜਿਹਦੇ 'ਚ ਦੱਸਿਆ ਕਿ US ਸਭ ਤੋਂ ਟੌਪ ਤੇ ਆ ਆਪਣੇ ਇੰਟੈਲੈਕਚੁਅਲ ਪ੍ਰੋਪਰਟੀ ਦੇ ਹੱਕ ਰਾਖਵੇਂ ਰੱਖਣ ਵਾਸਤੇ ਲੋਕਾਂ ਦੇ। ਇੰਡੀਆ 55 ਚੋਂ 42ਵੇਂ ਨੰਬਰ ਤੇ, ਬਹੁਤ ਮਾੜੀ ਗੱਲ ਆ। ਇਹ ਇੰਡੈਕਸ US ਚੈਂਬਰ ਆਫ ਕਮਰਸ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇੱਕ ਗੱਲ ਬੜੀ ਕਲੀਅਰ ਆ, ਕਿਹੜੇ IPR ਹੁੰਦੇ ਆ? ਪੇਟੈਂਟ, ਟ੍ਰੇਡਮਾਰਕ, GI ਟੈਗ। ਇਹ 3 ਤਾਂ ਬਾਲੇ ਮਸ਼ਹੂਰ ਆ। ਇੰਡੀਆ ਦੇ ਵਿੱਚ ਇਹਨਾਂ ਦੀ ਰਖਵਾਲੀ ਕਰਨ ਵਾਲੀ ਜਿਹੜੀ ਮਿਨਿਸਟਰੀ ਆ ਉਹ ਹੈਗੀ ਆ ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, DPIIT, ਬੜਾ ਮਸ਼ਹੂਰ ਡਿਪਾਰਟਮੈਂਟ ਆ। ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦਾ ਹੈ? ਮਿਨਿਸਟਰੀ ਆਫ ਕਮਰਸ। ਪੇਟੈਂਟ ਦਿੱਤਾ ਜਾਂਦਾ ਹੈ 20 ਸਾਲ ਵਾਸਤੇ, ਟ੍ਰੇਡਮਾਰਕ 10 ਸਾਲ ਵਾਸਤੇ ਤੇ GI ਟੈਗ 10 ਸਾਲ ਵਾਸਤੇ। ਪੇਟੈਂਟ ਵਾਸਤੇ ਇੰਡੀਆ ਦਾ ਐਕਟ ਆ ਪੇਟੈਂਟ ਐਕਟ 1970। ਫਿਰ ਟ੍ਰੇਡਮਾਰਕ ਵਾਸਤੇ ਹੈਗਾ ਟ੍ਰੇਡਮਾਰਕ ਐਕਟ 1999 ਤੇ GI ਟੈਗ ਵਾਸਤੇ ਹੈਗਾ ਹੈ GI ਟੈਗ ਐਕਟ 1999। ਸੋ ਭਾਰਤ 'ਚ ਕਾਨੂੰਨ ਵੀ ਹੈਗੇ ਆ, ਪਰ ਕਈ ਵਾਰੀ ਨਾ ਕਾਨੂੰਨਾਂ ਦੀ ਉਨੇ ਤਰੀਕੇ ਨਾਲ ਇੰਪਲੀਮੈਂਟੇਸ਼ਨ ਨਾ ਹੋਣ ਕਰਕੇ ਮੇ ਵੀ ਇੱਕ ਕਾਰਨ ਹੋ ਸਕਦਾ ਕਿ ਇੰਡੀਆ ਦਾ ਰੈਂਕ ਆ ਜਿਹੜਾ ਉਹ ਪਿਛੜ ਗਿਆ ਹੋਵੇ। ਸੋ ਇਹ ਇੱਕ ਬੇਸਿਕ ਕਾਰਨ ਮੰਨਿਆ ਜਾ ਸਕਦਾ ਹੈ ਕਿਸੇ ਦੇ ਵੀ ਪਿਛੜਨ ਦਾ। ਨੈਕਸਟ, ਉਸ ਤੋਂ ਬਾਅਦ ਆ ਗਈ ਜੀ ਵਰਲਡ ਹੈਪੀਨੈਸ ਰਿਪੋਰਟ। ਦੇਖੋ, ਇਹਦਾ ਮਤਲਬ ਇਹ ਨਹੀਂ ਕਿ ਦੰਦ ਕੱਢਣੇ। ਵਰਲਡ ਹੈਪੀਨੈਸ ਰਿਪੋਰਟ ਦਾ ਮਤਲਬ ਇਹ ਹੋ ਗਿਆ ਕਿ ਤੁਹਾਡੇ ਦੇਸ਼ ਦੇ ਲੋਕ ਕਿੰਨੇ ਕੁ ਖੁਸ਼ ਨੇ। ਸੋ ਵਰਲਡ ਹੈਪੀਨੈਸ ਰਿਪੋਰਟ ਗਲੋਬਲ ਪੱਧਰ ਤੇ ਇੱਕ ਸਰਵੇ ਹੁੰਦੀ ਆ ਜਿਹੜੀ ਲੋਕਾਂ ਦੇ ਆਰਥਿਕ ਤੇ ਸਮਾਜਿਕ ਤੌਰ ਤੇ ਉਹਨਾਂ ਦੀ ਖੁਸ਼ੀ ਕਿੰਨੀ ਕੁ, ਉਹ ਕਿੰਨੇ ਕੁ ਕੰਫਰਟੇਬਲ ਨੇ, ਕਿੰਨੇ ਕੁ ਰਿਲੈਕਸ ਨੇ ਜ਼ਿੰਦਗੀ ਜੀਣ ਨੂੰ ਲੈ ਕੇ, ਇਹ ਦੱਸਦੇ ਆ। ਸੋ ਇੰਡੀਆ ਦੀ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਡੀਆ ਫਿਲਹਾਲ 180 ਕੁ ਦੇਸ਼ਾਂ ਦੀ ਰਿਪੋਰਟ ਆਉਂਦੀ ਹੈ, ਫਿਰ 126ਵੇਂ ਨੰਬਰ ਤੇ ਆ, ਚਾਈਨਾ 60, ਨੇਪਾਲ 93, ਪਾਕਿਸਤਾਨ ਵੀ 108ਵੇਂ ਤੇ, ਨੇਪਾਲ 118ਵੇਂ ਤੇ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਇੰਡੀਆ ਦੇ ਲੋਕ ਬੜੇ ਸਟ੍ਰੈਸਡ ਨੇ। ਤੇ ਉਹੀ ਸਕੈਂਡੀਨੇਵੀਅਨ ਕੰਟਰੀਜ਼, ਫਿਨਲੈਂਡ ਵਰਗੇ ਕੰਟਰੀ ਟੌਪ ਕਰ ਰਹੇ ਆ, ਇਹਦੇ ਨਾਲ ਡੈਨਮਾਰਕ, ਆਈਸਲੈਂਡ, ਸਵੀਡਨ, ਇਹ ਸਭ ਕੁਝ ਆ। ਕਹਿੰਦੇ ਇਸ ਰਿਪੋਰਟ ਨੂੰ ਕੌਣ ਤਿਆਰ ਕਰਦਾ ਹੈ? ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਡਿਪਾਰਟਮੈਂਟ ਆ, UNDP ਦਾ ਹੀ ਇੱਕ ਅਦਾਰਾ ਹੈ ਇਹ। ਫਿਰ ਉੱਥੇ ਹੀ ਗੱਲ ਆ ਗਈ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਦਾ ਹੀ ਇੱਕ ਅਦਾਰਾ ਹੈ, ਸਸਟੇਨੇਬਲ ਡਿਵੈਲਪਮੈਂਟ ਸੋਲੂਸ਼ਨ ਨੈਟਵਰਕ। ਇਹ ਬਹੁਤ ਇੰਪੋਰਟੈਂਟ ਆ, ਸਸਟੇਨੇਬਲ ਡਿਵੈਲਪਮੈਂਟ ਸੋਲੂਸ਼ਨ ਨੈਟਵਰਕ। ਇਹ UNDP ਦਾ ਹੀ ਇੱਕ ਅਦਾਰਾ ਹੈ, ਉਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ। ਇੰਡੀਆ ਦਾ ਵਰਲਡ ਹੈਪੀਨੈਸ ਇੰਡੈਕਸ
ਬਹੁਤ ਪਿੱਛੇ ਹੋਣ ਦਾ ਕਾਰਨ ਆ ਕਿ ਇੰਡੀਆ ਦੇ ਲੋਕਾਂ ਦੀ ਲਾਈਫ 'ਚ ਸਟ੍ਰੈਸ ਬਹੁਤ ਆ। ਤੇ ਅੰਤਰਰਾਸ਼ਟਰੀ ਦਿਵਸ 18 ਮਾਰਚ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਹ ਦਿਵਸ 20 ਮਾਰਚ ਨੂੰ UN ਮਨਾਉਂਦਾ ਵੀ ਆ। ਇਸ ਵਾਰ ਦਾ ਥੀਮ ਸੀਗਾ ਰੀਕਨੈਕਟਿੰਗ ਫॉर ਹੈਪੀਨੈਸ ਬਿਲਡਿੰਗ ਰੈਜ਼ੀਲੀਐਂਟ ਕਮਿਊਨਿਟੀਜ਼। ਸੋ ਇਹ ਯਾਦ ਕਰ ਲਿਓ ਤੇ ਇਹ ਯਾਦ ਕਰ ਲਿਓ ਕਿ 2012 ਚ ਪਹਿਲੀ ਵਾਰ ਇਹ ਰਿਲੀਜ਼ ਹੋਇਆ ਹੈ। ਯਾਦ ਰੱਖਿਓ ਹੈਪੀਨੈਸ ਇੰਡੈਕਸ ਇੰਡੀਆ ਦਾ ਰੈਂਕ, ਟੋਟਲ ਸਟੇਟਸ ਕੀ ਆ। ਸੋ 2024 ਦੇ ਜਿੰਨੇ ਵੀ ਰੈਂਕ ਆ ਜਾਂ ਜਿੰਨੇ ਵੀ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਰੈਂਕ ਸੀਗੇ ਉਹ ਆਪਾਂ ਜਾਂ ਇੰਡੈਕਸ ਦੇ ਵਿੱਚ ਸੀਗੇ ਉਹ ਆਪਾਂ ਕਵਰ ਕੀਤੇ ਆ। ਨੈਕਸਟ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਆਪਣੇ ਕੋਲ ਰੈਂਕ ਆ ਗਿਆ ਕਰਪਸ਼ਨ ਪਰਸੈਪਸ਼ਨ ਇੰਡੈਕਸ। ਕਰਪਸ਼ਨ ਪਰਸੈਪਸ਼ਨ ਇੰਡੈਕਸ ਨੂੰ ਕਦੇ ਇਹ ਨਾ ਸਮਝਿਓ ਕਿ ਕਰਪਸ਼ਨ ਆ, ਲੋਕਾਂ ਦੀ ਕਰਪਸ਼ਨ ਪ੍ਰਤੀ ਮਾਨਸਿਕਤਾ ਨੂੰ ਲੈ ਕੇ ਇੱਕ ਇੰਡੈਕਸ ਜਾਰੀ ਹੁੰਦਾ ਹੈ ਕਰਪਸ਼ਨ ਪਰਸੈਪਸ਼ਨ ਇੰਡੈਕਸ, ਜਿਹਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਰਿਲੀਜ਼ ਕਰਦੀ ਹੈ। ਬੱਚੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਅਜਿਹੀ ਕਹਿ ਲਓ ਕਿ ਕਰਪਸ਼ਨ ਨੂੰ ਕਰਬ ਕਰਨ ਨਾਲ ਸੰਬੰਧਿਤ ਜਾਂ ਕਰਪਸ਼ਨ ਪ੍ਰਤੀ ਚਿੰਤਤ ਇੱਕ NGO ਆ ਜਿਹੜੀ ਜਰਮਨ ਬੇਸਡ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਵੇ ਕਿ ਬਰਲਿਨ ਬੇਸਡ ਇੱਕ NGO ਆ ਜਿਹਨੂੰ 1993 ਚ ਬਣਾਇਆ ਗਿਆ ਸੀ। ਇਹ ਵਿਸ਼ਵ ਪੱਧਰ ਤੇ ਕਰਪਸ਼ਨ ਨੂੰ ਕਿਵੇਂ ਨੱਥ ਪਾਈ ਜਾ ਸਕਦੀ ਹੈ ਤੇ ਸੁਸਾਇਟੀ ਨੂੰ ਕਿਵੇਂ ਇਨਵੋਲਵ ਕਰਕੇ ਕਰਪਸ਼ਨ ਘਟਾਈ ਜਾ ਸਕਦੀ ਹੈ, ਇਹਦੇ ਤੇ ਕੰਮ ਕਰਨ ਵਾਲੀ ਇੱਕ ਗੈਰ ਲਾਭਕਾਰੀ ਸੰਸਥਾ ਹੈ, ਨੌਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਸੋ ਪਹਿਲੀ ਗੱਲ ਇਹ ਆ 180 ਦੇਸ਼ਾਂ 'ਚ ਇੰਡੀਆ ਦਾ 93ਵਾਂ ਨੰਬਰ, ਬਹੁਤ ਮਾੜਾ ਸਕੋਰ ਆ ਇੰਡੀਆ ਦਾ। ਸੋ ਇੰਡੀਆ ਦਾ ਜਿਹੜਾ ਸਕੋਰ ਆ ਉਹ 39 ਆ ਤੇ ਪਿਛਲੀ ਵਾਰ ਇੰਡੀਆ ਦਾ ਸਕੋਰ 40 ਸੀ ਆਊਟ ਆਫ 100। ਸੋ ਇੰਡੀਆ 'ਚ ਪਰਸੈਪਸ਼ਨ ਹੈਗੀ ਆ ਕਰਪਸ਼ਨ ਬਾਰੇ, ਲੋਕ ਸੋਚਦੇ ਆ ਕਿ ਸਾਡੇ ਲੀਡਰ ਜਾਂ ਸਾਡੇ ਹੋਰ ਉੱਪਰ ਟੌਪ ਆਫੀਸ਼ੀਅਲਸ ਕਰਪਟ ਨੇ, ਇਹ ਮਾਨਸਿਕਤਾ ਹੈਗੀ ਆ। ਡੈਨਮਾਰਕ ਜਿਹੜਾ ਹੈ ਉਹਦਾ ਸਕੋਰ 90 ਆ ਸੌਰੀ, ਤੇ ਉਹ ਪਹਿਲੇ ਨੰਬਰ ਤੇ ਆ। ਇਹਦੇ ਤੋਂ ਬਿਨਾ ਮਤਲਬ ਕਿ ਇਹ 6ਵੇਂ ਸਾਲ ਲਗਾਤਾਰ ਟੌਪ ਕਰ ਰਿਹਾ ਹੈ। ਫਿਨਲੈਂਡ ਤੇ ਨਿਊਜ਼ੀਲੈਂਡ ਇਹ ਵੀ ਆਲਮੋਸਟ ਉਹਦੇ ਨੇੜੇ ਆ। ਤੇ ਡੈਨਮਾਰਕ, ਫਿਨਲੈਂਡ ਤੇ ਨਿਊਜ਼ੀਲੈਂਡ ਇਹ ਤਿੰਨ ਦੇਸ਼ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆ। ਸੋ ਇੰਡੀਆ ਦੀ ਸਥਿਤੀ ਫਿਰ ਵੀ ਬਹੁਤ ਖਰਾਬ ਆ ਬਿਕੋਜ਼ ਆਲਮੋਸਟ 3 ਡਿਜਿਟਸ ਦੇ ਨੇੜੇ ਪਹੁੰਚ ਗਏ। ਜਾਂ ਤੁਸੀਂ ਇਹ ਕਹਿ ਲਓ ਕਿ ਕਰਪਸ਼ਨ ਦੇ ਮਾਮਲੇ 'ਚ ਜੇ ਦੁਨੀਆ 'ਚ ਮਾਨਸਿਕਤਾ ਸਮਝੀ ਜਾਵੇ ਤਾਂ ਤੁਹਾਡੇ ਦੇਸ਼ ਦੁਨੀਆ ਦੇ ਅੱਧ 'ਚ ਖੜਿਆ ਮਹਿਸੂਸ ਹੁੰਦਾ ਹੈ। ਇਹਦਾ ਮਤਲਬ ਕਰਪਸ਼ਨ ਬਹੁਤ ਜ਼ਿਆਦਾ ਲੈਵਲ ਤੇ ਆ। ਠੀਕ ਹੈ, ਸੋ ਇਹਦੇ ਤੇ ਜ਼ਰੂਰ ਇੰਡੀਆ ਨੂੰ ਕੰਮ ਕਰਨ ਦੀ ਲੋੜ ਆ। ਸੋ ਕਰਪਸ਼ਨ ਇੰਡੈਕਸ ਨੂੰ ਲੈ ਕੇ ਨੈਕਸਟ, ਸੋ ਜਿਹੜੇ 2024 ਦੇ ਵਿੱਚ ਇੰਡੈਕਸ ਆਏ ਸੀਗੇ, ਠੀਕ ਆ, ਇਹ ਸਾਰੇ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਇੱਕ ਚੀਜ਼ ਬਹੁਤ ਇੰਪੋਰਟੈਂਟ ਆ, ਤੁਸੀਂ ਆਪਣੇ ਨੋਟਸ ਕਿਵੇਂ ਬਣਾ ਸਕਦੇ ਹੋ। ਇੱਕ ਪਾਸੇ ਤੁਸੀਂ ਇੰਡੈਕਸ ਲਿਖੋ, ਇੱਕ ਪਾਸੇ ਇੰਡੀਆ ਦਾ ਰੈਂਕ, ਇੱਕ ਪਾਸੇ ਟੌਪ, ਉਸ ਤੋਂ ਬਾਅਦ ਅਦਰ ਫੈਕਟ। ਅਦਰ ਫੈਕਟ ਦੇ ਵਿੱਚ ਕੀ ਹੁੰਦਾ, ਕਈ ਵਾਰੀ ਅਦਰ ਫੈਕਟ ਤੇ ਇੱਕ ਚੀਜ਼ ਇਹਦੇ 'ਚ ਹੋਰ ਮੈਟਰ ਕਰਦੀ ਹੁੰਦੀ ਆ, ਇੰਡੀਕੇਟਰਸ, ਕਿ ਕਿਹੜੀ ਚੀਜ਼ 'ਚ ਚੈੱਕ ਹੁੰਦਾ। ਕਈਆਂ ਦੇ ਇੰਡੀਕੇਟਰ ਵਾਲੇ ਖਾਲੀ ਰਹਿ ਜਾਣਗੇ, ਬਹੁਤਿਆਂ 'ਚ ਫੈਕਟਸ ਖਾਲੀ ਰਹਿ ਜਾਣਗੇ। ਜਾਂ ਤੁਸੀਂ ਇੰਡੀਕੇਟਰ ਤੇ ਫੈਕਟਸ ਨੂੰ ਇਕੱਠੇ ਕਰ ਲਓ। ਆ 4 ਚੀਜ਼ਾਂ ਜ਼ਰੂਰ ਬਣਾਓ, ਟੌਪਰ ਜ਼ਰੂਰ ਲਿਖੋ, ਇੰਡੀਆ ਦਾ ਪੋਜੀਸ਼ਨ ਕਰੋ ਤੇ ਇੱਕ ਇੰਡੈਕਸ ਦਾ ਨਾਮ ਕੀ ਆ ਤੇ ਰਿਲੀਜ਼ ਕਿੰਨੇ ਕੀਤਾ ਹੈ। ਠੀਕ ਹੈ, ਸੋ ਕੋਸ਼ਿਸ਼ ਕਰੋ ਕਿ ਇੱਕ ਟੇਬਲ ਦੇ ਫਾਰਮ ਦੇ ਵਿੱਚ ਤੁਸੀਂ ਸਾਰੇ ਇੰਡੈਕਸ ਯਾਦ ਕਰ ਪਾਓ। ਵੈਸੇ ਮੈਂ ਇਹ PDF ਤੁਹਾਡੇ ਨਾਲ ਸ਼ੇਅਰ ਕਰ ਦੂੰਗਾ, ਵੈਸੇ ਹੀ ਕਲਰਫੁੱਲ ਆ, ਤੁਸੀਂ ਇਹਦੇ ਤੇ ਹਾਈਲਾਈਟ ਹੋ ਚੁੱਕੀਆਂ ਇਹ ਸਾਰੀਆਂ ਇੰਪੋਰਟੈਂਟ ਚੀਜ਼ਾਂ। ਠੀਕ ਹੈ, ਸੋ ਇੰਡੈਕਸ ਨਾਲ ਰਿਲੇਟਡ ਇਹ ਕਰੰਟ ਅਫੇਅਰ ਸੀਗੇ। ਇੰਡੈਕਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਮੈਨੂੰ ਲੱਗਦਾ ਹੈ ਕਿ ਆਪਾਂ ਰਿਲੀਜ਼ ਕਰਾਂਗੇ ਜਾਂ ਅਗਲਾ ਟੌਪਿਕ ਉਹ ਆਪਾਂ ਡਿਸਕਸ ਕਰਾਂਗੇ। ਸੋ ਨਾਲ ਦੀ ਨਾਲ ਪੂਰੇ ਦੇ ਪੂਰੇ ਈਅਰ ਨੂੰ ਕਵਰ ਕਰਨ ਵਾਲੇ, ਪੂਰੇ ਦੇ ਪੂਰੇ ਸਾਲ ਨੂੰ ਟਾਰਗੇਟ ਕਰਨ ਵਾਲੇ ਜਿਹੜੇ ਕਰੰਟ ਅਫੇਅਰਸ ਆ, ਮੈਨੂੰ ਲੱਗਦਾ ਉਹਦੇ 'ਚ ਇੱਕ ਆਸਾਨੀ ਹੋ ਜਾਂਦੀ ਹੈ ਕਿ ਸਾਨੂੰ ਕੰਪਾਈਲਡ, ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ ਕਿ ਸਾਨੂੰ ਨਾ ਇੰਡੈਕਸ ਨਾਲ ਰਿਲੇਟਡ ਕਰੰਟ ਅਫੇਅਰਸ ਪਤਾ ਹੀ ਨਹੀਂ, ਜਾਂ ਸਾਨੂੰ ਸਾਇੰਸ ਟੈਕ ਨਾਲ ਰਿਲੇਟਡ ਕਰੰਟ ਅਫੇਅਰਸ ਨਹੀਂ, ਕਿਉਂ ਨਾ ਤੁਹਾਨੂੰ ਉਹ ਸਾਰੇ ਕਰੰਟ ਅਫੇਅਰਸ ਇੱਕੋ ਜਗ੍ਹਾ ਤੇ ਇਕੱਠੇ ਮਿਲ ਜਾਣ। ਸੋ ਇਹੀ ਇੱਕ ਸਾਡੀ ਕੋਸ਼ਿਸ਼ ਸੀ। ਅੱਜ ਵਾਸਤੇ ਇੰਨਾ ਹੀ ਬਹੁਤ ਆ ਬੱਚੇ। ਅਗਲਾ ਪਾਰਟ ਲੈ ਕੇ ਆਪਾਂ ਜਲਦੀ, ਅਗਲੇ ਕਿਸੇ ਕੈਟੇਗਰੀ ਨੂੰ ਲੈ ਕੇ ਅਸੀਂ ਜਲਦੀ ਮਿਲਦੇ ਹਾਂ। ਥੈਂਕ ਯੂ।